ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਦੁਨੀਆ ਦੇ ਅੰਦਰ ਇੱਕ ਬੜੀ ਵਧੀਆ ਮਿਸਾਲ ਦਿੱਤੀ ਜਾਂਦੀ ਹੈ ਕਿ ਜਦੋਂ ਕਿਸੇ ਕੌਮ ਦਾ ਨੁਕਸਾਨ ਕਰਨਾ ਹੋਵੇ, ਕੌਮ ਨੂੰ ਬਰਬਾਦ ਕਰਨਾ ਹੈ ਤਾਂ ਉਹਦੀ ਮਾਂ ਬੋਲੀ ਨੂੰ ਖਤਮ ਕਰ ਦਿੱਤਾ ਜਾਏ। ਇਹ ਕੋਸ਼ਿਸ਼ਾਂ ਲਗਾਤਾਰ ਕਹਿ ਲਈਏ ਪਿਛਲੇ 100-125 ਸਾਲਾਂ ਤੋਂ ਇਸ ਮੁਲਕ ਦੇ ਅੰਦਰ ਚੱਲ ਰਹੀਆਂ ਨੇ ਕਿ ਸਿੱਖਾਂ ਦੇ ਨਾਲ ਹੋਰ ਕਿਸੇ ਤਰੀਕੇ ਦੇ ਨਾਲ ਤੇ ਜਿੱਤਿਆ ਨਹੀਂ ਜਾ ਸਕਦਾ ਹੈਗਾ। ਟੈਂਕਾਂ ਤੋਪਾਂ ਸਾਡੇ ਦਰਬਾਰ ਸਾਹਿਬ ਉੱਤੇ ਚਲਾ ਕੇ ਇਹਨਾਂ ਨੇ ਦੇਖ ਲਿਆ। ਹੁਣ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਿ ਕਿਸੇ ਤਰੀਕੇ ਸਾਡੀ ਜਿਹੜੀ ਮਾਂ ਬੋਲੀ ਹੈ ਉਹਦਾ ਨੁਕਸਾਨ ਕੀਤਾ ਜਾਏ ਔਰ ਉਹਦੇ ਅੰਦਰ ਬਾਕਾਇਦਾ ਪੰਜਾਬੀ ਅਕੈਡਮੀ ਬੜਾ ਵੱਡਾ ਰੋਲ ਨਿਭਾ ਰਹੀ ਹੈਗੀ ਹੈ। ਕੀ ਸਾਰਾ ਮਸਲਾ ਆਪਾਂ TV 84 ਦੇ ਪਲੇਟਫਾਰਮ ਦੇ ਉੱਤੇ ਰੈਗੂਲਰ ਲਗਾਤਾਰ ਅਪਡੇਟ ਕਰ ਰਹੇ ਹਾਂ। ਅਸੀਂ ਜਿਹੜੇ ਵਾਈਸ ਚੇਅਰਮੈਨ ਹੈਗੇ ਨੇ ਹਰਸ਼ਰਨ ਸਿੰਘ ਬੱਲੀ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਆਪਣੇ ਇੰਟਰਵਿਊ 'ਚ ਜੋ ਮੇਰੇ ਨਾਲ ਸਵਾਲ ਜਵਾਬ ਕੀਤੇ ਉਨ ਜਵਾਬਾਂ ਦੇ ਉੱਤੇ ਵੀ ਅੱਜ ਟੀਚਰਾਂ 'ਚ ਬੜੀ ਵੱਡੀ ਨਾਰਾਜ਼ਗੀ ਹੈਗੀ ਹੈ। ਕੀ ਨਾਰਾਜ਼ਗੀ ਹੈ ਅਸੀਂ ਸਾਰਿਆਂ ਦੇ ਨਾਲ ਗੱਲ ਕਰਦੇ ਹੈਗੇ ਹਾਂ, ਕਿਉਂਕਿ ਸਾਰੀਆਂ ਟੀਚਰ ਅੱਜ ਫਿਰ ਅੱਜ ਇੱਥੇ ਮੌਜੂਦ ਹੈਗੀਆਂ ਨੇ ਪੰਜਾਬੀ ਅਕੈਡਮੀ ਦੇ ਵਿਚਕਾਰ। ਉੱਪਰ ਬੱਲੀ ਸਾਹਿਬ ਆਪਣੀ ਮੈਨੇਜਮੈਂਟ ਦੇ ਨਾਲ ਮੀਟਿੰਗ ਕਰ ਰਹੇ ਨੇ ਤੇ ਥੱਲੇ ਜਿਹੜੇ ਸਾਰੀ ਟੀਚਰਸ ਨੇ ਆਪਣੀ ਨਾਰਾਜ਼ਗੀ ਕਰ ਰਹੀਆਂ ਨੇ। ਤੁਸੀਂ ਦੇਖ ਹੀ ਚੁੱਕੇ ਹੈਗੇ ਹੋ। ਸਾਰਿਆਂ ਦੇ ਨਾਲ ਗੱਲਬਾਤ ਕਰਨਾ। ਭੈਣ ਜੀ, ਕੀ ਨਾਰਾਜ਼ਗੀ ਹੈ ਤੁਹਾਡੀ? ਉਹਨਾਂ ਨੇ ਇੰਟਰਵਿਊ ਦੇ ਉੱਤੇ ਆਪਣੇ ਵੱਲੋਂ ਸਾਰੇ ਜਵਾਬ ਦਿੱਤੇ ਨੇ, ਹੁਣ ਤੁਹਾਨੂੰ ਕਿਸ ਗੱਲ ਦੀ ਨਾਰਾਜ਼ਗੀ ਹੈ? ਸਾਨੂੰ ਨਾਰਾਜ਼ਗੀ ਦੇਖੋ, ਬੱਲੀ ਸਾਹਿਬ ਜੀ ਦੀ ਪਹਿਲੀ ਹੀ ਗੱਲ ਤੋਂ ਸਾਨੂੰ ਨਾਰਾਜ਼ਗੀ ਹੈ। ਉਹਨਾਂ ਦੀ ਇੱਕ ਲਾਈਨ ਨੇ ਸਾਡਾ ਇੰਨਾ ਮਤਲਬ ਮਨੋਬਲ ਤੋੜ ਦਿੱਤਾ ਹੈ। ਪਹਿਲਾ ਹੀ ਉਹਨਾਂ ਦਾ ਸ਼ਬਦ ਸੀ ਕਿ ਇਹ ਟੀਚਰਾਂ ਹੀ ਨਹੀਂ ਹੈ। ਕਿ ਬੱਲੀ ਸਾਹਿਬ, ਮੈਂ ਤੁਹਾਡੇ ਤੋਂ ਸਵਾਲ ਪੁੱਛਦੀ, ਤੁਹਾਨੂੰ 35 ਸਾਲਾਂ ਤੋਂ ਦਿਖਿਆ ਨਹੀਂ? ਜਦੋਂ ਸਾਨੂੰ 1987 ਵਿੱਚ ਸਾਨੂੰ ਨੌਕਰੀਆਂ ਦੇ ਉੱਤੇ ਰੱਖਿਆ ਗਿਆ, ਉਦੋਂ ਵੀ ਮਤਲਬ ਅਸੀਂ 500 ਰੁਪਏ ਦੇ ਵਿੱਚ ਲੱਗੀਆਂ ਸੀ। 500 ਰੁਪਏ ਸਾਨੂੰ ਤਨਖਾਹ ਮਿਲਦੀ ਸੀ। ਤੁਹਾਨੂੰ ਉਸ ਟਾਈਮ ਲੋੜ ਸੀ ਕਿ ਪੰਜਾਬੀ ਨੂੰ, ਭਾਸ਼ਾ ਨੂੰ ਅਸੀਂ ਦਿੱਲੀ ਦੇ ਵਿੱਚ ਫੈਲਾਣਾ ਹੈ ਤਾਂ ਸਾਨੂੰ 500 ਰੁਪਏ ਦੇ ਵਿੱਚ ਤੁਸੀਂ ਰੱਖ ਲਿਆ। ਔਰ ਕੋਈ 8ਵੀਂ ਨਹੀਂ ਦੇਖੀ, ਕੋਈ 10ਵੀਂ ਨਹੀਂ ਦੇਖੀ, ਕੋਈ 12ਵੀਂ ਨਹੀਂ ਦੇਖੀ, ਤੁਸੀਂ ਰੱਖ ਲਿਆ। ਅਸੀਂ ਵੀ ਚਲੋ ਪੇਪਰ ਦੇ ਕੇ ਲੱਗ ਗਏ। ਔਰ ਅੱਜ 35 ਸਾਲਾਂ ਬਾਅਦ ਸਾਨੂੰ ਇਹ ਸੁਣਨ ਨੂੰ ਮਿਲ ਰਿਹਾ ਹੈ ਸਾਡੀ ਪਿੱਠ ਤੇ ਕੀ ਥਪਥਪਾਣੀ ਹੈ ਕਿਸੇ ਨੇ। ਸਾਨੂੰ ਇਹ ਕਹਿ ਕੇ ਸਾਡਾ ਮਨੋਬਲ ਤੋੜ ਦਿੱਤਾ ਗਿਆ ਕਿ ਇਹ ਟੀਚਰਾਂ ਹੀ ਨਹੀਂ ਹੈ। ਬੱਲੀ ਸਾਹਿਬ, ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਦੀ ਹਾਂ ਕਿ 70 ਸਾਲ ਦਾ ਪ੍ਰਧਾਨ ਮੰਤਰੀ ਸਾਡੇ ਦੇਸ਼ ਦਾ ਹੋ ਸਕਦਾ ਹੈ। ਬੱਲੀ ਸਾਹਿਬ, ਤੁਹਾਡੀ ਉਮਰ ਆਈ ਥਿੰਕ 70 ਔਰ 75 ਸਾਲ ਦੇ ਵਿੱਚ ਹੋਣੀ ਹੈ। ਤੁਸੀਂ ਚੇਅਰਮੈਨ ਦੀ ਸੀਟ ਤੇ ਬੈਠੇ ਹੋ ਔਰ ਟੀਚਰਾਂ ਅੱਜ 60 ਹਜੇ ਲੱਗਾ ਵੀ ਨਹੀਂ ਹੈ ਤੇ ਉਹਨਾਂ ਨੂੰ ਤੁਸੀਂ ਹਟਾ ਕੇ ਬਾਹਰ ਮਾਰ ਦਿੱਤਾ। ਕਿਉਂ? ਕੀ ਨਾਰਾਜ਼ਗੀ ਹੈ ਤੁਹਾਨੂੰ? ਬੱਲੀ ਸਾਹਿਬ, ਇਹਨਾਂ ਗੱਲਾਂ ਦੇ ਜਵਾਬ ਸਾਨੂੰ ਚਾਹੀਦੇ ਹੈ। ਸਾਡੀਆਂ ਨੌਕਰੀਆਂ ਲੈ ਲਓ, ਕੋਈ ਨਹੀਂ, ਅਸੀਂ ਤੇ ਜੋ ਆਪਣਾ ਜੀਵਨ ਕਰਨਾ ਹੈ ਕਰ ਲਵਾਂਗੇ, ਲੇਕਿਨ ਸਾਨੂੰ ਸਾਡੀਆਂ ਗੱਲਾਂ ਦਾ ਜਵਾਬ ਦਿਓ। ਤੁਸੀਂ ਕਿਸ ਹਿਸਾਬ ਨਾਲ ਸਾਨੂੰ ਇਹ ਕਿਹਾ ਕਿ ਇਹ ਟੀਚਰਾਂ ਹੀ ਨਹੀਂ ਹੈ? ਤੁਸੀਂ ਇੰਨੇ ਖਰਚੇ ਦੱਸਦੇ ਹੈਗੇ ਕਿ ਮੈਂ ਉੱਥੇ ਇੰਨਾ ਖਰਚਾ ਕੀਤਾ, ਮੇਰੇ ਕੋਲ 10 ਕਰੋੜ ਦਾ ਚੈੱਕ ਮੈਨੂੰ ਕੇਜਰੀਵਾਲ ਨੇ ਦਿੱਤਾ, ਮੈਨੂੰ ਮਨੀਸ਼ ਸਿਸੋਦੀਆ ਨੇ ਕਿਹਾ ਜਿੱਥੇ ਖਰਚ ਕਰਨਾ ਕਰ ਲੈ। ਪਰ ਟੀਚਰਾਂ ਦੀ ਤਨਖਾਹਾਂ 6,000 ਦੇ ਉੱਤੇ ਅੱਜ 2021 ਚੱਲ ਰਿਹਾ। ਬੱਲੀ ਸਾਹਿਬ, 2021 ਮਤਲਬ 1987 ਵਿੱਚ 7 ਰੁਪਏ ਕਿਲੋ ਦੁੱਧ ਸੀ, ਅੱਜ ਉਹ ਦੁੱਧ 50 ਰੁਪਏ ਕਿਲੋ ਹੈ। 60 ਰੁਪਏ ਕਿਲੋ ਦੁੱਧ ਹੈ ਅੱਜ। ਤੇ ਬੱਲੀ ਸਾਹਿਬ, ਮਹਿੰਗਾਈ ਦੀ ਦਰ ਦੇਖੋ ਕਿੱਥੇ ਪਹੁੰਚ ਗਈ ਹੈ। ਔਰ ਪੰਜਾਬੀ ਟੀਚਰਾਂ ਮੇਰੀਆਂ ਭੈਣਾਂ ਸਭ 6500 ਰੁਪਏ 'ਚ ਕੰਮ ਕਰ ਰਹੀਆਂ ਨੇ ਔਰ ਫਿਰ ਵੀ ਉਹਨਾਂ ਦੇ ਮੂੰਹ ਦੇ ਉੱਤੇ ਮੱਥੇ ਉੱਤੇ ਕੋਈ ਸ਼ਿਕਨ ਨਹੀਂ ਹੈ। ਅੱਜ ਉਹਨਾਂ ਨੂੰ ਦੁਖੀ ਹੋ ਕੇ, ਦੁਖੀ ਹਿਰਦੇ ਦੇ ਨਾਲ ਤੀਸਰੀ ਚੌਥੀ ਵਾਰ ਸੜਕਾਂ ਤੇ ਰੁਲ ਰਹੀਆਂ। ਬੱਲੀ ਸਾਹਿਬ, ਇਸ ਗੱਲ ਦਾ ਜਵਾਬ ਦਿਓ ਸਾਨੂੰ ਬੁਲਾਓ ਆਪਣੇ ਕੋਲ। ਔਰ MC ਦਾ ਆਰਡਰ ਤੁਸੀਂ ਕਹਿ ਰਹੇ ਹੋ, MCD ਦਾ ਆਰਡਰ, ਇਹ ਦੇਖੋ ਮੇਰੇ ਕੋਲ ਲਿਸਟ ਹੈਗੀ। MCD ਵਾਲੇ ਚਾਹੁੰਦੇ ਹੈ ਕਿ ਸਾਡੇ ਸਕੂਲੋਂ ਉਹਨਾਂ ਨੂੰ ਤਾਂ ਫ੍ਰੀ ਦੀ ਟੀਚਰ ਮਿਲਦੀ ਹੈ। ਉਹਨਾਂ ਨੇ ਸਾਨੂੰ ਬੱਚਿਆਂ ਦੀ ਲਿਸਟ ਦਿੱਤੀ ਹੈ, 70 ਬੱਚੇ, 100 ਬੱਚੇ। ਮੈਂ ਇੱਥੇ ਤੁਹਾਨੂੰ ਰੋਕਾਂਗਾ ਕਿਉਂਕਿ ਕੁਝ ਗੱਲਾਂ ਨੇ ਜਿਹੜੀਆਂ ਦੇਖੋ ਮੀਡੀਆ ਦਾ ਪੱਖ ਹੁੰਦਾ, ਇਸ 'ਤੇ ਦੋਨਾਂ ਦੀ ਗੱਲ ਰੱਖਣੀ ਹੈ, ਤੁਹਾਡੀ ਗੱਲ ਵੀ ਰੱਖਣੀ ਹੈਗੀ। ਤੇ ਜੋ ਬੱਲੀ ਸਾਹਿਬ ਨੇ ਲਫ਼ਜ਼ ਵਰਤੇ ਨੇ, ਬਿਲਕੁਲ ਉਹਨਾਂ ਨੇ ਲਫ਼ਜ਼ ਵਰਤੇ ਹੈਗਾ ਵੀ ਤੁਸੀਂ ਟੀਚਰ ਨਹੀਂ ਹੋ। ਉਹਨਾਂ ਦੇ ਕਹਿਣ ਦਾ ਬਸ ਇੱਕੋ ਨਜ਼ਰੀਆ ਹੈਗਾ ਸੀ ਕਿ ਵੀ ਤੁਸੀਂ ਅਪੁਆਇੰਟਡ ਹੈਗੇ ਹੋ, ਤੁਹਾਨੂੰ 10 ਮਹੀਨੇ ਦੇ ਟੈਂਡਰ ਦੇ ਉੱਤੇ, ਇੱਕ ਠੇਕੇ ਦੇ ਉੱਤੇ ਰੱਖਿਆ ਜਾਂਦਾ। ਤੁਸੀਂ ਪੰਜਾਬੀ ਅਕੈਡਮੀ ਦੀ ਆਫੀਸ਼ੀਅਲ ਟੀਚਰਸ ਨਹੀਂ ਹੈਗੇ ਹੋ। ਦੂਜੀ ਚੀਜ਼ ਜਿਹੜੀ ਤੁਸੀਂ ਕਹੀ ਹੈਗੀ MCD ਦੀ, ਉਹਨਾਂ ਨੇ ਕਿਹਾ ਹੈਗਾ ਕਿ ਤੁਹਾਡੀ ਟੀਚਰਾਂ 'ਚੋਂ ਕੋਈ ਟੀਚਰਸ ਨੇ ਕੇਸ ਕੀਤਾ ਹੋਇਆ ਤੇ ਤੁਸੀਂ MCD ਨੂੰ ਹੀ ਬਕਾਇਦਾ ਉਹਦੇ ਅੰਦਰ ਇੱਕ ਪਾਰਟੀ ਦੇ ਤੌਰ ਤੇ ਐਡ ਕਰ ਦਿੱਤਾ। ਇਸ ਕਰਕੇ ਮੈਂ MCD ਦੀ ਜਿਹੜੀ ਹੈੱਡ ਟੀਮ ਹੈ ਉਹਨਾਂ ਕੋਲੋਂ ਡਿਟੇਲ ਮੰਗੀ ਹੈਗੀ ਹੈ। ਉੱਧਰੋਂ ਜਦੋਂ ਡਿਟੇਲ ਆਏਗੀ ਤਦ ਤੁਹਾਡੀ ਅਪਾਇੰਟਮੈਂਟ ਹੋਏਗੀ। ਇਹਦੇ ਉੱਤੇ ਤੁਹਾਡਾ ਹੁਣ ਕੀ ਕਹਿਣਾ? ਦੇਖੋ, MCD ਦਾ ਕੋਈ ਵੀ ਰੋਲ ਨਹੀਂ ਹੈ ਸਾਡੀ ਅਪਾਇੰਟਮੈਂਟ ਦੇ ਵਿੱਚ। MCD ਦਾ ਕੋਈ ਰੋਲ ਨਹੀਂ ਹੈ। ਸਾਨੂੰ ਪ੍ਰਿੰਸੀਪਲ ਸਿਰਫ ਪੰਜਾਬੀ ਅਕੈਡਮੀ ਦੀ ਸਟੈਂਪ ਦੇਖ ਕੇ, ਆਰਡਰ ਦੇ ਕੇ ਸਾਨੂੰ ਅਪਾਇੰਟ ਕਰ ਲੈਂਦੇ ਆ। ਸਾਨੂੰ MCD ਦੇ ਵਿੱਚ ਆਫਿਸ ਦੇ ਵਿੱਚ ਕੋਈ ਸਾਨੂੰ ਸਾਈਨ ਨਹੀਂ ਕਰਵਾਉਣਾ ਜਾਣਾ ਪੈਂਦਾ। ਸਾਨੂੰ ਪੰਜਾਬੀ ਅਕੈਡਮੀ ਅਪਾਇੰਟ ਕਰਦੀ। ਪਰ MCD ਦਾ ਕੋਈ ਸਿਰਫ ਬਹਾਨੇਬਾਜ਼ੀ ਹੈ। ਮੈਂ ਕਹਿ ਰਹੇ ਨੇ ਕਿ ਜਦੋਂ MCD ਵੱਲੋਂ ਰਿਕੁਐਸਟ ਆਉਂਦੀ ਹੈਗੀ ਉਸ ਤੋਂ ਬਾਅਦ ਤੁਹਾਡੇ ਸਾਰਿਆਂ ਨੂੰ ਅਪਾਇੰਟ ਬੋਲੋ
ਹਾਂਜੀ ਇਹ ਜਿੰਨੀ ਵੀ ਹੈ ਨਾ ਰਿਕੁਐਸਟ ਹੈਗੀ ਹੈ, ਮੇਰੇ ਕੋਲ ਵੀ ਲਿਸਟ ਹੈ ਇਹਨਾਂ ਦੇ ਕੋਲ ਉੱਪਰ, ਉਹਦੇ ਕੋਲੋਂ ਸਾਈਨ ਕਰਵਾ ਕੇ ਪ੍ਰਿੰਸੀਪਲ ਦੇ ਇਹਨਾਂ ਕੋਲ ਸਬਮਿਟ ਨੇ, ਐਸਆਈ ਨੂੰ ਦਿੱਤੇ ਸੀਗੇ, ਐਸਆਈ ਨੇ ਉੱਪਰ ਦਿੱਤੇ, ਉੱਪਰ ਤੁਸੀਂ ਰਿਕਾਰਡ ਚੈੱਕ ਕਰੋ, ਉਹਦੇ ਵਿੱਚ ਸਾਡੇ ਫਾਰਮ ਪਏ ਹੋਏ ਨੇ, ਔਰ ਮੇਰੇ ਕੋਲ ਵਿਦਆਊਟ ਪ੍ਰਿੰਸੀਪਲ ਦੇ ਸਿਗਨੇਚਰ ਤੋਂ ਉਹਦੀ ਕਾਪੀ ਹੈ, ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਉਹ ਦੇਖ ਲਓ। ਲੇਕਿਨ ਦੂਸਰੀ ਗੱਲ ਇਹਨਾਂ ਨੇ ਇਹ ਕਹੀ ਕਿ ਸਾਰੇ ਟੀਚਰ ਅਨਕੁਆਲੀਫਾਈਡ ਹੈ। ਨੋ, ਇਹ ਦੇਖੋ ਟ੍ਰੇਨ ਨੇ ਬੀਐਡ ਨੇ, ਮੈਂ ਜੇਬੀਟੀ ਆ, ਮੇਰੀ ਇੱਕ ਫਰੈਂਡ ਨਹੀਂ ਆਈ, ਉਹਨੂੰ ਅੱਜ ਕਰੋਨਾ ਦੀ ਪ੍ਰੋਬਲਮ ਹੋ ਗਈ, ਥੋੜੀ ਬਿਮਾਰ ਸੀ। ਲੇਕਿਨ ਇਹਦੇ ਵਿੱਚ ਜੇਬੀਟੀ ਪ੍ਰਾਇਮਰੀ ਵਾਲਿਆਂ ਵਾਸਤੇ ਜਿਹੜੀ ਨੈਸੈਸਰੀ ਹੈ ਉਹ ਵੀ ਹੈਗੇ ਨੇ, ਇਹ ਬੀਏ ਬੀਐਡ ਹੈਗੀ ਹੈ। ਔਰ ਅਸੀਂ ਅੰਮ੍ਰਿਤਸਰ ਤੋਂ ਹੀ ਫਸਟ ਤੋਂ ਲੈ ਕੇ 11ਵੀਂ ਤੱਕ ਪੰਜਾਬੀ ਪੜ੍ਹੀ ਹੈ। ਜੇ ਗੋਲਡਨ ਟੈਂਪਲ ਦੇ ਕੋਲ ਵਾਲਾ ਬੱਚਾ ਪੰਜਾਬੀ ਨਹੀਂ ਪੜ੍ਹਾ ਸਕਦਾ ਤੇ ਮੈਂ ਤਾਂ ਕਹਿੰਦੀ ਕੋਈ ਵੀ ਨਹੀਂ ਪੜ੍ਹਾ ਸਕਦਾ। ਗੁਰਬਾਣੀ ਦਰਬਾਰ ਸਾਹਿਬ ਦੇ ਕੋਲ ਮੇਰਾ ਕੋਲ ਜਨਮ, ਮੇਰਾ ਨਾਮ ਉੱਥੋਂ ਦਾ, ਮੈਂ ਰਿੜਨਾ ਉੱਥੋਂ ਦਾ, ਮੇਰਾ ਚੱਲਣਾ ਉੱਥੋਂ ਦਾ, ਮੇਰਾ ਖਾਣਾ ਪੀਣਾ ਉੱਥੋਂ ਦਾ, ਤੇ ਫੇਰ ਵੀ ਮੈਨੂੰ ਪੰਜਾਬੀ ਨਹੀਂ ਆਉਂਦੀ। ਤੇ ਕਹਿੰਦੇ ਨੇ ਜੀ ਤੁਸੀਂ ਸਾਰੇ ਪੰਜਾਬੀ ਪੜ੍ਹਾਉਣ ਦੀ ਗੱਲਾਂ ਕਰਦੇ ਹੋ, ਮਗਰ ਜਦੋਂ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਖੁਦ ਤੇ ਤੁਸੀਂ ਹਿੰਦੀ 'ਚ ਲਿਖਦੇ ਹੋ, ਉਹਦਾ ਕੀ ਜਵਾਬ ਹੈ? ਉਹ ਮੈਨੂੰ ਨਹੀਂ ਪਤਾ ਕਿੰਨੇ ਐਪਲੀਕੇਸ਼ਨ ਲਿਖੀ ਹੈ। ਤੁਹਾਡੇ ਸਾਰਿਆਂ ਵੱਲੋਂ ਦਿੱਤੀ ਗਈ ਹੈ ਨਾ। ਠੀਕ ਹੈ ਇੱਕ ਮਿੰਟ, ਤੁਹਾਡੀ ਮਾਫ ਕਰਨਾ, ਮੇਰੀ ਗੱਲ ਸੁਣੋ, ਤੁਸੀਂ ਸਾਰੀ ਗੱਲ ਕਰੋ ਬਈ। ਉਹ ਕਹਿ ਰਹੇ ਨੇ ਕਿ ਤੁਸੀਂ ਪੰਜਾਬੀ ਪੜ੍ਹਾਉਣ ਦੀਆਂ ਗੱਲਾਂ ਕਰਦੇ ਹੋ, ਤੁਹਾਡੀ ਐਪਲੀਕੇਸ਼ਨ ਹਿੰਦੀ 'ਚ ਹੈ, ਉਹਦਾ ਤੁਹਾਡੇ ਕੋਲ ਕੀ ਜਵਾਬ ਹੈ? ਕਿਹਾ ਸੀ ਇਹ ਦੇਖੋ, ਇਹ ਪੰਜਾਬੀ ਨਹੀਂ, ਇਹ ਪੰਜਾਬੀ ਦੇ ਪੇਪਰ ਤਿਆਰ ਨਹੀਂ, ਇਹ ਬੱਚਿਆਂ ਨੂੰ ਕਰੋਨਾ ਦੇ ਵਿੱਚ ਕੰਮ ਕਰਾਇਆ। ਇਹ ਆਈਸਕ੍ਰੀਮ, ਇਹ ਦੇਖੋ, ਇਹ ਪੇਪਰ ਨਹੀਂ ਬੱਚਿਆਂ ਦੇ, ਇਹ ਆਨਲਾਈਨ ਦਾ ਪੇਪਰ ਹੈ, ਆਨਲਾਈਨ ਦਾ। ਇਹ ਦੇਖੋ, ਇਹ ਪੰਜਾਬੀ ਨਹੀਂ, ਅਪਾਇੰਟਮੈਂਟ ਲੈਟਰ ਇਹਨਾਂ ਨੇ ਹਿੰਦੀ 'ਚ ਕੱਢਿਆ ਹੋਇਆ। ਇਹ ਦੇਖੋ ਜੀ, ਇਹ ਦੇਖੋ, ਇਹ ਜੋ ਵੀ ਹੈ ਇਹ ਤੁਹਾਡੇ ਸਾਹਮਣੇ ਹਿੰਦੀ 'ਚ ਹੈ, ਇਹ ਪੰਜਾਬੀ ਅਕੈਡਮੀ ਤੋਂ ਮਿਲਦਾ ਹੈ। ਇੱਕ ਇੱਕ ਕਰਕੇ ਇੰਜ ਸਾਰੇ ਬੋਲੋਗੇ ਤੇ ਮੇਰੇ ਖਿਆਲ ਨਾਲ ਮੁੱਦਾ ਨਹੀਂ ਹੋਏਗਾ। ਜਿਹੜਾ ਇੱਕ ਤੁਹਾਡੇ ਤੋਂ ਸਵਾਲ ਪੁੱਛਿਆ ਗਿਆ ਮੈਨੂੰ ਉਹਦਾ ਜਵਾਬ ਲੈਣ ਦਿਓ। ਇਹ ਦੇਖੋ ਜੀ, ਇਹ ਲੈਟਰ ਜਿਹੜਾ ਹੈਗਾ, ਇਹ ਫਾਰਮ, ਇਹ ਪੰਜਾਬੀ ਅਕਾਦਮੀ ਦੇ ਰਹੀ ਹੈ। ਪੰਜਾਬੀ ਅਕੈਡਮੀ ਜਿਹੜਾ ਕਾਗਜ਼ ਦਿੰਦੇ ਉਹ ਸਾਨੂੰ ਹਿੰਦੀ ਚ ਦਿੰਦੀ ਹੈ, ਤਾਂ ਅਸੀਂ ਹਿੰਦੀ ਚ ਭਰ ਕੇ ਉਹਨੂੰ ਦਿੰਦੇ ਆ, ਨਾ ਕਿ ਪੰਜਾਬੀ। ਜੇ ਸਾਨੂੰ ਪੰਜਾਬੀ ਚ ਮਿਲਦਾ ਤੇ ਅਸੀਂ ਪੰਜਾਬੀ ਚ ਭਰ ਕੇ ਦਿੰਦੇ, ਇਸੇ ਕਰਕੇ ਅਸੀਂ ਹਿੰਦੀ ਚ ਦਿੰਦੇ ਆ। ਬਾਕੀ ਜਿਹੜੇ ਕੇਜਰੀਵਾਲ ਸਰਕਾਰ ਹੈਗੇ ਉੱਤਰਾਖੰਡ ਇਸ ਤੋਂ ਕਹਿੰਦੇ ਹੈਗੇ ਜਿਹੜੇ ਬੇਰੋਜ਼ਗਾਰ ਹੈਗੇ ਉਹਨਾਂ ਨੂੰ ਜੇ ਮੈਂ ਇਲੈਕਸ਼ਨ ਜਿੱਤਿਆ ਤਾਂ 5-5 ਹਜ਼ਾਰ ਰੁਪਏ ਬੇਰੋਜ਼ਗਾਰੀ ਭੱਤਾ ਦਾਂਗਾ, ਤੇ ਜਿਹੜੇ ਦਿੱਲੀ 'ਚ ਰਹਿ ਰਹੇ ਹੈਗੇ ਉਹਨਾਂ ਦਾ ਤਾਂ ਸੁਧਾਰ ਕਰ ਰਿਹਾ, ਉਹਨਾਂ ਕੋਲ ਹੋਇਆ ਨਹੀਂ ਹੈ, ਤੇ ਉਹ ਉੱਤਰਾਖੰਡ ਦੀ ਗੱਲਾਂ ਕਰਦੇ ਆ। ਪੰਜਾਬ ਵਿੱਚ ਜਾ ਕੇ ਇਲੈਕਸ਼ਨ ਲੜਨ ਦੀ ਸੋਚਦੇ, ਉੱਥੇ ਕਹਿੰਦੇ ਮੈਂ 300 ਯੂਨਿਟਾਂ ਫਰੀ ਦਿਆਂਗਾ। ਤੇ ਦਿੱਲੀ ਦਾ ਤਾਂ ਪਹਿਲੇ ਹਾਲ ਦੇਖ ਲਓ, ਦਿੱਲੀ ਦਾ ਕੀ ਬੁਰਾ ਹਾਲ ਕੀਤਾ ਹੋਇਆ ਪੰਜਾਬੀਆਂ ਦਾ। ਅਸੀਂ ਉੱਥੇ ਇੱਕ ਮਹੀਨਾ ਉੱਥੇ 2 ਸੜਕਾਂ ਤੇ ਬੈਠੇ ਰਹੇ, ਕੋਈ ਉਹਨਾਂ ਦੀ ਸੁੱਧ ਬੁੱਧ ਨਹੀਂ। 18 ਅਪ੍ਰੈਲ ਨੂੰ ਕੇਜਰੀਵਾਲ ਦੀ ਸਰਕਾਰ ਦੇ ਆਫਿਸ ਵਿੱਚ ਗਏ ਸੀ ਸਵੇਰੇ 7:30 ਵਜੇ, ਤਾਂ ਵੀ ਉਹਨਾਂ ਨੇ ਸਾਡੀ ਪੁਕਾਰ ਨਹੀਂ ਸੁਣੀ। ਕਹਿੰਦੇ ਅਸੀਂ ਤਾਂ ਜਾਣਦੇ ਨਹੀਂ ਪੰਜਾਬੀ ਅਕੈਡਮੀ ਕੀ ਚੀਜ਼ ਹੈ। ਅਸੀਂ ਉੱਥੇ ਲੈਟਰ ਲੈ ਕੇ ਫਾਲਤੂ ਉੱਥੇ ਆ ਗਏ, ਵਾਪਸ ਆ ਗਏ। ਕੇਜਰੀਵਾਲ ਸਾਡਾ ਕੋਈ ਨੁਕਤਾ ਨਹੀਂ ਕਰ ਸਕਦੀ। ਤੇ ਉੱਤਰਾਖੰਡ ਹਾਂਜੀ ਦੇਖੋ, ਅਸੀਂ ਕਹਿਣਾ ਨਹੀਂ ਚਾਹੁੰਦੇ, ਸੱਚ ਬੋਲਾਂਗੇ ਬਿਲਕੁਲ ਹੀ। ਅੱਜ ਸਾਡੀਆਂ ਭੈਣਾਂ ਮਾਤਾਵਾਂ ਨਾਲੇ ਸਾਥ ਨਹੀਂ ਦੇਗੀ ਸਰਕਾਰ, ਆਮ ਆਦਮੀ ਪਾਰਟੀ। ਫਿਰ ਐਮਸੀਡੀ ਦੇ ਇਲੈਕਸ਼ਨ ਵੀ ਤਾਂ ਆ ਗਏ ਨੇ ਨਾ, ਫਿਰ ਆ ਜਾਓ। ਜਦੋਂ ਤੁਸੀਂ ਜਾਓਗੇ ਅਸੀਂ ਵੀ ਤੁਹਾਡੇ ਕੋਲ ਜਵਾਬ ਮੰਗਾਂਗੇ। ਦੇਖੋ ਅਸੀਂ ਹੁਣ ਵੀ ਕਹਿੰਦੇ ਆਪਣਾ ਅੱਛਾ ਮਾਹੌਲ ਬਣਾ ਕੇ ਰੱਖੋ, ਹਰ ਇੱਕ ਦੇ ਨਾਲ ਅੱਛਾ ਸਹਿਯੋਗ ਦਿਓ, ਕਿਉਂਕਿ ਕੇਜਰੀਵਾਲ ਸਾਹਿਬ ਹਮੇਸ਼ਾ ਹੀ ਜਦੋਂ ਮੈਂ ਪਹਿਲੇ ਦਿਨ ਸ਼ਪਥ ਲੈਂਦੇ ਸੀ ਨਾ ਤੇ ਮੇਰੇ ਅੱਖਾਂ 'ਚ ਵੀ ਆਂਸੂ ਆਉਂਦੇ ਹੁੰਦੇ ਸੀ ਕਿ ਇਹ ਲੋਕਾਂ ਦੇ ਨਾਲ ਬਹੁਤ ਸਹਿਯੋਗ ਕਰਨਗੇ, ਕਿਉਂਕਿ ਇਹ ਵੀ ਸੰਘਰਸ਼ ਇੰਨਾ ਕਰਨ ਤੋਂ ਬਾਅਦ ਹੀ ਸਾਡੇ ਵਾਂਗੂ ਕੁਰਸੀਆਂ ਤੇ ਆਏ ਸੀ। ਪਰ ਸਾਡੇ ਅੱਜ ਗਰੀਬ ਲੋਕਾਂ ਨੂੰ ਕਿਉਂ ਭੁੱਲ ਗਏ ਨੇ, ਜਿਨ੍ਹਾਂ ਦੇ ਘਰ ਰੋਟੀ ਖਾਣ ਨੂੰ ਰਾਸ਼ਨ ਨਹੀਂ ਹੈ। ਅੱਜ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਮਾਵਾਂ ਭੈਣਾਂ ਵੱਲ ਧਿਆਨ ਮਾਰਾਂ। ਅਸੀਂ ਵੀ ਤੁਹਾਡੀਆਂ ਮਾਵਾਂ ਭੈਣਾਂ ਹੀ ਆ ਨਾ, ਦੇਖਿਆ ਜਾਏ ਤੇ। ਬਾਕੀ ਮੈਂ ਬਾਰ-ਬਾਰ ਕਹਿੰਦੀ ਹਾਂ, ਦਿੱਲੀ ਵਿੱਚ ਐਮਸੀਡੀ ਵਿੱਚ ਆਉਣਾ ਚਾਹੁੰਦੀਆਂ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ, ਪਰ ਅੱਛੇ ਬੰਦਿਆਂ ਨੂੰ ਅੱਗੇ ਲੈ ਕੇ ਆਓ। ਉਹਨਾਂ ਨੂੰ ਇਹ ਨੌਲੇਜ ਦਿਓ ਕਿ ਇਹਨਾਂ ਮਾਵਾਂ ਭੈਣਾਂ ਨੂੰ ਨੌਕਰੀਆਂ ਦੁਆਰੇ ਦਿਓ, ਤੇ ਉਹਨਾਂ ਨੂੰ ਇਹਨਾਂ ਦੀਆਂ ਨੌਕਰੀਆਂ ਬਹਾਲ ਕਰੋ। ਸਭ ਤੋਂ ਪਹਿਲਾਂ ਆਪਣੇ ਦਿੱਲੀ ਦੇ ਵਿੱਚ ਜਿਹੜੇ ਬੰਦੇ ਸੜਕਾਂ ਤੇ ਉਤਰ ਕੇ ਤੁਹਾਡੇ ਬਾਰੇ ਬੋਲ ਰਹੇ ਨੇ, ਉਹਨਾਂ ਨੂੰ ਨੌਕਰੀਆਂ ਤੋਂ ਲਾਇਆ ਗਿਆ। ਦੱਸੋ ਇਹ ਕਿੱਧਰ ਦਾ ਕੰਮ ਹੈ? ਤੁਸੀਂ ਆਪਣੇ ਨਾਲ ਸਹਿਯੋਗ ਲੈਣਾ ਚਾਹੁੰਦੇ ਹੋ, ਅਸੀਂ ਤੁਹਾਡੇ ਨਾਲ ਹੁਣ ਵੀ ਖੜਾਂਗੇ, ਅੱਜ ਵੀ ਕਹਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਬੋਲਾਂਗੇ। ਪਰ ਜਿੰਦਾਬਾਦ ਕਰਨ ਵਾਸਤੇ ਪਹਿਲਾਂ ਸਾਡੀਆਂ ਆਤਮਾ ਨੂੰ ਠੰਡਾ ਕਰਿਆ ਜਾਏ, ਸਾਡੀਆਂ ਨੌਕਰੀਆਂ ਸਾਨੂੰ ਦਿੱਤੀਆਂ ਜਾਣ, ਸਾਡੀਆਂ ਨੌਕਰੀਆਂ ਸਾਨੂੰ ਬਹਾਲ ਕੀਤੀਆਂ ਜਾਣ। ਅਗਰ ਤੁਸੀਂ ਪੰਜਾਬੀਆਂ ਨਾਲ ਹੱਕ ਰੱਖਦੇ ਹੋ, ਪੰਜਾਬੀਆਂ ਭੈਣਾਂ ਦੇ ਨਾਲ ਤੁਸੀਂ ਪੂਰਾ ਸਹਿਯੋਗ ਦਿੰਦੇ ਹੋ ਕੇਜਰੀਵਾਲ ਸਾਹਿਬ, ਤੇ ਫਿਰ ਤੁਸੀਂ ਦੂਸਰਿਆਂ ਦੀਆਂ ਗੱਲਾਂ ਵਿੱਚ ਨਾ ਆਓ। ਤੁਸੀਂ ਇਹਨਾਂ ਭੈਣਾਂ ਦੇ ਨਾਲ ਸਹਿਯੋਗ ਦਿਓ, ਤਾਂ ਜੋ ਕਿ ਆਉਣ ਵਾਲੇ ਟਾਈਮ ਇਹ ਭੈਣਾਂ ਤੁਹਾਡੀ ਪਾਰਟੀ ਦੇ ਨਾਲ ਪੂਰਾ ਖੜ ਕੇ ਕੰਮ ਕਰਨਗੀਆਂ, ਤੁਹਾਡੀ ਪਾਰਟੀ ਨੂੰ ਪੂਰੀ ਤਰ੍ਹਾਂ ਜਿਤਾਉਣਗੀਆਂ। ਜਿਹੜੀਆਂ ਆਪ ਹੀ ਟੁੱਟ ਚੁੱਕੀਆਂ ਨੇ ਸੜਕਾਂ ਉੱਤੇ ਖੜ ਕੇ ਅੱਜ ਰੋਜ਼ ਆ ਰਹੀਆਂ ਨੇ ਤੇ ਸੜਕਾਂ ਉੱਤੇ ਰੁਲ ਰਹੀਆਂ ਨੇ, ਉਹ ਵੋਟ ਕਿਸ ਤਰ੍ਹਾਂ ਦੇਣੀ ਹੈ ਤੁਹਾਨੂੰ? ਜੇ ਸਾਡੀ ਰੋਟੀ ਰੋਜੀ ਚਲੀ ਗਈ, ਸਾਡੀ ਨੌਕਰੀ ਚਲੀ ਗਈ, ਤਾਂ ਫਿਰ ਅਸੀਂ ਕੀ ਕਰਾਂਗੇ?
मैं हुण भी बार बार कहनी है सरकार अच्छा माहौल बनाए, जिस तरह अच्छे माहौल बनाए सीगे ਹੁਣ ਅੱਗੇ ਵੀ ਕੁਝ ਨਹੀਂ ਵਿਗੜਿਆ। ਹਾਲੇ ਤਾਂ ਇਲੈਕਸ਼ਨ 'ਚ 6 ਮਹੀਨੇ ਪਏ ਨੇ, ਉਹਨਾਂ ਨੂੰ ਚਾਹੀਦਾ ਬਹੁਤ ਅੱਛਾ ਮਾਹੌਲ ਬਣਾਓ, ਪੰਜਾਬ 'ਚ ਵੀ ਵਸ ਨਾ ਜਾਏ ਤੁਹਾਡੀ। ਭੈਣ ਜੀ ਮੈਂ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ। ਉਹਨਾਂ ਨੇ ਜਿਸ ਵੇਲੇ ਇੰਟਰਵਿਊ ਕੀਤਾ, ਮੈਂ ਹੀ ਕੀਤਾ ਹੈਗਾ, ਉਹਨਾਂ ਦਾ ਕਹਿਣ ਦਾ ਭਾਵ ਹੈਗਾ ਕਿ ਤੁਸੀਂ ਟੀਚਰ ਨਹੀਂ ਹੋ, ਤੁਸੀਂ ਕਹਿ ਰਹੇ ਹੋ ਕਿ 93 ਟੀਚਰਾਂ ਨੂੰ ਬਹਾਲ ਕੀਤਾ ਜਾਏ। ਉਹ ਕਹਿੰਦੇ ਤੁਸੀਂ ਪੰਜਾਬੀ ਅਕੈਡਮੀ ਦੇ ਅੰਦਰ ਕੋਈ ਜੌਬ ਨਹੀਂ ਕਰਦੇ ਹੋ, ਤੁਸੀਂ ਇੱਕ ਠੇਕੇ ਦੇ ਉੱਤੇ, ਜਿਹਨੂੰ ਆਪਾਂ ਕਹਿੰਦੇ ਆ ਕਿ ਇੱਕ ਐਗਰੀਮੈਂਟ ਦੇ ਤੌਰ ਦੇ ਉੱਤੇ, ਤੇ ਉਹਨਾਂ ਨੇ ਉਸ ਐਂਗਲ ਤੋਂ ਕਿਹਾ ਹੈਗਾ, ਤੁਸੀਂ ਕਹਿੰਦੇ ਹੋ ਕਿ ਅਸੀਂ ਟੀਚਰ ਹੈਗੇ ਆ, ਇਹਦਾ ਫਿਰ ਫੈਸਲਾ ਕੌਣ ਕਰੇਗਾ? ਅਸੀਂ ਬਿਲਕੁਲ ਟੀਚਰ ਆ, ਅਸੀਂ 30 ਸਾਲ ਜਿਹੜੇ ਪੜਾਇਆ ਹੈ, ਅਸੀਂ ਝੱਕ ਮਾਰਦੇ ਰਹੇ ਸਕੂਲਾਂ ਦੇ ਵਿੱਚ ਐਵੇਂ ਐਗਰੀਮੈਂਟ ਦੇ ਉੱਤੇ ਸੀ। ਐਗਰੀਮੈਂਟ ਕਿ ਹਰ ਗਵਰਨਮੈਂਟ ਸਾਨੂੰ ਭੇਜਦੀ ਸੀ, ਸਾਨੂੰ ਘਰ ਫੋਨ ਜਾਂਦੇ ਸੀ, ਖੁਦ ਬੁਲਾਉਂਦੇ ਸੀ। ਅੱਜ ਕੰਟੈਕਟ ਬੇਸ ਤੇ ਹੋ ਗਿਆ, ਇੰਨਾ ਨਕਸ਼ਾ ਚੇਂਜ ਹੋ ਗਿਆ 1 ਸਾਲ ਦੇ ਅੰਦਰ ਕਿ ਅਸੀਂ ਸਾਡਾ ਕੰਟੈਕਟ ਹੀ ਖਤਮ ਹੋ ਗਿਆ। ਵਾਹ ਜੀ ਕਮਾਲ ਹੈ। 30 ਸਾਲ ਅਸੀਂ ਪੰਜਾਬੀ ਟੀਚਰਾਂ ਨੇ ਪੰਜਾਬੀ ਬੱਚੇ ਨੂੰ ਪੜ੍ਹਾਉਣ ਦੀ ਨੌਕਰੀ ਕੀਤੀ ਹੈ। ਅਸੀਂ ਕਹਿੰਦੇ ਸਾਡੇ ਸਕੂਲਾਂ 'ਚ ਆ ਜਾਓ, ਚੈਲੰਜ ਕਰਦੇ ਹਾਂ। ਸਾਡੀ ਪ੍ਰਿੰਸੀਪਲਾਂ ਕੋਲੋਂ ਸਾਡੇ ਰਿਕਾਰਡ ਲਓ, ਬੱਚਿਆਂ ਨੂੰ ਪੁੱਛੋ ਸਾਡਾ ਕਿ ਅਸੀਂ ਟੀਚਰਾਂ ਕਿਸ ਤਰ੍ਹਾਂ ਦੀਆਂ ਤੁਹਾਨੂੰ ਤੇ ਕੀ ਪੜ੍ਹਾਉਂਦੀਆਂ ਸੀ, ਫਿਰ ਸਾਡੇ ਤੋਂ ਕੋਈ ਐਲੀਗੇਸ਼ਨ ਲਾਓ ਨਾ। ਇਹ ਥੋੜੀ ਸਾਡੀ 30 ਸਾਲ ਦੀ ਨੌਕਰੀ ਮਿੱਟੀ ਪਾ ਕੇ ਅੱਜ 1 ਸਾਲ ਵਿੱਚ ਸਾਡੇ ਤੋਂ ਤਮਤਾ ਲਾ ਦੋ। ਕਦੇ ਟੰਨਣ ਨੇ, ਅਸੀਂ ਬਹੁਤ ਇੱਜ਼ਤਦਾਰ ਘਰ ਦੇ ਮਾਤਾਵਾਂ ਭੈਣਾਂ ਹੈਗੀਆਂ, ਬੜੀ ਇੱਜ਼ਤ ਨਾਲ ਨੌਕਰੀ ਕਰਦੀਆਂ ਸੀ, ਬੜੀ ਸਾਨੂੰ ਇੱਜ਼ਤ ਮਿਲਦੀ ਸੀ। ਪਰ ਹੁਣ 1 ਸਾਲ ਤੋਂ ਬਸ ਜੀ ਪੁੱਛੋ ਹੀ ਨਾ ਹਾਲ, ਅਸੀਂ ਕੁਝ ਨਹੀਂ ਕਹਿ ਸਕਦੇ। ਬਸ ਸਾਡੇ ਕੋਲ ਰੋਣ ਸਵਾਏ ਹੁਣ ਕੁਝ ਵੀ ਨਹੀਂ ਹੈ। ਸਰਕਾਰੀ ਸਕੂਲ ਇਸ ਵੇਲੇ ਬੰਦ ਨੇ, ਪ੍ਰਾਇਮਰੀ ਸਕੂਲ ਕਰੋਨਾ ਕਰਕੇ ਬੰਦ ਨੇ, ਖੁੱਲਣਗੇ ਤੇ ਤੁਹਾਨੂੰ ਦੇ ਦਿੱਤਾ। ਸਕੂਲ ਖੁੱਲੇ ਹੋਏ ਨੇ, ਸਟਾਫ ਆ ਰਿਹਾ ਪੂਰੀ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਬੱਲੀ ਜੀ ਨੇ ਜੋ ਔਨ ਰਿਕਾਰਡ ਕੈਮਰੇ ਤੇ ਮੇਰੇ ਨਾਲ ਗੱਲ ਕੀਤੀ ਹੈ, ਸਭ ਕੁਝ ਝੂਠ ਬੋਲਤਾ। ਤੁਸੀਂ ਦੇਖ ਲਓ, ਤੁਹਾਡੇ ਸਾਹਮਣੇ ਹੀ ਹੈ। ਸਕੂਲਾਂ 'ਚ ਜੋ ਸਕੂਲ ਖੁੱਲੇ ਨੇ, ਪ੍ਰਿੰਸੀਪਲ ਰੋਜ਼ ਆ ਰਹੀ ਹੈ, ਉਹ ਤਾਂ ਕਹਿੰਦੇ ਆ ਤੁਹਾਡਾ ਹੁਣ ਵੀ ਜੁਆਇਨਿੰਗ ਫਾਰਮ ਭਰਦੇ ਆ, ਉਹ ਮਨਾ ਕਦੋਂ ਕਰ ਰਹੇ ਨੇ? ਉਹਨਾਂ ਨੇ ਦਿੱਤਾ ਨਹੀਂ, ਅਸੀਂ ਸਾਈਨ ਕਰਵਾ ਕੇ ਦੇ ਦਿੰਦੇ। ਇਹਨਾਂ ਨੂੰ ਡਿਮਾਂਡ ਲੈਟਰ ਦਿੱਤਾ ਹੋਇਆ ਨਾ, ਡਿਮਾਂਡ ਲੈਟਰ ਇਹਨਾਂ ਦੇ ਕੋਲ ਪਿਆ ਹੋਇਆ। ਇਹਨਾਂ ਨੇ ਸਾਨੂੰ ਜੁਆਇਨਿੰਗ ਨਹੀਂ ਦਿੱਤੀ ਨਾ, ਜੁਆਇਨਿੰਗ ਨਹੀਂ ਦਿੱਤੀ। ਤੇ ਅਗਰ ਡਿਮਾਂਡ ਲੈਟਰ ਇਹਨਾਂ ਕੋਲ ਹੈ ਤਾਂ ਜਦੋਂ ਸਕੂਲ ਅਫੀਸ਼ੀਅਲ ਤੌਰ ਦੇ ਉੱਤੇ ਖੁੱਲਣਗੇ ਉਸ ਤੋਂ ਬਾਅਦ ਤੁਹਾਨੂੰ ਲੈਟਰ ਦਿੱਤਾ। ਇੰਜ ਥੋੜੀ ਮੈਂ ਆਨਲਾਈਨ ਤੁਹਾਨੂੰ ਕਾਪੀ ਦਿਖਾਈ ਤੇ ਹੈ, ਆਨਲਾਈਨ ਕਾਪੀ ਦਾ ਕੰਮ ਨਹੀਂ ਕਿ ਅਗਰ ਬੱਚਾ ਨੂੰ ਭੇਜਾ। ਦਿਖਾਓ ਤਾਂ ਕਿ ਔਨ ਰਿਕਾਰਡ ਕੈਮਰੇ ਨਹੀਂ, ਸਕੂਲ 2 ਸਾਲ ਦੀ ਖੁੱਲੇ, 2 ਸਾਲ ਨੌਕਰੀ ਨਹੀਂ ਮਿਲੇਗੀ, 2 ਸਾਲ ਅਸੀਂ ਘਰ ਬੈਠੇ ਰਹਾਂਗੇ। ਇਹ ਕੀ ਤਰੀਕਾ ਹੋਇਆ? ਇੰਗਲਿਸ਼ ਸਕੂਲ ਦੇ ਬੱਚੇ ਪੜ੍ਹ ਰਹੇ ਆ, ਪਬਲਿਕ ਸਕੂਲ ਦੇ ਪੜ੍ਹ ਰਹੇ ਆ, ਆਨਲਾਈਨ ਕਲਾਸਿਸ ਚੱਲ ਰਹੀਆਂ। ਸਿੱਧਾ 60 ਤੋਂ 65 ਵਾਲਿਆਂ ਦੀ ਪ੍ਰੋਬਲਮ ਹੈ, ਨੋ ਪ੍ਰੋਬਲਮ। ਪ੍ਰੋਬਲਮ ਇਹ ਹੈ ਕਿ 60 ਤੋਂ 65 ਵਾਲਿਆਂ ਨੂੰ ਨਹੀਂ ਲੈਣਾ, ਲੇਕਿਨ 35 ਸਾਲਾਂ ਤੋਂ 65 ਤੱਕ ਚੱਲ ਰਿਹਾ ਸੀ। ਇਹ ਇਮੀਡੀਏਟ ਅਪ੍ਰੈਲ ਦੇ ਮੰਥ ਦੇ ਵਿੱਚ ਕਿਸ ਤਰ੍ਹਾਂ ਹੋ ਗਿਆ? ਕਿਸ ਤਰ੍ਹਾਂ ਹੋ ਗਿਆ? 60 ਕਿਵੇਂ ਹੋ ਗਿਆ? ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ, ਮਾਰਚ ਲਾਸਟ ਵਿੱਚ ਮੇਰਾ ਬਰਥਡੇ ਸੀਗਾ। ਇਹਨਾਂ ਨੇ ਮੈਨੂੰ ਅਪ੍ਰੈਲ 19 ਤੱਕ ਜਿਵੇਂ ਮੈਨੂੰ ਪੇ ਆਈ, ਮੇਰਾ 60 ਸਟਾਰਟ ਹੁੰਦਿਆ, ਮੈਨੂੰ ਤਾਂ ਇੰਜ ਭੁੰਜੇ ਸੁੱਟਿਆ, ਮੈਂ ਤਾਂ ਬੁੱਢੀ ਲੱਗਣੀ ਆ, ਤੁਰਿਆ ਨਹੀਂ ਜਾਂਦਾ ਮੇਰੇ ਕੋਲੋਂ, ਮੈਂ ਸਮਾਰਟ ਲੱਗਣੀ ਆ, ਸਮਾਰਟ ਲੱਗਣੀ ਇਹਨਾਂ ਨਾਲੋਂ ਸਮਾਰਟ ਲੱਗਣੀ ਆ। ਕਮਾਲ ਦੀ ਗੱਲ ਹੈ, ਹੱਦ ਹੋ ਗਈ ਹੈ। ਇਹ ਦੇਖੋ ਤੁਸੀਂ, ਇਹ ਅੰਮ੍ਰਿਤਸਰ ਦੀ ਭਾਸ਼ਾ ਨਹੀਂ, ਇਹ ਅੰਮ੍ਰਿਤਸਰ ਦੀ ਲੈਂਗੁਏਜ ਨਹੀਂ ਹੈ। ਇਹ ਹੈਂਡਰਾਈਟਿੰਗ ਨੂੰ ਕੀ ਹੋਇਆ? ਕੀੜੇ ਪਏ ਨੇ ਇਹਨੂੰ, ਦੇਖੋ ਕੀ ਹੋਇਆ। ਇਹ ਅੰਮ੍ਰਿਤਸਰ ਦੀ ਭਾਸ਼ਾ ਨਹੀਂ ਹੈ। ਦੇਖੋ ਨਾਲ ਅਸੀਂ ਬੰਦਿਆਂ ਨੂੰ, ਉਹਨਾਂ ਨੂੰ ਕਿਉਂ ਇੱਕਦਮ ਹੀ ਨਾਰਾਜ਼ਗੀ ਕਿਉਂ ਹੋ ਗਈ ਤੁਹਾਡੇ ਸਾਰਿਆਂ ਵੀ? ਸਭ ਕੁਝ ਠੀਕ ਠਾਕ ਚੱਲ ਰਿਹਾ ਸੀ, ਹੁਣ ਉਹ ਨਵੇਂ ਆਇਆ ਸੀ ਨਹੀਂ ਹਾਂ ਕੁਝ ਹੋਏਗਾ। ਪੰਜਾਬੀ ਸ਼ੁਰੂ ਤੋਂ ਪੜ੍ਹਦੇ ਆ ਰਹੇ ਹਾਂ। ਇਹ ਟੀਚਰਸ ਸਭ ਵਿੱਚ ਬੜੇ ਸੋਹਣੇ ਟ੍ਰੇਨਡ ਨੇ, ਟੀਚਰ ਟ੍ਰੇਨਡ ਹੈਗੇ ਨੇ 60 ਦੇ, 35 ਸਾਲਾਂ ਤੋਂ ਟ੍ਰੇਨਡ ਹੀ ਹੈ ਸਾਰੇ, ਤੇ ਜਿਹੜੇ ਨਹੀਂ ਹੋਏ ਉਹ ਟ੍ਰੇਨਡ ਹੋ ਗਏ। ਨਹੀਂ, ਇਹਨਾਂ ਨੇ ਕਿਹਾ ਅਨਕੁਆਲੀਫਾਈਡ। ਕਿਉਂਕਿ ਜਿਸ ਵੇਲੇ ਮੈਂ ਸਵਾਲ ਕੀਤਾ ਕਿ ਵੀ 95 ਟੀਚਰਾਂ ਦੀ ਤਨਖਾਹ 6000 ਹੈ, ਉਹ ਕਹਿੰਦੇ ਨੇ ਤੁਹਾਡੇ 95 ਦੇ ਵਿਚਕਾਰੋਂ ਅੱਧੇ ਨਾਲੋਂ ਜ਼ਿਆਦਾ ਨੇ ਜਿਨ੍ਹਾਂ ਨੂੰ 17000 ਰੁਪਏ ਤੋਂ ਵੱਧ ਮਿਲਦਾ ਹੈ। ਔਨ ਕੈਮਰਾ ਕਿਹਾ ਉਹਨਾਂ ਨੇ 60 ਦੇ ਏਜ ਦੀ ਪ੍ਰੋਬਲਮ ਹੈ ਔਰ ਕੋਈ ਪ੍ਰੋਬਲਮ ਨਹੀਂ ਹੈ। ਜਦ ਟ੍ਰੇਨਡ ਵਾਲੀ ਗੱਲ, ਮੈਂ ਟ੍ਰੇਨਡ ਆ, ਸ਼ਸ਼ੀ ਮੈਡਮ ਟ੍ਰੇਨਡ ਹੈ, ਭੁਪਿੰਦਰ ਮੈਡਮ ਨੂੰ ਅੱਜ ਸਵੇਰੇ ਬੁਖਾਰ ਹੋ ਗਿਆ, ਉਹ ਟ੍ਰੇਨਡ ਹੈ, JBT ਹੈ। ਮੈਂ ਹਿੰਦੀ ਦੀ ਵੀ ਲੈਂਗੁਏਜ ਕੀਤੀ ਹੋਈ ਹੈ। ਤਨਖਾਹ ਸਾਰੀ 15000 ਸੰਤ। ਅਸੀਂ ਤਾਂ ਘਰ ਹੁਣ ਮੀਡੀਆ 'ਚ ਪਤਾ ਲੱਗ ਜਾਣਾ ਸਾਡਾ, ਤੇ ਅਸੀਂ ਤਾਂ ਦੱਸੀ ਹੋਈ ਹੈ ਘਰ ਜਾਇਦਾ ਸਾਡੇ ਤੇ ਸਹੁਰਿਆਂ ਦੇ ਘਰ ਨਾਸ ਮਰਵਾ ਦੇਣਾ ਇਹਨਾਂ ਨੇ, ਤਲਾਕ ਦਵਾ ਦੇਣਾ। ਇਹ ਦੇਖੋ ਪਹਿਲੇ ਵਿਗਿਆਪਨ ਤੁਸੀਂ ਦੇਖੋ, ਇਹ ਸਨ 1986 ਦਾ ਵਿਗਿਆਪਨ ਹੈ। ਇਹ ਪੰਜਾਬੀ ਅਕੈਡਮੀ ਨੇ ਕਢਵਾਇਆ ਸੀ, ਐਡ ਕੱਢੀ ਸੀਗੀ, ਔਰ ਇਸ ਐਡ ਦੇ ਮੁਤਾਬਕ ਅਸੀਂ ਟੀਚਰ ਬਣੇ ਕਿਉਂਕਿ ਉਦੋਂ ਇਹਨਾਂ ਨੂੰ ਪੰਜਾਬੀ ਦੀ ਲੋੜ ਸੀ ਦਿੱਲੀ ਦੇ ਵਿੱਚ। ਇਹਨਾਂ ਨੇ ਸਾਡਾ ਇਸਤੇਮਾਲ ਕੀਤਾ ਔਰ ਸਾਡੇ ਤੋਂ ਪੇਪਰ ਲਿੱਤੇ, ਸਾਡੀ ਇੰਟਰਵਿਊ ਲਿੱਤੀ, ਅਸੀਂ ਕਲੀਅਰ ਕੀਤੀ। ਤਦ ਜਿਸ ਵੇਲੇ ਤੁਹਾਡੇ ਇੰਟਰਵਿਊ ਕੀਤੇ ਤੁਹਾਨੂੰ ਉਹਨਾਂ ਨੇ ਕੋਈ ਸਰਟੀਫਿਕੇਟ, ਕੋਈ ਲੈਟਰ ਤੇ ਦਿੱਤਾ ਹੋਵੇਗਾ? ਨਹੀਂ ਦਿੱਤਾ। ਸਾਡਾ ਪਹਿਲਾ ਇਹ ਕਸ਼ਮੀਰ, ਉਸ ਵੇਲੇ ਆਵਾਜ਼ ਕਿਉਂ ਨਹੀਂ ਚੁੱਕੀ? ਮੇਰੀ ਗੱਲ ਸੁਣੋ, ਕਸ਼ਮੀਰੀ ਗੇਟ ਦੇ ਵਿੱਚ ਤਦ ਇਹ ਅਕੈਡਮੀ ਸੀਗੀ ਜਦ ਅਸੀਂ ਅਪਾਇੰਟ ਹੋਏ ਸਨ 1987 ਦੇ ਵਿੱਚ। ਉਸ ਤੋਂ ਬਾਅਦ ਇਹਨਾਂ ਨੇ ਸਾਡਾ ਦਰਿਆਗੰਜ ਦੇ ਵਿੱਚ ਇੰਟਰਵਿਊ ਲਿੱਤਾ, ਮੈਡਮ ਪ੍ਰਿੰਸੀਪਲ ਜਿਹੜੀ ਦਰਿਆਗੰਜ ਦੀ ਸੀ, ਅਸੀਂ ਉਹ ਵੀ ਕਲੀਅਰ ਕੀਤਾ। ਫਿਰ ਅਸੀਂ ਜਾ ਕੇ ਟੀਚਰ ਬਣੇ। ਫਿਰ ਇਹਨਾਂ ਨੇ ਸਾਨੂੰ 7 ਸੈਮੀਨਾਰ ਕਰਵਾਏ NCERT ਦੇ ਵਿੱਚ, ਅਸੀਂ ਉਹ ਵੀ ਕੀਤੇ।
ਹੁਣ ਸਾਨੂੰ ਦੱਸੋ ਅਸੀਂ ਕਿੱਥੋਂ ਅਨਟ੍ਰੇਨਡ ਹੈ, ਅਸੀਂ ਕੀ ਕਰੀਏ, ਅਸੀਂ ਕਿੱਥੇ ਜਾਈਏ। 35 ਸਾਲ ਹੋ ਗਏ ਪੜਾਉਂਦੇ ਔਰ 3 ਜਨਵਰੀ ਸਨ 2020 ਦੇ ਵਿੱਚ ਇਹਨਾਂ ਨੇ 65 ਸਾਲ ਦੀ ਟੀਚਰ ਰਿਟਾਇਰ ਕੀਤੀ, ਉਹਦਾ ਅਪਾਇੰਟਮੈਂਟ ਨੰਬਰ 416 ਹੈ, ਤੇ ਪਰ ਸਾਡੇ ਨਾਲ ਇਸ ਤਰ੍ਹਾਂ ਕਿਉਂ ਕਰ ਰਹੇ ਨੇ। ਮਾਂ ਬੋਲੇ ਔਰ ਬੱਚਾ ਵੀ ਸਿੱਖ ਜਾਂਦਾ ਹੈ ਕਿ ਮਾਂ ਤੇ ਅਸੀਂ 35 ਸਾਲ ਹੋ ਗਏ ਬੱਚਿਆਂ ਨੂੰ ਪੜਾਉਂਦੇ ਅਸੀਂ ਬੱਚਿਆਂ ਨੂੰ ਬੜੇ ਪਿਆਰ ਦੇ ਨਾਲ ਪੜਾਉਂਦੇ ਆ, ਬੱਚੇ ਸਾਡੇ ਤੋਂ ਬਹੁਤ ਕੁਝ ਸਿੱਖਦੇ ਆ। ਤੇ ਸਾਡੀ ਜਿਹੜੀ ਅਸੀਂ ਪੰਜਾਬੀ ਸਕੂਲ ਵਿੱਚ ਪੜਾਉਂਦੇ ਆ, ਪੰਜਾਬੀ ਸਕੂਲ ਵਿੱਚ ਪੂਰਾ ਹੀ ਸਕੂਲ ਪੰਜਾਬੀਆਂ ਦਾ ਹੀ ਹੈਗਾ, ਤੇ ਕੀ ਉੱਥੇ ਬੱਚੇ ਨਹੀਂ ਆਉਂਦੇ, ਬੱਚੇ ਉੱਥੇ 100 ਦੇ ਕਰੀਬ ਹੈ, ਤੇ ਬੱਲੀ ਸਾਹਿਬ ਕਹਿੰਦੇ ਸਾਨੂੰ 16 ਬੱਚੇ ਚਾਹੀਦੇ ਆ, 15 ਤੇ ਤੁਹਾਨੂੰ ਅਸੀਂ ਅਪਾਇੰਟਮੈਂਟ ਦਾਂਗੇ। ਉਹਨਾਂ ਨੇ ਸਕੂਲ ਦੇ ਇਲਾਵਾ ਇੱਥੇ ਤੱਕ ਕਿਹਾ ਗਿਆ ਕਿ ਕਿਸੇ ਗੁਰਦੁਆਰੇ ਦੇ ਅੰਦਰ ਵੀ ਅਗਰ ਕੋਈ 15 ਬੱਚੇ ਤੁਸੀਂ ਪੜਨ ਵਾਲੇ ਆਈਡੀ ਪ੍ਰੂਫ ਦੇ ਨਾਲ ਦੇ ਦਿਓ ਤਾਂ ਉੱਥੇ ਟੀਚਰ ਨੂੰ ਅਪਾਇੰਟ ਕਰ ਦੇਣਗੇ ਅੱਜ ਦੀ ਡੇਟ ਦੇ ਅੰਦਰ ਵੀ, ਇਮੀਡੀਏਟਲੀ ਇਫੈਕਟ ਦੇ ਨਾਲ। ਪਰ ਸਾਡੇ ਸਕੂਲਾਂ 'ਚ ਤਾਂ 100 ਬੱਚੇ ਹੈਗੇ ਸੀ, ਪੰਜਾਬੀ ਸਕੂਲ ਜਾਂ ਪੂਰਾ ਸਕੂਲ ਪੰਜਾਬੀਆਂ ਦਾ ਹੈਗਾ, ਤੇ ਉੱਥੇ ਪੂਰੇ 100 ਬੱਚੇ ਹੈਗੇ, ਤੇ ਸਾਨੂੰ 15 ਬੱਚਿਆਂ ਦੀ ਕੀ ਲੋੜ ਹੈ। ਸਾਡੇ ਕੋਲ ਖੁਦ 100 ਬੱਚੇ ਹੈਗੇ, ਤਾਂ ਸਾਨੂੰ 15 ਗੁਰਦੁਆਰਿਆਂ ਜਾਣ ਦੀ ਜ਼ਰੂਰਤ ਹੀ ਨਹੀਂ। ਅਸੀਂ ਸਕੂਲਾਂ 'ਚ ਬੜੇ ਆਰਾਮ ਦੇ ਨਾਲ ਬੱਚੇ ਅੱਜ ਵੀ ਆ ਰਹੇ ਸਾਡੇ ਕੋਲ, ਅਸੀਂ ਤਾਂ ਵੀ ਉਹਨਾਂ ਨੂੰ ਕੰਮ ਭੇਜ ਰਹੇ ਆਪਣਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸਭ ਤੋਂ ਪਹਿਲਾਂ ਮੈਂ ਇਹ ਗੱਲ ਦਾ ਧਿਆਨ ਕਰਵਾਉਣਾ ਚਾਹਾਂਗੀ, ਜਿਸ ਤਰ੍ਹਾਂ ਅਸੀਂ ਬੱਲੀ ਜੀ ਦੀ ਵੀਡੀਓ ਦੇਖੀ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਬੱਚੇ ਪ੍ਰਾਇਮਰੀ ਸਕੂਲ ਦੇ ਵਿੱਚ ਕੁਝ ਨਹੀਂ ਪੜ੍ਹਦੇ। ਸਭ ਤੋਂ ਮੇਨ ਗੱਲ ਹੈ ਪੰਜਾਬੀ ਪੜ੍ਹਨ ਵਾਲੇ ਬੱਚਿਆਂ ਦੀ। ਦੇਖੋ ਅਸੀਂ ਝੂਠ ਨਹੀਂ ਬੋਲਦੇ, ਹਰ ਮਹੀਨੇ ਸਾਡੇ ਐਸਆਈ ਸਾਡੇ ਸਕੂਲਾਂ ਦੇ ਵਿੱਚ ਜਾਂਦੇ ਰਹੇ ਨੇ, ਉਹਨਾਂ ਦੀ ਰਿਪੋਰਟ ਪੰਜਾਬੀ ਅਕੈਡਮੀ ਦੇ ਵਿੱਚ ਆਂਦੀ ਰਹੀ ਹੈ। ਨੰਬਰ 2, ਜਦੋਂ ਕਰੋਨਾ ਹੋਇਆ ਹੈ ਉਸ ਦੇ ਵਿੱਚ ਵੀ ਅਗਰ ਇਹਨਾਂ ਨੇ ਅਪਾਇੰਟਮੈਂਟ ਸਾਨੂੰ ਖਾਲੀ ਬਿਠਾ ਕੇ ਨਹੀਂ ਦਿੱਤੀ, ਔਰ ਸਾਡੀ ਬਕਾਇਦਾ ਹਰ ਮਹੀਨੇ ਮੀਟਿੰਗ ਹੁੰਦੀ ਸੀ, ਉਹਦੇ ਵਿੱਚ ਅਸੀਂ ਸਾਰੀਆਂ ਭੈਣਾਂ ਆਪਣਾ ਜੋ ਵੀ ਬੱਚਿਆਂ ਨੂੰ ਅਸੀਂ ਕਰਵਾਉਂਦੇ ਸੀ ਪੂਰੀ ਡਿਟੇਲ ਦਿੱਤੀ ਜਾਂਦੀ ਸੀ, ਤੇ ਉਹ ਇੱਥੇ ਆ ਕੇ ਪੰਜਾਬੀ ਅਕੈਡਮੀ ਦੇ ਵਿੱਚ ਦਿੰਦੇ ਸੀ। ਠੀਕ ਹੈ, ਇਹ ਕੋਈ ਨਹੀਂ ਕਹਿ ਸਕਦਾ ਕਿ ਕਿਤੇ ਵੀ ਪੰਜਾਬੀ ਬੱਚੇ ਨਹੀਂ ਪੜ੍ਹਦੇ, ਸਭ ਸਕੂਲਾਂ ਦੇ ਵਿੱਚ ਇੰਨਾ ਅੱਛੇ ਬੱਚੇ ਪੜ੍ਹਦੇ ਨੇ, ਔਰ ਅਸੀਂ ਤੁਹਾਨੂੰ ਦਿਖਾ ਦੇਵਾਂਗੇ ਸਾਡੇ ਬੱਚਿਆਂ ਨੇ ਸਰਟੀਫਿਕੇਟ ਲਏ ਹੋਏ ਨੇ ਪੰਜਾਬੀ ਕਵਿਤਾਵਾਂ ਦੇ ਵਿੱਚ, ਪੰਜਾਬੀ ਅਕੈਡਮੀ ਦੇ ਵਿੱਚ ਆ ਕੇ 1st 2nd ਵੀ ਆਉਂਦੇ ਰਹੇ ਨੇ। ਇਹ ਨਹੀਂ ਹੈ ਕਿ ਚਾਹੇ ਉਹ ਬੱਚਾ ਸਰਦਾਰ ਹੈ ਜਾਂ ਬਿਹਾਰੀ ਹੈ ਜਾਂ ਪੰਜਾਬੀ ਹੈ, ਜਾਤ ਪਾਤ ਨੂੰ ਕੋਈ ਨਹੀਂ ਦੇਖਿਆ ਜਾਂਦਾ, ਜਾਤ ਪਾਤ ਦੀ ਕੋਈ ਗੱਲ ਨਹੀਂ ਹੈ। ਔਰ ਮੈਂ ਤੁਹਾਨੂੰ ਵਿਸ਼ਵਾਸ ਦਿਲਾਨੀ ਆ, ਤੁਸੀਂ ਕਿਸੇ ਵੀ ਸਕੂਲ ਦੇ ਵਿੱਚ ਜਾ ਕੇ ਦੇਖੋ, ਬੱਚਿਆਂ ਨੂੰ ਹਰ ਸਾਲ ਜਦੋਂ ਐਸਆਈ ਸਾਡੇ ਪੜ੍ਹਾਉਣ ਆਉਂਦੇ ਆ, ਕਿਆ ਉਹ ਦੇਖਦੇ ਆ, ਅਸੀਂ ਬਲੈਕ ਬੋਰਡ ਤੇ ਵੀ ਕੰਮ ਕਰਾਉਂਦੇ ਆ, ਬੱਚਿਆਂ ਤੋਂ ਸੁਣਿਆ ਵੀ ਜਾਂਦਾ, ਬੱਚੇ ਸਾਡੇ ਬਹੁਤ ਅੱਵਲ ਹੈ। ਔਰ ਉਹਨਾਂ ਦੇ ਹੁਣ ਵੀ ਫੋਨ ਆਉਂਦੇ ਰਹਿੰਦੇ ਨੇ, ਮੈਡਮ ਆਪ ਕਬ ਆ ਰਹੇ ਹੋ, ਕਬ ਪੜ੍ਹਾ ਰਹੇ ਹੋ। ਠੀਕ ਹੈ, ਔਰ ਤੁਸੀਂ ਸਾਡੇ ਜਾ ਕੇ ਪ੍ਰਿੰਸੀਪਲਾਂ ਨੂੰ ਪੁੱਛ ਸਕਦੇ ਹੋ, ਪੂਰੇ ਸਾਡੇ ਕੋਲ ਬੱਚਿਆਂ ਦੀ ਲਿਸਟ ਹੈ। ਇਹ ਨਹੀਂ ਹੈ ਕਿ 2-4 ਬੱਚੇ ਪੜ੍ਹਦੇ ਨੇ, ਬਹੁਤ ਅੱਛੇ ਬੱਚੇ ਨੇ, ਔਰ ਬੜੇ ਸਕੂਲਾਂ ਦੇ ਵਿੱਚ ਜਾਂਦੇ ਨੇ, ਬੱਚਿਆਂ ਨੂੰ ਉੱਥੇ ਇੰਨੀ ਪ੍ਰੇਜ਼ ਮਿਲਦੀ ਹੈ, ਬੱਚੇ ਨੂੰ ਪੁੱਛਿਆ ਜਾਂਦਾ ਕਿ ਤੁਹਾਨੂੰ ਕਿਹੜੀਆਂ ਟੀਚਰਾਂ ਪੜ੍ਹਾਉਂਦੀਆਂ ਨੇ, ਔਰ ਉੱਥੇ ਬੱਚੇ ਇੰਨਾ ਅੱਛਾ ਪਰਫਾਰਮੈਂਸ ਦਿੰਦੇ ਨੇ। ਹੁਣੇ ਮੈਂ ਹਲੇ ਜਾ ਨਹੀਂ ਰਹੀ, ਇੱਕ ਸੀਨੀਅਰ ਸਕੂਲ ਦੀ ਲੜਕੀ ਹੈ, ਉਹਦਾ ਮੇਰੇ ਕੋਲੇ ਫੋਨ ਆਇਆ, ਗੁਰੂ ਤੇਗ ਬਹਾਦਰ ਜੀ ਦੇ ਹਿੰਦ ਦੀ ਚਾਦਰ ਤੇ ਉਹਨੇ ਲਿਖਣਾ ਸੀ, ਮੈਂ ਉਹਨੂੰ ਘਰੇ ਬੈਠ ਕੇ ਬੱਚੇ ਨੂੰ ਦੱਸਿਆ, ਬੱਚੇ ਇੰਨਾ ਪਿਆਰ ਕਰਦੇ ਨੇ, ਔਰ ਹੁਣ ਵੀ ਉਹ ਕੁੜੀ ਦਾ ਮੇਰੇ ਕੋਲ ਮੈਸੇਜ ਹੈਗਾ। ਲੇਕਿਨ ਇਹ ਬਿਲਕੁਲ ਨਾ ਕਹਿ ਕੇ ਛੁਟਕਾਰਾ ਕਰਨ ਕਿ ਪੰਜਾਬੀ ਟੀਚਰਾਂ ਕੁਝ ਨਹੀਂ ਕਰਦੀਆਂ। ਠੀਕ ਹੈ, ਔਰ ਬਾਕੀ ਰਿਹਾ ਏਜ ਦੀ ਕੋਈ ਗੱਲ ਨਹੀਂ, 65 ਸਾਲ ਇਹਨਾਂ ਨੇ ਕੀਤੀ ਹੈ। ਸਾਡੇ ਵਿਚਾਰੇ ਜਿੰਨੇ ਵੀ ਇਹ ਪਰਿਵਾਰ ਨੇ, ਅਸੀਂ ਇਸ ਟਾਈਮ ਰੋਟੀ ਵੀ ਘਰੇ ਨਹੀਂ ਬਣਾ ਕੇ ਆਈਆਂ, ਅਸੀਂ ਇਕੱਲੀਆਂ ਨਹੀਂ ਭੁੱਖ ਨਾਲ ਤੜਫ ਰਹੀਆਂ, ਸਾਡੇ ਬੱਚੇ ਵੀ ਪਿੱਛੇ ਘਰੇ ਬੈਠੇ ਨੇ। ਠੀਕ ਹੈ, ਔਰ ਇੰਨੀ ਲੰਬੀ ਚੌੜੀ ਸੈਲਰੀ ਨਹੀਂ ਦੇ ਰਹੇ ਇਹ, ਜਿਹਦੇ ਨਾਲ ਸਾਡਾ ਇੰਨਾ ਸਾਰਾ ਗੁਜ਼ਾਰਾ ਹੋ ਜਾਵੇ। ਕੋਈ ਸਾਨੂੰ ਏਰੀਅਰ ਨਹੀਂ ਮਿਲੇ ਹੋਏ। ਠੀਕ ਹੈ, ਜੇ ਥੋੜਾ ਬਹੁਤ ਚਲੋ ਇਹਨਾਂ ਨੂੰ ਵਿਚਾਰਿਆਂ ਨੂੰ ਜੇ ਅਗਰ ਕਿਸੇ ਨੂੰ ਤੁਹਾਨੂੰ ਇੰਨਾ ਪੈਸਾ ਮਿਲਿਆ ਜਾਂਦਾ ਹੈ, ਕਿਆ ਵਿਚਾਰੀਆਂ ਇਹ ਟੀਚਰਾਂ ਨੇ, ਇੱਕ ਮਜ਼ਦੂਰ ਵੀ ਇੰਨੀ ਦਿਹਾੜੀ ਦੇ ਵਿੱਚ ਕੰਮ ਨਹੀਂ ਕਰਦਾ। ਠੀਕ ਹੈ, ਥੋੜਾ ਤੁਸੀਂ 2 ਘੰਟੇ ਤੁਹਾਡਾ ਕੰਮ ਹੈਗਾ, 2 ਘੰਟੇ ਲਈ ਤੁਸੀਂ ਸ਼ੋਰ ਜਦੋਂ ਮੈਂ ਨਹੀਂ ਕਹਿ ਰਿਹਾ, ਕੈਮਰੇ ਦੇ ਉੱਤੇ ਉਹਨਾਂ ਨੇ ਕਿਹਾ ਉਹ ਠੀਕ ਹੈ, ਲੇਕਿਨ ਮੇਰੇ ਕਹਿਣ ਦਾ ਮਤਲਬ ਹੈ ਜੋ ਸਾਡਾ ਪਾਰਟ ਟਾਈਮ ਹੈ, 3 ਘੰਟੇ ਦਾ ਸਾਡਾ ਟਾਈਮ ਹੈ, ਫਿਰ ਵੀ ਅਸੀਂ 3.5-4 ਘੰਟੇ ਉੱਥੇ ਲਗਾ ਕੇ ਆਉਂਦੇ ਹਾਂ। ਔਰ ਸਕੂਲ ਦੇ ਵਿੱਚ ਵੀ ਅਗਰ ਸਾਨੂੰ ਕੁਝ ਕਿਹਾ ਜਾਂਦਾ ਹੈ ਕਿ ਇਹ ਕੰਮ ਕਰਨਾ ਹੈ, ਤਾਂ ਅਸੀਂ ਉਹ ਵੀ ਉਹਨਾਂ ਦੇ ਵੀ ਕੰਮ ਕਰਦੇ ਹਾਂ। ਠੀਕ ਹੈ, ਔਰ ਮੈਂ ਬੱਲੀ ਸਾਹਿਬ ਦੇ ਕੋਲ ਸਾਰੀਆਂ ਟੀਚਰਾਂ ਵੱਲੋਂ ਇਹੀ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਤੁਸੀਂ ਕਿਸੇ ਦਾ ਵੀ ਨਾਮ ਨਾ ਲਗਾਓ ਕਿ ਐਮਸੀਡੀ ਕੋਲੇ ਜਾਏਗਾ ਜਾਂ ਇਹ ਜਾਏਗਾ, ਹਮੇਸ਼ਾ ਸਾਨੂੰ ਇੱਥੇ ਤੋਂ ਅਪਾਇੰਟਮੈਂਟ ਮਿਲਦੀ ਹੈ। ठीक है, और यह बिल्कुल बेकार है कि हमारा अपॉइंटमेंट लेटर ये दिंदे ने और साइन सिर्फ प्रिंसीपल एक अक्षर नहीं पुछदी, अखा मीच के साइन कर देंगे ने कि हाँ जी हर साल आंदियां ने। ठीक है, पूरिया लिस्टां ने, पूरे बच्चे पढ़ते हैं। हुण जे ये आए कहणगे जी असीं जद तक करोना खत्म नहीं होएगा तद तक नहीं लगावांगे, जदों वो बच्चे साडे नाल लिंक टुट जाऊगा,
ਹੈ ਔਰ ਬਾਕੀ ਟੀਚਰਾਂ ਕਿ ਪੜ੍ਹਾ ਨਹੀਂ ਰਹੀਆਂ ਉਹਨਾਂ ਦੀ ਤਾਂ 80 ਹਜ਼ਾਰ ਹੈ। ਅਸੀਂ ਤਾਂ ਆਪਣਾ ਇੰਨਾ ਟਾਈਮ ਦੇ ਕੇ ਘਰੋਂ ਕੱਢ ਕੇ ਜਾਂਦੇ ਆ ਕਿ ਅਸੀਂ ਟੀਚਰ ਨਹੀਂ ਆ। ਬਹੁਤ ਗਲਤ ਗੱਲ ਹੈ। ਬਿਲਕੁਲ ਰਿਕੁਐਸਟ ਕਰਾਂਗੇ ਕਿ ਸਾਡੀ ਇਹ ਪੁਕਾਰ ਸੁਣੀ ਜਾਵੇ ਸਾਰੀਆਂ ਭੈਣਾਂ ਦੀ। ਅਸੀਂ ਹੁਣ ਵੀ ਆਨੇ ਆ, ਕਿਰਾਏ ਲਗਾ ਕੇ ਆਨੇ ਆ, ਪਤਾ ਨਹੀਂ ਕੋਈ ਕਿਸ ਤਰ੍ਹਾਂ ਦੀ ਜੇਬ ਦੇ ਵਿੱਚੋਂ ਪੈਸੇ ਕੱਢਦਾ ਹੈ। ਠੀਕ ਹੈ, ਅਸੀਂ ਕਿੰਨੇ ਚੱਕਰ ਲਗਾਵਾਂਗੇ, ਸਾਡੇ ਨਾਲ ਕੋਈ ਆਂਦਾ ਨਹੀਂ ਹੈ, ਸਾਡੇ ਨਾਲ ਕੋਈ ਜਾਂਦਾ ਨਹੀਂ ਹੈ। ਅਸੀਂ ਭੈਣ ਜੀ ਮੈਂ ਮਾਫੀ ਚਾਹਨਾ, ਮੈਂ ਤੁਹਾਨੂੰ ਰੋਕ ਰਿਹਾ ਹੈਗਾ। ਆਪਾਂ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਭਰਾ ਸਾਡੇ ਨਾਲ ਹੋ, ਪਰ ਇਹ ਵੀ ਅਗਰ ਸਾਡੇ ਇਸ ਪੁਕਾਰ ਸੁਣਨ। ਕੇਜਰੀਵਾਲ ਜੀ ਨੇ ਬਹੁਤ ਅੱਛੇ ਕੰਮ ਕਰੇ ਨੇ, ਕੀ ਫਰਕ ਪੈਂਦਾ ਵਿਚਾਰੇ ਇਹਨਾਂ ਨੂੰ, ਗਰੀਬਾਂ ਨੂੰ। ਵੈਸੇ ਤੁਸੀਂ ਲੰਗਰ ਲਗਾਉਂਦੇ ਹੋ, ਰੋਟੀਆਂ ਦਿੰਦੇ ਹੋ, क्या साडी रोटी साडे परिवारों की छीन लोगे? बिल्कुल है, नाराजगी बहुत वड्डी नाराजगी है और बकायदा टीचर की नाराजगी ਨੂੰ ਆਪਾਂ ਐਕਸਕਲੂਸਿਵ TV 84 ਦੇ ਪਲੇਟਫਾਰਮ ਦੇ ਉੱਤੇ ਕਵਰ ਕਰ ਰਹੇ ਹਾਂ। ਇਹ ਸਾਰੀ ਗੱਲਬਾਤ ਜਾਰੀ ਰਹੇਗੀ ਕਿਉਂਕਿ ਪਾਰਕਿੰਗ ਦੀ ਸਮੱਸਿਆ ਆ ਗਈ ਔਨ ਰਿਕਾਰਡ ਮੈਂ ਕਹਾਂ ਤੇ ਆਪਾਂ ਥੋੜੀ ਦੇਰ ਬਾਅਦ ਦੁਬਾਰਾ ਟੀਚਰਾਂ ਦੇ ਨਾਲ ਸੰਗਤ ਜੀ ਆਪਾਂ ਦੁਬਾਰਾ ਜੁੜ ਚੁੱਕੇ ਹੈਗੇ ਆ ਕਿਉਂਕਿ ਜਿਹੜੀ ਨਾਰਾਜ਼ਗੀ ਹੈ ਉਹ ਵੱਧ ਰਹੀ ਹੈਗੀ ਹੈ। ਬੇਸ਼ੱਕ ਬੱਲੀ ਜੀ ਨੇ ਆਪਣਾ ਸਪਸ਼ਟੀਕਰਨ ਜੋ ਦਿੱਤਾ ਹੈਗਾ ਇੰਟਰਵਿਊ ਦੇ ਅੰਦਰ ਉਹ ਆਪਾਂ ਸਾਰਾ ਵਿਊਅਰਸ ਨਾਲ ਦਿਖਾ ਚੁੱਕੇ ਆ, ਮਗਰ ਪੂਰੇ ਵਰਲਡ 'ਚ ਬੈਠੇ ਹੋਏ ਸਿੱਖਾਂ ਨੂੰ ਉਹ ਜਿਹੜੇ ਪੰਜਾਬੀ ਨਾਮ ਲੈਵਾ ਨੇ ਆਪਾਂ ਉਹਨਾਂ ਨੂੰ ਹਕੀਕਤ ਦਿਖਾ ਰਹੇ ਹੈਗੇ ਆ ਕਿ ਕੇਜਰੀਵਾਲ ਸਰਕਾਰ ਜਿਹੜੀ ਇਸ ਵੇਲੇ ਦਿੱਲੀ ਤੋਂ ਬਾਅਦ ਪੰਜਾਬ ਦੇ ਅੰਦਰ ਉੱਤਰਾਖੰਡ ਦੇ ਅੰਦਰ ਸੁਪਨੇ ਦੇਖ ਰਹੀ ਹੈਗੀ ਕਿ ਉਹ ਦੁਬਾਰਾ ਸਰਕਾਰ ਬਣਾ ਸਕੇ, ਮਗਰ ਕੀ ਆਪਣੀ ਬਣੀ ਹੋਈ ਦਿੱਲੀ ਸਰਕਾਰ ਦੇ ਅੰਦਰ ਉਹ ਪੰਜਾਬੀ ਦੇ ਨਾਲ ਮਤਰੇਆ ਰਵੱਈਆ ਨਹੀਂ ਅਪਣਾ ਰਹੀ ਹੈਗੀ। ਸਾਰੀ ਗੱਲਬਾਤ ਦੁਬਾਰਾ ਕਰਨਾ। ਭੈਣ ਜੀ ਕੀ ਕਹਿਣਾ ਤੁਹਾਡਾ? ਵੀਰ ਜੀ ਮੈਂ ਕਹਿ ਰਹੀ ਸੀ, ਮੈਂ ਉਹਨਾਂ ਦੀ ਨਿਊਜ਼ ਸੁਣੀ ਸੀਗੀ, ਉਹਨਾਂ ਦੇ ਵਿਊਜ਼ ਸੁਣੇ ਸੀਗੇ, ਪਰ ਆਪਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਵੀ ਉਹਨਾਂ ਨੇ ਕਿਹਾ ਕਿ MCD ਅਗਰ ਸਾਨੂੰ ਕਹੇਗੀ ਉਹ ਸਾਡੇ ਦੀ ਰਿਕੁਆਇਰਮੈਂਟ ਮੰਗਦੀ ਹੈ ਅਸੀਂ ਤਾਂ ਭੇਜਦੇ ਹਾਂ ਪੰਜਾਬੀ ਟੀਚਰ। ਬਿਲਕੁਲ ਨਹੀਂ ਹੈ ਇਹ ਗੱਲ। ਅਸੀਂ ਆਪਣਾ ਵੀ ਸਾਈਨ ਕਰਾ ਕੇ ਆ ਕੇ ਦਿੰਦੇ ਹੁੰਦੇ ਆ ਇਹਨਾਂ ਨੂੰ, ਬੱਚੇ ਸਾਡੇ ਐਨੇ ਨੇ, ਇਹ ਬੱਚੇ ਆਏ ਹੋਏ ਨੇ ਜੀ, ਅਸੀਂ HM ਤੋਂ ਸਾਈਨ ਕਰਾਈ ਦੇ ਨੇ, ਆ ਕੇ ਦੇ ਦੇਈਦੇ ਨੇ। ਅੱਛਾ ਜੇ ਇਹ ਵੀ ਗੱਲ ਕਰਦੇ ਨੇ ਜੇ 60 ਸਾਲ ਤੋਂ ਪਹਿਲੇ ਵਾਲੀਆਂ ਟੀਚਰਾਂ ਵਾਸਤੇ ਅਗਰ ਆਰਡਰ ਆ ਗਿਆ ਤੇ ਬਾਕੀ ਸਾਡੇ ਵਾਸਤੇ ਆਰਡਰ ਨਹੀਂ ਆਇਆ। ਸਾਡੇ ਵਾਸਤੇ ਵੀ ਤਾਂ ਉਹੀ ਆਰਡਰ ਹੈ ਜਿਹੜਾ 60 ਸਾਲ ਤੋਂ ਘੱਟ ਵਾਲਿਆਂ ਦਾ ਹੈ ਕਿ 65 ਸਾਲੇ ਵਾਲਿਆਂ ਦਾ ਆਰਡਰ ਨਵਾਂ ਕੱਢਣਗੇ, ਕੋਈ ਕਾਰਪੋਰੇਸ਼ਨ ਵਾਲੇ ਸਾਨੂੰ ਦੇਣਗੇ। ਜੇ ਇਹਨਾਂ ਕੋਲ ਆ ਗਿਆ ਇਹਨਾਂ ਦੀ ਗੱਲ। ਤੁਹਾਡੇ ਵੱਲੋਂ ਜੋ ਕੇਸ ਫਾਈਲ ਕੀਤਾ ਗਿਆ ਤੁਸੀਂ MCD ਨੂੰ ਵੀ ਇੱਕ ਧਿਰ ਬਣਾ ਦਿੱਤਾ, ਇਸ ਕਰਕੇ MCD ਦੇ ਹੈੱਡ ਕੋਲੋਂ ਹੀ ਆਪਾਂ ਨੂੰ ਔਨ ਪੇਪਰ ਸਾਰਾ ਜਿਹੜੇ ਜਵਾਬ ਹੈਗੇ ਨੇ ਉਹ ਲਵਾਂਗੇ। ਜਿਸ ਵੇਲੇ ਉਹ ਲੈਟਰ ਆਏਗਾ ਉਸ ਤੋਂ ਬਾਅਦ ਹੀ ਤੁਹਾਡੇ ਨਾਲ ਗੱਲ ਕੀਤੀ ਜਾਏਗੀ। ਦੇਖੋ ਵੀਰ ਜੀ ਹੁਣ ਅਸੀਂ ਇਹ ਤਾਂ ਗੱਲ ਨਹੀਂ ਕਰ ਸਕਦੇ ਇਹਨਾਂ ਨਾਲ ਵੀ ਕਿਉਂਕਿ ਸਾਰੀਆਂ ਟੀਚਰਾਂ ਤਾਂ ਹੈ ਨਹੀਂ ਉਸ ਉਹਦੇ ਅੰਡਰ ਹਾਂ ਕੇਸ ਵੱਲ। ਤੇ ਬਾਕੀ ਜਿਹੜੇ ਇਹਨਾਂ ਨੇ ਇਹ ਗੱਲ ਤਾਂ ਪਹਿਲੇ ਕਦੇ ਕਹੀ ਨਹੀਂ, ਇਹ ਗੱਲ ਤਾਂ ਇਹਨਾਂ ਨੇ ਪਹਿਲੇ ਕਹੀ ਨਹੀਂ ਕਿ ਵੀ ਇਹ ਗੱਲ ਐਵੇਂ ਹੈਗੀ। ਅੱਜ ਇਹ ਗੱਲ ਕਰ ਰਹੇ ਨੇ, ਅੱਜ 7 ਸਾਲ ਤੋਂ ਕੇਸ ਚੱਲ ਰਿਹਾ, ਅੱਜ ਤੋਂ ਥੋੜਾ ਚੱਲ ਰਿਹਾ, 7 ਸਾਲ ਤੋਂ ਕੇਸ। ਸਵਾਲ ਫਿਰ ਘੁੰਮ ਫਿਰ ਕੇ ਉੱਥੇ ਹੀ ਆਂਦਾ ਕਿ ਹੁਣੇ ਹੀ ਉਹਨਾਂ ਨੂੰ ਕਿਉਂ ਤੁਹਾਡੇ ਸਾਰੇ ਤੋਂ ਪਰੇਸ਼ਾਨੀ ਹੋ ਗਈ, ਕਰੋਨਾ ਕਾਲ ਕਰਕੇ ਜਾਂ ਤੁਹਾਡੀ ਕੋਈ ਨਾਰਾਜ਼ਗੀ ਉਹਨਾਂ ਦੇ ਨਾਲ? ਨਹੀਂ ਜੀ ਹੋ ਸਕਦਾ ਸਾਡੀ ਨਾ, ਸਾਨੂੰ ਕੋਈ ਨਾਰਾਜ਼ਗੀ ਨਹੀਂ ਉਹਨਾਂ ਤੋਂ, ਉਹਨਾਂ ਨੂੰ ਵੀ ਨਹੀਂ ਹੋਣੀ ਚਾਹੀਦੀ। ਬਾਕੀ ਉਹਨਾਂ ਦੀ ਥਿੰਕਿੰਗ ਅਸੀਂ ਕੁਝ ਕਰ ਨਹੀਂ ਸਕਦੇ, ਜੋ ਵੀ ਹੈ ਉਹਨਾਂ ਦੀ ਥਿੰਕਿੰਗ ਉਹਦਾ ਆਪ ਹੀ ਕਰਨਗੇ। ਕੀ ਮੋਟੋ ਉਹਨਾਂ ਨੇ ਬਣਾਇਆ ਹੋਇਆ ਸਾਡੇ ਵਾਸਤੇ। ਬਿਲਕੁਲ ਬਿਲਕੁਲ ਜਿਸ ਤਰੀਕੇ ਦੇ ਨਾਲ ਲੱਗਦਾ ਹੈ ਕਿ ਵੀ ਸਾਨੂੰ ਤਾਂ ਐਵੇਂ ਲੱਗਦਾ ਕਿ ਸਾਨੂੰ ਬਾਹਰ ਕੱਢਣ ਵਾਸਤੇ ਉਹਨਾਂ ਨੇ ਕੋਈ ਨਾ ਕੋਈ ਉਪਰਾਲਾ ਕਰ ਰਹੇ ਨੇ। ਨਹੀਂ ਤਾਂ ਸਾਨੂੰ ਅਪ੍ਰੈਲ ਦੀ ਸਾਡੀ ਸੈਲਰੀ ਗਈ ਕਿਉਂਕਿ ਇਹਨਾਂ ਨੇ ਜਲਦੀ ਛੁੱਟੀਆਂ ਕਰਤੀਆਂ। ਮਈ ਦੀ ਸੈਲਰੀ ਸਾਡੀ ਗਈ, ਅੱਜ ਸਾਨੂੰ 6 ਮਹੀਨੇ ਤੋਂ ਉੱਪਰ ਹੋ ਗਏ, ਅਸੀਂ ਘਰ ਬੈਠੇ ਹਾਂ ਸਮਝੋ। ਬਿਲकुल ਭੈਣ ਜੀ ਤੁਹਾਡਾ ਕੀ ਕਹਿਣਾ ਹੈ ਜੀ? ਦੱਸੋ। मेरा ये कहना है कि ठीक है इन्होंने बिल्कुल साड़ी जो मेहनत सी साडा जो ताज सी सिर दा उन्होंने मिट्टी च रोलता है कि तुसी टीचर नहीं हो। ठीक है मैं कहनी नहीं टीचर ना 60 साल तुसी बाहर कढ़ने ना साड़ा 32 साल का जो 35 साल का एरियर दो तो असी बाहर हो जाने कम से कम के साथ साढ़े बुढ़ापे का कुछ तो सारा बने, कम से उधर गुजारा तो कर लिए ना अपना। कम से बुढ़ापे ਦੇ ਵਿੱਚ ਅਸੀਂ ਕਮ ਸੇ ਕੁਝ ਇੱਜ਼ਤ ਲੈ ਕੇ ਸਾਈਡ ਤੇ ਹੋਈਏ ਕਿਉਂਕਿ 6000 ਦੀ ਨੌਕਰੀ 500 ਰੁਪਏ ਤੋਂ ਸ਼ੁਰੂ ਕੀਤੀ ਹੈ ਤੇ ਅੱਜ ਤੱਕ ਅਸੀਂ ਇਹਨਾਂ ਨੇ ਬਿਲਕੁਲ ਹੀ ਸਾਨੂੰ ਮਤਲਬ ਇੱਕਦਮ ਪੈਰਾਂ 'ਚ ਰੋਲ ਦਿੱਤਾ ਕਿ ਮੈਂ ਟੀਚਰ ਹੀ ਨਹੀਂ ਹੈ। 10 ਮਹੀਨੇ ਦੇ ਕੰਟਰੈਕਟ ਹੈ ਜੀ, ਜੋ ਵੀ ਸੀ ਅਸੀਂ ਤੇ ਤੁਸੀਂ ਜਿਹੜਾ ਸਾਨੂੰ ਤਾਜ ਪਹਿਨਾਣਾ ਸੀ ਅਸੀਂ ਉਹ ਤਾਜ ਪਹਿਨ ਲਿਆ ਸਾਡੇ ਸਿਰ ਤੇ। ਠੀਕ ਹੈ ਬਸ ਇਸ ਤੋਂ ਵੱਡੀ ਸਾਡੀ ਬੇਇੱਜ਼ਤੀ ਹੋਰ ਹੋ ਨਹੀਂ ਸਕਦੀ। ਸਾਡਾ ਏਰੀਅਰ ਦਿਓ ਤੇ ਅਸੀਂ ਆਪਣੇ ਘਰਾਂ 'ਚ ਬੈਠ ਜਾਈਏ, ਬਸ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਹੁਣ ਬਸ ਸਾਡੀ ਇਹੀ ਰਿਕੁਐਸਟ ਇਹਨਾਂ ਦੇ ਅੱਗੇ ਅਗਰ सुनते क्योंकि इन्होंने को ग्रांट की कमी नहीं है। इन्होंने खुद बोलिया साढ़े को ग्रांट है तो अगर ग्रांट है तो टीचरों को एरियर देन बस। ਸਾਨੂੰ ਇੱਕ ਨਿੱਕਾ ਪੈਸਾ ਨਹੀਂ ਦਿੱਤਾ ਸਾਡੇ ਲਈ। ਕਹਿੰਦੇ ਜੀ ਜਿਹੜੇ ਕੇਸ ਪਾਣਗੇ ਉਹੀ ਟੀਚਰ ਲੈਣਗੇ, ਜਿਹੜੇ ਜੋ ਵਿਚਾਰੇ ਸ਼ਰੀਫ ਹੈ ਜਿਨ੍ਹਾਂ ਨੇ ਕੋਰਟ ਦੇਖੀ ਨਹੀਂ ਹੈ, ਸਾਨੂੰ ਪਤਾ ਨਹੀਂ ਕਿੱਥੇ ਜਾਣਾ, ਕਿਹੜਾ ਵਕੀਲ ਕਰਨਾ ਨਹੀਂ ਕਰਨਾ, ਤੇ ਜਿਹੜਾ ਜਿੰਨੀ ਸਾਡੀ ਸੈਲਰੀ ਆ ਉਹਦੇ ਮੁਤਾਬਿਕ ਜਿੰਨਾ ਏਰੀਅਲ ਬਣਦਾ ਸਾਡਾ, ਅਸੀਂ ਕੋਈ ਇਹ ਥੋੜਾ ਕਹਿੰਦੇ ਕਿ ਸਾਨੂੰ ਲੱਖਾਂ ਕਰੋੜਾਂ ਦਿਓ, ਜੋ ਸਾਡਾ ਬਣਦਾ ਮਿਹਨਤ ਉਹ ਸਾਨੂੰ ਦਿਓ। ਔਰ ਅਗਰ 5 ਸਾਲ ਦੇਣੇ ਆ ਤੇ ਦੇ ਦਿਓ, ਜੇ ਨਹੀਂ ਦੇਣੇ ਤੇ ਤਾਂ ਵੀ ਸਾਹਮਣੇ ਆ ਕੇ ਗੱਲ ਤਾਂ ਕਰਨ ਨਾ। ਸਾਹਮਣੇ ਆ ਕੇ ਬੰਦਾ ਉਹੀ ਸੱਚਾ ਹੁੰਦਾ ਜਿਹੜਾ ਕਿ 4 ਬੰਦਿਆਂ 'ਚ ਗੱਲ ਕਰ ਸਕੇ ਹੈ।
ਨਹੀਂ ਨਹੀਂ, ਜਦ ਤੁਸੀਂ ਇੰਟਰਵਿਊ 'ਚ ਝੂਠ ਬੋਲਦੇ ਹੋ ਫਿਰ ਝੂਠ ਅੱਗੇ ਸਾਰੇ ਪ੍ਰੂਫ ਹੈ ਗਿਆ, ਫਿਰ ਉਹਨਾਂ ਦਾ ਜਵਾਬ ਦੇਣ ਵਾਸਤੇ ਵੀ ਤਾਂ ਤੁਸੀਂ ਸਭ ਅਸੀਂ ਕੋਈ ਹੋਊਏ ਥੋੜਾ ਜਿਹੜਾ ਖਾ ਜਾਵਾਂਗੇ ਜਾਂ ਉਹਨਾਂ ਨੂੰ ਮਾਰ ਦੇਵਾਂਗੇ। ਤੁਹਾਨੂੰ ਲੱਗਦਾ ਨਹੀਂ ਤੁਹਾਡੇ ਸਾਰੇ ਟੀਚਰ ਨੂੰ ਮਿਲ ਕੇ ਇੱਕ ਵਾਰ ਬੱਲੀ ਸਾਹਿਬ ਦੇ ਨਾਲ ਮਿਲਣਾ ਚਾਹੀਦਾ, ਬਾਈ ਫੇਸ ਗੱਲ ਕਰ ਮਿਲਣਾ ਚਾਹੀਦਾ ਸੋ ਵੈਸੇ ਕਹਿੰਦੇ ਆਉਣ ਜਾਂ ਸਾਨੂੰ ਉੱਪਰ ਬੁਲਾ ਲੈਣ ਜਾਂ ਨੀਚੇ ਆ ਜਾਣ। ਅਸੀਂ ਇਸ ਲਈ ਤਾਂ ਆਏ ਹਾਂ, ਅਸੀਂ ਕਿਉਂ ਹੋਰ ਕਾਹਦੇ ਵਾਸਤੇ ਆਏ ਹਾਂ ਇੱਥੇ? ਕੋਈ ਅਸੀਂ ਆਟੋ ਤੇ 200 ਰੁਪਇਆ ਖਰਚ ਕਰਕੇ ਆਏ, 400 ਰੁਪਇਆ ਲੱਗ ਗਿਆ। 400 ਰੁਪਏ 'ਚ ਅਸੀਂ ਘਰ ਦੀ ਸਬਜ਼ੀ ਨਹੀਂ ਲਿਆ ਸਕਦੇ, ਦੁੱਧ ਨਹੀਂ ਲਿਆ ਸਕਦੇ, ਧੱਕੇ ਖਾਣੇ ਅਸੀਂ। ਉਹਦੇ ਚ ਬੈਠੇ ਹੋਏ ਮੈਂ ਆਟੋ 'ਚ ਹੀ 11:30 ਦੀ ਵਿੱਚ ਚੱਲੀ ਆ। ਉਹ ਕਹਿੰਦੇ ਸਾਡੇ ਕੋਲ ਪੈਸਾ ਬੜਾ, ਜਿਹੜੇ ਰੋਂਦੇ ਉਹਨਾਂ ਦੇ ਤੋਂ ਤੁਸੀਂ ਹੰਝੂ ਪੂੰਝ ਨਹੀਂ ਸਕਦੇ। ਪੈਸੇ ਨੂੰ ਕੀ ਕਰਨਾ? ਪੈਸਾ ਦੇ ਦਾ ਮਤਲਬ ਇਹੀ ਹੋਇਆ ਨਾ ਵੀ ਪੈਸਾ ਹੈ। ਨੇ ਕਿਹਾ ਨਾ, सिसोदिया जी ने किया है कि 10 करोड़ ਦਿੱਤਾ ਇਹਨਾਂ ਨੂੰ। सिसोदिया जी कह रहे ਨੇ, ਬੱਲੀ ਜੀ ਨੇ ਕਿਹਾ सिसोदिया जी ने ਸਾਨੂੰ 10 ਕਰੋੜ ਦਿੱਤਾ ਹੈ। ਉਹ ਕਹਿੰਦੇ ਨੇ ਹੋਰ ਜ਼ਰੂਰਤ ਹੋਏ ਤੇ ਹੋਰ ਵੀ ਲੈ ਲਓ। ਉਹ ਲੁਟਾਈ ਜਾ ਰਹੇ ਨੇ 6,500 ਵਾਸਤੇ। ਤੁਸੀਂ ਉਹ ਕਰ ਰਹੇ ਹੋ ਜੀ, ਪੈਸਾ ਨਹੀਂ ਹੈ, ਪੈਸਾ ਨਹੀਂ ਹੈ, ਤਨਖਾਹ ਨਹੀਂ ਹੈ। 100 ਟੀਚਰਾਂ ਦਾ ਕਿੰਨਾ 6500 6,500 ਦੇ ਹਿਸਾਬ ਨਾਲ ਰੋਜ਼ ਦੇ ਕਿੰਨੇ ਬਣਦੇ ਆ? ਤੁਸੀਂ ਦੇਖੋ, ਤੁਸੀਂ ਹਿਸਾਬ ਲਗਾਓ ਤੇ ਕਿੰਨਾ ਇੱਕ ਬੰਦੇ ਦਾ ਕਿੰਨਾ ਖਰਚਾ ਹੋਏਗਾ। ਜਿਹੜਾ ਬਾਹਰ ਨਿਕਲੇਗਾ ਉਹ ਕੱਪੜਾ ਵੀ ਸਹੀ ਪਾਏਗਾ, ਹਨਾ, ਆਣ ਜਾਣ ਦਾ ਰਿਕਸ਼ਾ ਵੀ ਕਰੇਗਾ ਜਿਹੜੇ ਜਿਨ੍ਹਾਂ ਕੋਲ ਨਹੀਂ ਚੱਲਿਆ ਜਾਂਦਾ। ਤੇ ਕਦੀ ਸੋਚਣਾ ਚਾਹੀਦਾ ਨਾ, ਤੁਸੀਂ 2-2 ਲੱਖ ਰੁਪਇਆ ਤਨਖਾਹ ਲੈ ਰਹੇ ਹੋ ਤੇ ਤੁਹਾਡੇ ਕੋਲ 6500 ਰੁਪਇਆ ਨਹੀਂ ਨਿਕਲ ਰਿਹਾ। ਕਮਾਲ ਦੀ ਗੱਲ ਆ। ਜੀ ਉਹਨਾਂ ਨੇ ਤੇ ਕਿਹਾ ਹੈਗਾ ਕਿ ਤਨਖਾਹ ਦਾ ਤੇ ਕੋਈ ਮਸਲਾ ਹੀ ਨਹੀਂ ਹੈਗਾ, ਫੰਡ ਦਾ ਤਾਂ ਕੋਈ ਮਸਲਾ ਨਹੀਂ। ਉਹ ਕਹਿੰਦੇ ਨੇ ਸਕੂਲ ਖੁੱਲਣਗੇ ਤੇ ਤਦ ਹੀ ਤੁਹਾਨੂੰ ਨਹੀਂ, ਸਾਡੇ ਸਾਹਮਣੇ ਆ ਕੇ ਸਾਨੂੰ ਇੱਕ ਵਾਰੀ ਕਹਿ ਦੇਣ। ਰਜਿੰਦਰ ਜੀ ਕੋਲ ਜਦੋਂ ਆਪਾਂ ਗਏ ਸੀਗੇ, ਫਸਟ ਮੀਟਿੰਗ ਹੋਈ ਸੀ, ਉਹਨਾਂ ਨੇ ਕਿਹਾ ਸੀ ਮੇਰੇ ਕੋਲ ਕੋਈ ਪੈਸਾ ਨਹੀਂ ਹੈ। ਇੰਟਰਵਿਊ ਤੇ ਬੱਲੀ ਸਾਹਿਬ ਨੇ ਔਨ ਕੈਮਰਾ ਕਹਿਤਾ ਕਿ 10 ਕਰੋੜ ਦਾ ਫੰਡ ਹੈ। ਉਹਨਾਂ ਨੇ ਵੀ ਤਾਂ ਕੈਮਰੇ ਤੇ ਹੀ ਕਿਹਾ ਸੀਗਾ। ਉਹਨਾਂ ਨੇ ਵੀ ਤਾਂ ਕੈਮਰੇ ਤੇ ਹੀ ਕਿਹਾ ਸੀਗਾ ਕਿ ਵੀ ਸਾਡੇ ਕੋਲ ਪੈਸਾ ਨਹੀਂ ਹੈ ਜੀ ਦੇਣ ਵਾਸਤੇ। ਹੁਣ ਅਸੀਂ ਤਾਂ ਇਹਨਾਂ ਦੀ ਸੱਚ ਝੂਠ ਨੂੰ ਅਸੀਂ ਮੰਨ ਨਹੀਂ ਸਕਦੇ ਵੀ ਇਹਨਾਂ ਦੇ ਅੰਦਰ ਕੀ ਹੈ। ਸਾਨੂੰ ਜੇ ਕੱਢਣਾ ਚਾਹੁੰਦੇ ਨੇ ਸਿੱਧਾ ਕਹਿ ਦੇਣ ਵੀ ਅੱਗੇ ਤੋਂ ਵਾਰ-ਵਾਰ ਅਸੀਂ ਆਵਾਂਗੇ ਨਹੀਂ ਇਹਨਾਂ ਕੋਲ ਵੀ ਅਸੀਂ ਨਹੀਂ ਰੱਖਣਾ। ਬਸ ਜਿਹੜੇ 5 ਸਾਲ ਹੀ ਮੰਗ ਰਹੇ ਆ, ਕੋਈ ਉਹਨਾਂ ਦੀ ਜਾਨ ਤਾਂ ਨਹੀਂ ਮੰਗ ਰਹੇ। ਕੀ ਹੁੰਦਾ? ਕਿਸੇ ਦੇ 5 ਸਾਲ ਆ, ਕਿਸੇ ਦੇ 2 ਸਾਲ ਆ, ਕਿਸੇ ਦੇ 3 ਸਾਲ ਆ, ਕੋਈ ਜ਼ਿਆਦਾ ਤਾਂ ਨਹੀਂ ਮੰਗ ਰਹੇ। ਜਦੋਂ 65 ਸਾਲ ਦੇ ਹੋ ਜਾਵਾਂਗੇ ਅਸੀਂ ਆਪੇ ਬੈਠ ਜਾਵਾਂਗੇ ਘਰ, ਵੀ ਪਤਾ ਕਿ ਸਾਡੇ 'ਚ ਹੁਣ ਸਾਡੇ 'ਚ ਜਾਨ ਨਹੀਂ ਹੈਗੀ। और ਜਿਹੜੇ ਬੱਚਿਆਂ ਦੇ ਫੋਨ ਆਦੇ ਉਹਨਾਂ ਨੂੰ ਕੀ ਜਵਾਬ ਦਈਏ? ਮੈਡਮ ਆਪ ਸਕੂਲ ਨਹੀਂ ਆ ਰਹੇ ਹੋ, ਹमें काम नहीं भेज रहे हो, है ना। ਤੇ ਆਨਲਾਈਨ ਤੇ ਬੱਚੇ ਵੀ ਹੈਗੇ ਆ, ਬੱਚੇ ਘਰ ਵੀ ਆ ਜਾਂਦੇ ਆ ਕਈ ਵਾਰੀ। ਹੁਣ ਅਸੀਂ ਕਹਿੰਦੇ ਗੁਰਦੁਆਰੇ ਤੁਸੀਂ ਇਕੱਠੇ ਕਰ ਲਓ ਬੱਚੇ, ਜਿਹੜੇ ਸਕੂਲਾਂ ਦੇ ਵਿੱਚ ਸਾਨੂੰ ਬੱਚੇ ਮਿਲ ਰਹੇ ਆ ਉਹ ਨਾ ਅਸੀਂ ਪੜ੍ਹਾਈਏ, ਗੁਰਦੁਆਰੇ ਜਾ ਕੇ ਧੱਕੇ ਖਾਈਏ। ਕਾਹਦੇ ਵਾਸਤੇ? ਹੁਣ ਸਾਡੀ ਉਮਰ ਹੈ ਕਿ ਅਸੀਂ ਥੱਲੇ ਬੈਠ ਕੇ ਪੜ੍ਹਾਈਏ? ਗੁਰਦੁਆਰੇ ਵਾਲੇ ਸਾਨੂੰ ਕੋਈ ਕੁਰਸੀ ਦੇਣਗੇ? ਜਦ ਐਮਸੀਡੀ ਨੂੰ ਕੋਈ ਇਤਰਾਜ਼ ਨਹੀਂ ਹੈਗਾ, ਸਾਨੂੰ ਪ੍ਰਿੰਸੀਪਲ ਨੂੰ ਕੋਈ ਇਤਰਾਜ਼ ਨਹੀਂ ਹੈਗਾ, ਉਹ ਸਾਨੂੰ ਕਹਿ ਰਹੇ ਆ ਕਿ ਤੁਸੀਂ ਸਾਡੀ ਕੋਈ ਹੈਲਪ ਚਾਹੀਦੀ, ਤੁਸੀਂ ਅਸੀਂ ਤੁਹਾਡੇ ਲਈ ਤਿਆਰ ਹੈਗੇ ਆ। ਤੇ ਲੇਕਿਨ ਇਹਨਾਂ ਨੂੰ ਫਿਰ ਕੀ ਇਤਰਾਜ਼ ਆ? ਡਿਮਾਂਡ ਲੈਟਰ ਜਿਸ ਤਰ੍ਹਾਂ ਅਸੀਂ ਸ਼ੁਰੂ ਕੀਤਾ ਸੀ, ਅੱਜ ਤੱਕ ਮੈਨੂੰ ਯਾਦ ਆ ਘਰ ਘਰ ਜਾ ਕੇ ਪੇਰੈਂਟਸ ਦੀ ਐਪਲੀਕੇਸ਼ਨ ਲਿਖਵਾਈ, ਬੱਚਿਆਂ ਦੇ ਸਾਈਨ ਕਰਵਾਏ, ਪੇਰੈਂਟਸ ਦੇ ਸਾਈਨ ਕਰਵਾਏ। ਪ੍ਰਿੰਸੀਪਲ ਨੇ ਕਿਹਾ ਸੀਗਾ, ਕਹਿੰਦੇ ਬਾਅਦ ਦੇ ਵਿੱਚ ਇਹ ਕਹਿ ਦੇਣਗੇ ਕਿ ਬੱਚੇ ਚਾਹੁੰਦੇ ਨਹੀਂ ਪੰਜਾਬੀ ਪੜ੍ਹਨਾ। और बच्चों के अजे भी मेरे को 100 एप्लीकेशन है, 100 एप्लीकेशन 1988 की 100 एप्लीकेशन है जी कि मैं पेरेंट्स से साइन करके दस दूँगी कि हाँ जी साढ़े बच्चे पंजाबी पढ़ना चाहते हैं। हुण तुसीं 15 बच्चों की गल कर रहे हो। तुसीं एक बार सामने आके गल तो करो। अगर सच्चे हो तो मैं कहनी हाँ सच्चे हो, तुसीं अपनी सीट पर विराजमान हो तो तुसीं सामने आके गल करो, सामने नीचे आओ, तब ਅਸੀਂ ਮੰਨਾਂਗੇ ਕਿ ਤੁਸੀਂ ਸੈਕਟਰੀ ਦੇ ਕਾਬਲ ਹੋ, ਨਹੀਂ ਤਾਂ ਤੁਸੀਂ ਸੈਕਟਰੀ ਬਣਨ ਦੇ ਕਾਬਲ ਵੀ ਨਹੀਂ ਹੋ। ਅਕੈਡਮੀ ਛੱਡੋ, ਛੱਡ ਕੇ ਘਰ ਬੈਠੋ ਆਪਣਾ। ਜਦ ਅਸੀਂ ਟੀਚਰ ਨਹੀਂ ਹੈ ਨਾ ਤੇ ਤੁਸੀਂ ਚੇਅਰਮੈਨ ਵੀ ਨਹੀਂ ਹੈ। ਕੌਣ ਕਿਆ ਹੈ ਇਹਦੀ ਪੋਸਟ ਸਾਨੂੰ ਨਹੀਂ ਪਤਾ, ਸਾਨੂੰ ਨਹੀਂ ਪਤਾ ਇਹ ਕੀ ਲੱਗਿਆ ਕੀ ਨਹੀਂ ਲੱਗਿਆ। ਬਸ ਗੁੱਸਾ ਨਾਰਾਜ਼ਗੀ ਜੀ ਨਹੀਂ। 70 ਸਾਲ ਦਾ ਬੁੱਢਾ ਜਿਹੜਾ ਹੈਗਾ, ਬੁੱਢਾ ਹੀ ਬੋਲਾਂਗੀ ਮੈਂ, ਹੈ ਬੋਲਿਆ ਜਾਂਦਾ ਨਹੀਂ, ਸਾਫ਼ ਲੈਂਗੁਏਜ ਨਹੀਂ ਬੋਲੀ ਜਾਂਦੀ। ਸਾਨੂੰ ਕਹਿੰਦੇ ਪੜ੍ਹਾਉਣ ਦੇ ਕਾਬਿਲ ਨਹੀਂ ਹੈ। ਕਮਾਲ ਦੀ ਗੱਲ ਹੋ ਗਈ। ਗੁੱਸਾ ਨਾਰਾਜ਼ਗੀ ਤੁਸੀਂ ਦੇਖ ਸਕਦੇ ਹੋ। ਮੈਂ ਸਾਰਿਆਂ ਨਾਲ ਗੱਲ ਕਰਨਾ, ਸਾਡੇ ਨਾਲ ਇੱਕ ਹੋਰ ਟੀਚਰ ਨੇ ਜਿਹੜੇ ਸਪੈਸ਼ਲ ਨੇ। ਮੈਂ ਕਹਾਂਗਾ ਜੀ ਤੁਸੀਂ ਬੈਠ ਕੇ ਗੱਲ ਨਹੀਂ, ਮੈਂ ਗੱਲ ਕਰਾਂਗਾ ਜੀ, ਤੁਸੀਂ ਬੈਠੋ, ਆਰਾਮ ਨਾਲ ਬੈਠੋ, ਕਿਉਂਕਿ ਤੁਹਾਡੇ ਨਾਲ ਵੀ ਗੱਲ ਕਰਨੀ ਜ਼ਰੂਰੀ ਹੈ। ਔਰ ਮੈਂ ਦੱਸ ਦੇਵਾਂ ਕਿ ਇਹਨਾਂ ਨੇ ਜਿਸ ਵੇਲੇ ਆਪਾਂ ਗੱਲਬਾਤ ਕਰ ਰਹੇ ਸੀ ਤੇ ਉਸ ਵੇਲੇ ਆਪਣੀ ਕਿਤਾਬਾਂ ਦਿਖਾਈਆਂ। ਪੰਜਾਬੀ ਅਕੈਡਮੀ ਦੇ ਅੰਦਰ ਇਹਨਾਂ ਦੀਆਂ ਪ੍ਰਿੰਟਡ ਕਿਤਾਬਾਂ ਦੇ ਵਿਚਕਾਰ ਇਸੇ ਹੀ ਟੀਚਰਸ ਦੇ ਜਿਹੜੇ ਹੈਗੇ ਨੇ ਬਕਾਇਦਾ ਸਿਲੇਬਸ ਦੇ ਅੰਦਰ ਚੈਪਟਰਸ ਹੈਗੇ ਨੇ, ਕਵਿਤਾਵਾਂ ਹੈਗੀਆਂ ਨੇ। ਉਹਦੇ ਬਾਵਜੂਦ ਵੀ ਇਹਨਾਂ ਦੇ ਲਈ ਕੀ ਵਰਤਿਆ ਜਾਂਦਾ ਜੀ? ਭੈਣ ਜੀ ਦੱਸੋ, ਤੁਹਾਡਾ ਸਭ ਤੋਂ ਪਹਿਲੇ ਪੂਰਾ ਨਾਮ ਦੱਸੋ। मेरा नाम सुलोचना रानी है
ਔਰ ਮੈਂ ਸੈਕਟਰ 16 ਰੋਣੀ 16 ਜੀ ਚ ਟੀਚਰ ਹੈਗੀ ਹਾਂ ਜੀ ਔਰ 87 ਚ ਮੇਰਾ ਅਪਾਇੰਟਮੈਂਟ ਮੈਨੂੰ ਮਿਲਿਆ ਸੀ ਇੱਥੋਂ ਜੀ ਤੇ ਪੰਜਾਬੀ ਅਕੈਡਮੀ ਦੀਆਂ ਇਹ ਪੱਤਰਕਾਵਾਂ ਨੇ ਜਿਹਦੇ ਵਿੱਚ ਮੇਰੀ ਕਵਿਤਾਵਾਂ ਮਨੋਵਿਗਿਆਨ ਬੱਚਿਆਂ ਦੇ ਮਨੋਵਿਗਿਆਨ ਨਾਲ ਰਿਲੇਟਡ ਇਹਦੇ 'ਚ ਉਹ ਨੇ ਕਵਿਤਾਵਾਂ ਨੇ ਲੇਖ ਨੇ ਤੇ ਹੁਣ ਮੇਰੀ ਪ੍ਰੈਸ ਵਿੱਚ ਕਵਿਤਾਵਾਂ ਦੀ 30 ਕਵਿਤਾਵਾਂ ਦਾ ਇੱਕ ਸੰਗ੍ਰਹਿ ਛਪਣ ਵਾਲਾ ਹੈ ਹੁਣੀ ਆਉਣ ਵਾਲਾ ਹੀ ਹੈ ਬਸ। ਤੁਸੀਂ ਕਿਹੜੇ ਐਮਸੀਡੀ ਸਕੂਲ 'ਚ ਪੜ੍ਹਾ ਰਹੇ ਹੋ? ਮੈਂ 16 ਜੀ ਰੋਣੀ ਹਾਂਜੀ ਸੈਕਟਰ 16 ਜੀ ਚ ਜੀ ਬਲੋਕ 'ਚ ਤੇ ਸਰ ਮੈਂ ਇੱਕ ਗੱਲ ਤੁਹਾਨੂੰ ਕਹਿੰਦੀ ਹਾਂ ਜੀ ਤੁਹਾਡੇ ਸਾਹਮਣੇ ਉਹਨਾਂ ਨੇ ਇੰਟਰਵਿਊ ਕਰਦੇ ਹੋਏ ਬੱਲੀ ਸਾਹਿਬ ਜੀ ਨੇ ਕਿਹਾ ਸੀ ਕਿ ਵੀ ਇਹ 15 ਬੱਚਿਆਂ ਦਾ ਸਿਰਫ ਡਿਮਾਂਡ ਹੋਣਾ ਚਾਹੀਦਾ ਹੈ ਸਾਡੇ ਕੋਲ 70 ਬੱਚਿਆਂ ਦਾ ਡਿਮਾਂਡ ਹੈ ਤਾਂ ਫਿਰ ਕਿਉਂ ਨਹੀਂ ਸਾਨੂੰ ਅੱਜ ਨਿਯੁਕਤੀ ਪੱਤਰ ਦਿੰਦੇ? ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਿਉਂ ਨਹੀਂ ਕਰਦੇ ਹੈਗੇ ਕਿ ਤੁਸੀਂ ਕੈਮਰੇ ਦੇ ਉੱਤੇ 15 ਬੱਚਿਆਂ ਦੀ ਗੱਲ ਕਰ ਰਹੇ ਹੋ 70 ਬੱਚਿਆਂ ਦੀ ਲਿਸਟ ਤੁਹਾਡੇ ਕੋਲ ਹੈ ਤੇ ਤੁਸੀਂ ਗੱਲ ਕਰੋ ਉਹਨਾਂ ਨਾਲ। ਗੱਲ ਕੀਤੀ ਸੀ ਨਾ ਤੁਸੀਂ ਇੰਟਰਵਿਊ ਕੀਤਾ ਸੀ ਨਾ ਜੀ ਉਹਨਾਂ ਦਾ? ਇੰਟਰਵਿਊ 'ਚ ਕੀਤਾ ਨਾ ਬਸ ਉਸੇ ਵਿੱਚ ਹੀ ਅਸੀਂ ਵੀ ਉਹਨਾਂ ਨਾਲ ਉਨੀ ਗੱਲ ਕਰਦੇ ਹਾਂ ਕਿ ਉਹਨਾਂ ਨੇ 15 ਬੱਚਿਆਂ ਦੀ ਗੱਲ ਕੀਤੀ ਅਸੀਂ 70 ਬੱਚੇ ਦੇ ਰਹੇ ਹਾਂ ਔਰ ਆਨਲਾਈਨ 20 ਬੱਚਿਆਂ ਤੋਂ ਉੱਤੇ ਬੱਚੇ ਪੜ੍ਹ ਰਹੇ ਨੇ ਸਾਡੇ ਕੋਲ। ਇਹ ਸਾਡੇ ਤੁਸੀਂ ਵੀਡੀਓ ਦੇਖ ਸਕਦੇ ਹੋ ਸਾਡਾ ਪੜ੍ਹਾਇਆ ਗਿਆ ਕੰਮ ਦੇਖ ਸਕਦੇ ਹੋ ਜੋ ਕਹੋ ਉਹ ਤੁਹਾਨੂੰ ਦਿਖਾ ਦਿੰਨੇ ਆ ਤੇ ਅੱਜ ਤੁਸੀਂ ਮੈਂ ਰਿਕੁਐਸਟ ਕਰਦੀ ਹਾਂ ਬੱਲੀ ਸਾਹਿਬ ਜੀ ਨੂੰ ਕਿ ਅੱਜ ਸਾਨੂੰ ਅਪਾਇੰਟਮੈਂਟ ਲੈਟਰ ਦਿਓ ਕਿਉਂ ਉਹਨਾਂ ਨੇ ਖੁਦ ਕਿਹਾ 15 ਬੱਚੇ ਫਿਰ 20 ਬੱਚੇ ਆਨਲਾਈਨ ਹੈਗੇ ਨੇ ਨਾ ਉਹਨਾਂ ਦੀ ਪੜ੍ਹਾਈ ਦਾ ਤਾਂ ਇੰਤਜ਼ਾਮ ਕਰਨਗੇ ਨਾ ਆਪਣੇ ਸ਼ਬਦ ਨੇ ਉਹਨਾਂ ਨੇ ਕੈਮਰੇ ਤੇ ਲਾਉਣਗੇ ਬਸ ਫਿਰ ਇਸੇ ਕਰਕੇ ਅਸੀਂ ਇਹੀ ਡਿਮਾਂਡ ਆ ਸਾਡੀ ਹੋਰ ਕੁਝ ਕੋਈ ਡਿਮਾਂਡ ਨਹੀਂ ਸਾਨੂੰ ਇਹਨਾਂ ਨਾਲ ਹੋਰ ਕੋਈ ਨਾਰਾਜ਼ਗੀ ਨਹੀਂ ਜੀ ਬੈਨ ਆਪਣਾ ਜੋ ਉਹਨਾਂ ਨੇ ਕਿਹਾ ਕਮ ਸੇ ਕਮ ਆਪਣੇ ਸ਼ਬਦਾਂ ਤੇ ਕਾਇਮ ਰਹਿਣ ਨਾ ਹੈ ਨਾ ਸਾਡੀ ਗੱਲ ਨਾ ਕਰੋ ਤੁਸੀਂ ਆਪਣੇ ਸ਼ਬਦਾਂ ਨੂੰ ਕਾਇਮ ਰੱਖੋ ਜੀ ਬੇਨਤੀ ਹੈ ਸਾਡੀ ਹੱਥ ਜੋੜ ਕੇ ਅੱਜ ਤੁਸੀਂ ਆਪਣੇ ਸ਼ਬਦਾਂ ਤੇ ਪੂਰੇ ਉਤਰ ਕੇ ਦਿਖਾਓ ਅੱਜ ਸਾਨੂੰ ਅਪਾਇੰਟਮੈਂਟ ਦਿਓ ਜੀ ਕਿਉਂਕਿ ਸਾਡੇ ਨਾਲ ਦੇ ਹੀ ਨੇ ਨਾ ਜਿਵੇਂ ਉਹ ਕਹਿੰਦੇ ਨੇ ਕੰਟਰੈਕਟ ਤੇ ਕਹਿੰਦੇ ਨੇ ਨਾ ਕਿ ਉਹ ਕੰਟਰੈਕਟ ਤੇ ਨੇ ਅਸੀਂ ਕੰਟਰੈਕਟ ਤੇ ਆ ਜਿਹੜੇ ਹੁਣ ਸਾਡੇ ਨਾਲ ਦੇ ਨੇ ਉਹ ਵੀ ਤਾਂ ਕੰਟਰੈਕਟ ਤੇ ਨੇ ਜੀ ਉਹਨਾਂ ਦਾ ਵੀ ਤਾਂ 10 ਮਹੀਨੇ ਦਾ ਕੰਟਰੈਕਟ ਸੀ ਉਹਨਾਂ ਨੂੰ ਕਿਵੇਂ ਤੁਸੀਂ ਅਪਾਇੰਟਮੈਂਟ ਦੇਤਾ ਸਾਨੂੰ ਵੀ ਦਿਓ ਅਸੀਂ ਆਏ ਆ ਅੱਜ ਅਸੀਂ ਲੈ ਕੇ ਜਾਵਾਂਗੇ ਔਰ ਤੁਹਾਡੇ ਸਾਹਮਣੇ ਤੁਸੀਂ ਗਵਾਹ ਹੋ ਤੁਹਾਨੂੰ ਹੀ ਉਹਨਾਂ ਨੇ ਕਿਹਾ ਹੈਗਾ ਕੈਮਰਾ ਬੋਲ ਰਿਹਾ ਹੈ ਜੀ ਕੈਮਰਾ ਹਰ ਚੀਜ਼ ਰਿਕਾਰਡ ਕਰੇਗਾ ਤੁਹਾਡੀ ਗੱਲ ਵੀ ਰਿਕਾਰਡ ਜੀ ਬਸ ਫਿਰ ਤੁਸੀਂ ਇਹ ਸਾਡੀ ਉਹਨਾਂ ਨਾਲ ਗੱਲ ਕਰਾਓ ਔਰ ਸਾਨੂੰ ਅਪਾਇੰਟਮੈਂਟ ਦਿਵਾਓ ਬਸ ਦੇਖੋ ਜੀ ਮੀਡੀਆ ਦਾ ਕੰਮ ਹੁੰਦਾ ਦੋਨੋਂ ਪੱਖ ਰੱਖਣੇ ਅਸੀਂ ਬੱਲੀ ਜੀ ਦਾ ਇੰਟਰਵਿਊ ਵੀ ਕੀਤਾ ਟੀਚਰਸ ਦਾ ਵੀ ਕੀਤਾ ਜੀ ਭੈਣ ਜੀ ਹਾਂਜੀ ਦੂਸਰੀ ਗੱਲ ਉਹਨਾਂ ਨੇ ਇਹ ਕਹੀ ਸੀ ਕਿ ਜਿਹੜੇ ਬੱਚੇ ਦੀ ਐਡਮਿਸ਼ਨ ਹੋਵੇ ਉਹਦਾ ਆਧਾਰ ਕਾਰਡ ਮਤਲਬ ਕਿ ਆਈਡੀ ਪ੍ਰੂਫ ਬਈ ਤੁਸੀਂ ਕਿਤੇ ਮਾਫ ਕਰਨਾ ਝੂਠ ਤੇ ਨਹੀਂ ਬੋਲ ਰਹੇ ਹੋ ਇੱਕ ਰਿਕਾਰਡ ਹੋਣਾ ਚਾਹੀਦਾ ਕਿ 20 ਬੱਚੇ ਆਧਾਰ ਨੰਬਰ ਕੰਟੈਕਟ ਨੰਬਰ ਤੋਂ ਯੈਸ ਅੱਛਾ ਇਨਫੋਰਮੇਸ਼ਨ ਫॉर ਇਨਫੋਰਮੇਸ਼ਨ MCD ਦੇ ਵਿੱਚ ਵਿਦਆਊਟ ID ਕਾਰਡ ਤੋਂ ਮਦਰ ਦਾ ਫਾਦਰ ਦਾ ਬੱਚੇ ਦੇ ਆਧਾਰ ਕਾਰਡ ਦੀ ਕਾਪੀ ਤੋਂ ਬਗੈਰ ਐਡਮਿਸ਼ਨ ਨਹੀਂ ਹੁੰਦਾ ਜਦ ਅਸੀਂ ਉਸੇ ਸਕੂਲ 'ਚ ਜਾ ਰਹੇ ਹਾਂ ਸਾਨੂੰ ਆਧਾਰ ਕਾਰਡ ਦੇਣ 'ਚ ਪ੍ਰੋਬਲਮ ਨਹੀਂ ਹੈ ਲੇਕਿਨ ਵਾਈ ਭੈਣ ਜੀ ਮੈਂ ਆਪਣੀ ਨੌਲੇਜ ਲਈ ਤੁਹਾਡੇ ਕੋਲ ਸਵਾਲ ਜ਼ਰੂਰ ਪੁੱਛਣਾ ਤੁਸੀਂ ਪੰਜਾਬੀ ਅਕੈਡਮੀ ਦੇ ਵੱਲੋਂ ਦੀ ਬੇਸ਼ੱਕ ਉਹਨਾਂ ਦੇ ਹਿਸਾਬ ਨਾਲ ਤੁਹਾਨੂੰ ਇੱਕ ਐਗਰੀਮੈਂਟ ਦੇ ਤੌਰ ਤੇ MCD ਦੇ ਸਕੂਲਾਂ 'ਚ ਭੇਜਿਆ ਜਾਂਦਾ ਤੁਸੀਂ MCD ਦੇ ਸਕੂਲ ਹੀ ਜਾਂਦੇ ਹੋਗੇ ਉੱਥੇ ਅਟੈਂਡੈਂਸ ਲੱਗਦੀ ਹੋਏਗੀ ਤੁਹਾਡੇ ਕੋਲ ਕੁਝ ਰਿਕਾਰਡਸ ਹੋਣੇ ਚਾਹੀਦੇ ਨੇ ਸਾਡੇ ਕੋਲ ਹੈਗੇ ਨੇ ਨਾ ਤੇ ਫਿਰ ਉਸ ਰਿਕਾਰਡ ਤੁਸੀਂ ਦਿੰਦੇ ਨਹੀਂ ਉਹਨਾਂ ਨੂੰ ਰਜਿਸਟਰ ਹੈਗਾ ਨਾ ਸਾਡੇ ਪ੍ਰਿੰਸੀਪਲ ਮੈਡਮ ਕੋਲ ਰਜਿਸਟਰ ਨੇ ਇਹ ਬੱਚੇ ਦਾ ਨਾਂ ਹੈ ਬੱਚੇ ਫਾਦਰ ਦਾ ਨਾਮ ਹੈ ਨਾਲ ਫੋਨ ਨੰਬਰ ਵੀ ਹੈ ਆ ਦੇਖੋ ਇਹਦੇ 'ਚ ਮੇਰੇ ਕੋਲ ਲਿਸਟ 'ਚ ਹੈ ਸੀ ਇਸ ਲਈ ਮੈਂ ਇਹਦੇ ਉੱਤੇ ਲਿਖੇ ਨਹੀਂਗੇ ਮੈਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਦਿਆਂ ਜੀ ਤੁਸੀਂ ਦੇਖ ਸਕਦੇ ਹੈਗੇ ਹੋ ਬਕਾਇਦਾ ਮੈਂਸ਼ਨ ਹੈਗਾ ਉੱਤਰੀ ਦਿੱਲੀ ਨਿਗਮ ਸਹਿ ਸਿੱਖਿਆ ਪ੍ਰਾਇਮਰੀ ਸਕੂਲ ਸੈਕਟਰ 16 ਰੋਣੀ ਬੱਚਿਆਂ ਦੇ ਨਾਮ ਨੇ ਉਹਨਾਂ ਦੇ ਫੋਨ ਨੰਬਰ ਨੇ ਔਰ ਬਕਾਇਦਾ MCD ਸਕੂਲ ਦੀ ਸਟੈਂਪ ਲੱਗੀ ਹੈ ਉਹ ਸਟੈਂਪ ਜਿਹੜੀ ਬੱਲੀ ਜੀ ਨੇ ਸਾਡੇ ਇੰਟਰਵਿਊ ਦੇ ਅੰਦਰ ਮੈਂਸ਼ਨ ਕੀਤੀ ਹੈਗੀ ਕਿ ਤੁਸੀਂ ਸਕੂਲ ਦੇ ਵੱਲੋਂ ਜਿਹੜਾ ਲੈਟਰ ਸਾਡੇ ਕੋਲ ਆਏਗਾ ਇਹ ਉਹਦਾ ਜੀਦਾ ਜਾਗਦਾ ਸਬੂਤ ਹੈਗਾ ਜੀ ਭੈਣ ਜੀ ਇਹਦੀ ਕਾਪੀ ਇਹਨਾਂ ਦੇ ਕੋਲ ਹੈਗੀ ਹੈ ਸਿਗਨੇਚਰ ਕਰਾ ਕੇ ਦਿੱਤੀ ਹੋਈ ਹੈ SI ਦੇ ਥਰੂ ਲੇਕਿਨ ਮੈਂ ਉਹਦੀ ਕਾਪੀ ਦੀ ਸਿਗਨੇਚਰ ਦੀ ਫੋਟੋ ਨਹੀਂ ਖਿੱਚੀ ਲੇਕਿਨ ਮੈਂ ਵੈਸੇ ਖਿੱਚ ਲਿੱਤੀ ਸੀ ਕਿ ਮੈਂ ਦੇਣੀ ਹੈ ਇਹ ਵਾਲਾ ਜਿਹੜਾ ਨਾਮ ਹੈ ਦੇਖੋ MCD ਗਰਲ ਪ੍ਰਾਇਮਰੀ ਸਕੂਲ ਔਰ ਇਹ ਦੇਖੋ 5ਵੀਂ ਦੇ ਬੱਚੇ ਕਿੰਨੇ ਨੇ ਇਹ ਹੈਗੇ ਨੇ ਜੀ 28 ਚੌਥੀ ਦੇ ਬੱਚੇ ਹੈਗੇ ਨੇ 17 ਔਰ ਇਹ ਤੀਸਰੀ ਦੇ ਬੱਚੇ ਆ ਦੇਖੋ
ਹੈ ਇਹ ਜਿਹੜੇ ਕਰੋਨਾ ਟਾਈਮ 'ਚ ਅਸੀਂ ਕੀਤੇ ਆ। ਲੇਕਿਨ ਇਹ ਹੈ ਕਿ ਇਹ ਹਜੇ ਸਾਡੀ ਦੀ ਜਿਹੜੀ ਨੰਬਰ ਆਫ ਇਹਦੀ ਬੱਚਿਆਂ ਦੀ ਹੈਗੀ ਸੀਗੀ ਕਾਊਂਟਿੰਗ, ਲੇਕਿਨ ਉਸ ਟਾਈਮ ਮੇਰੇ ਕੋਲ ਪਹਿਲੇ 91 ਸੀ ਬੱਚੇ, ਲੇਕਿਨ ਕਰੋਨਾ ਦੇ ਟਾਈਮ ਬੱਚੇ ਸਕੂਲ ਨਹੀਂ ਆ ਰਹੇ ਤੇ ਇਸ ਕਰਕੇ 90 ਬੱਚੇ ਇੱਕ ਵਾਰ 'ਚ ਪੜਾਏ ਨੇ, ਔਰ ਇਹ ਕਹਿ ਰਹੇ ਨੇ ਕਿ 15 ਦਾ ਰਿਕਾਰਡ ਤੁਹਾਡੇ ਕੋਲ ਨਹੀਂ। ਉੱਪਰ ਰਿਕਾਰਡ ਹੈ, ਤੁਸੀਂ ਰਜਿਸਟਰ ਦੇਖੋ ਇਹਨਾਂ ਦੇ, ਤੁਸੀਂ ਸਾਡੀ ਫਾਈਲਾਂ ਦੇਖੋ, ਤੁਸੀਂ ਇਹਨਾਂ ਦੇ ਕੋਲ ਸਾਡੇ ਅਟੈਂਡੈਂਸ ਰਜਿਸਟਰ ਜਾਂਦਾ ਨਾ, ਜਿਹੜਾ ਸਾਡਾ ਪੇ ਦਾ ਅਟੈਂਡੈਂਸ ਰਜਿਸਟਰ ਜਾਂਦਾ ਹੈ, ਉਹਦੇ ਉੱਤੇ ਲਿਖਿਆ ਹੁੰਦਾ 5ਵੀਂ ਦੇ ਬੱਚੇ ਇੰਨੇ ਆ, ਚੌਥੀ ਦੇ ਬੱਚੇ ਇੰਨੇ ਆ, 3rd ਦੇ ਬੱਚੇ ਇੰਨੇ, ਪਰ ਮੰਥ ਜਾਂਦਾ ਹੈ, ਉਹਦੇ ਨਾਲ ਹੀ ਸਾਡੀ ਪੇ ਬਣਦੀ ਹੈ। ਪ੍ਰਿੰਸੀਪਲ ਦੀ ਸਟੈਂਪ ਲੱਗੀ ਹੁੰਦੀ ਹੈ, ਪ੍ਰਿੰਸੀਪਲ ਦੇ ਸਿਗਨੇਚਰ ਹੁੰਦੇ ਨੇ, ਉਹਦਾ ਤੁਸੀਂ ਇਹਨਾਂ ਕੋਲੋਂ ਪੁੱਛੋ ਨਾ, ਉੱਥੇ ਰਿਕਾਰਡ ਸਾਰਾ ਪਿਆ ਹੋਇਆ। ਕੋਈ ਦਿੱਕਤ ਥੋੜੀ ਹੈ, ਇਹ ਪ੍ਰੋਬਲਮ ਸਾਰੀ ਇਹ ਹੋਈ ਹੈ 60 to 65 ਜਿਹੜੇ ਅਬਵ ਬੱਚੇ ਟੀਚਰਸ ਨੇ, ਇਹਨਾਂ ਨੂੰ ਨਹੀਂ ਅਪਾਇੰਟ ਕਰਨਾ। ਉਹਦਾ ਰੀਜ਼ਨ ਕਿਉਂਕਿ ਅਭੀ ਅਪ੍ਰੈਲ ਤੱਕ ਤਾਂ 65 ਗਿਆ ਨਾ, ਸਿਰਫ ਸਾਡੇ ਉੱਤੇ ਹੀ ਕਿਉਂ ਗਾਜ ਗਿਰ ਰਹੀ ਹੈ? ਵਾਈ? ਅਗਰ ਟੈਂਪਰੇਰੀ ਟੀਚਰਸ ਦੇ ਤੌਰ ਤੇ ਤੁਹਾਨੂੰ ਤੁਸੀਂ ਕਹਿ ਰਹੇ ਹੈਗੇ ਹੋ, ਜਿਹੜੀ ਹੋਰ ਹੈਗੀ ਨਾ ਉਹਨਾਂ ਨੇ 65 ਸਾਲ ਲਈ ਅਪਰੂਵ ਕਰਤਾ ਹੈ। ਨਹੀਂ, ਪਹਿਲੇ 65 ਸਾਲ ਤੱਕ ਕਰਕੇ ਗਈਆਂ ਅਪ੍ਰੈਲ ਤੱਕ, 35 ਸਾਲਾਂ ਤੋਂ 35 ਸਾਲ ਤੋਂ ਕਰ ਰਹੀ ਹਾਂ ਨਾ 65 ਦੀਆਂ। ਹੁਣ ਜਿਵੇਂ ਮੈਂ 60 ਦੀ ਕੰਪਲੀਟ ਹੋਈ ਹਾਂ, ਮੈਨੂੰ ਇੱਕ ਦਿਨ ਵੀ ਨਹੀਂ ਉੱਪਰ ਮਿਲਿਆ, ਲੇਕਿਨ ਮੈਨੂੰ ਨਿਕਾਲਤਾ ਤਾਂ ਕੀ ਮੈਂ ਪੜ੍ਹਾਉਣ ਦੇ ਕਾਬਲ ਨਹੀਂ ਹਾਂ? ਟ੍ਰੇਨਡ ਹਾਂ ਮੈਂ ਟੀਚਰ, ਵੈਸੇ ਵੀ ਮੈਂ JBT ਕੀਤੀ ਹੋਈ ਹੈ। ਜਦ ਇਹਨਾਂ ਨੇ ਕਿਹਾ ਅਨਕੁਆਲੀਫਾਈਡ, ਗੁੱਸਾ ਤਾਂ ਸਾਨੂੰ ਆ ਹੀ ਗਿਆ ਸੀ ਨਾ, ਅਸੀਂ ਅਨਕੁਆਲੀਫਾਈਡ ਹਾਂ। ਪੰਜਾਬ ਦੇ ਵਿੱਚ ਅੰਮ੍ਰਿਤਸਰ ਜਾ ਕੇ ਜੰਡਿਆਲੇ ਗੁਰੂ ਦੇ ਵਿੱਚ ਟੀਚਰਾਂ ਲੱਗੀਆਂ ਹੋਈਆਂ ਸਾਡੇ ਨਾਲ, ਜਿਨ੍ਹਾਂ ਨੇ ਟ੍ਰੇਨਿੰਗ ਕੀਤੀ, ਪਰ ਸਾਡੀ ਮੈਰਿਜ ਦਿੱਲੀ ਹੋ ਗਈ, ਅਸੀਂ ਇੱਥੇ ਲੱਗੇ, ਨਹੀਂ ਤਾਂ ਅਸੀਂ ਲੱਗ ਹੀ ਜਾਂਦੇ ਨਾ ਪਰਮਾਨੈਂਟ ਟੀਚਰ ਗਵਰਨਮੈਂਟ ਸਰਕਾਰ ਤੋਂ। ਉਹ ਤਾਂ ਅਸੀਂ ਇੱਥੇ ਆ ਗਏ ਹਾਂ ਤੇ ਇੱਥੇ ਪੰਜਾਬੀ ਦੀ ਕਰ ਲਈ ਹੈ। ਹਿੰਦੀ ਕੋਈ ਬੁਰੀ ਭਾਸ਼ਾ ਨਹੀਂ ਹੈ, ਹਿੰਦੀ ਦੇ ਨਾਲ ਸਾਨੂੰ ਚੱਲਣਾ ਪੈਂਦਾ, ਕਿਉਂਕਿ ਜੇ ਸਾਨੂੰ ਹਿੰਦੀ ਦੀ ਨੌਲੇਜ ਹੋਏਗੀ ਤਾਂ ਅਸੀਂ ਉਹਨਾਂ ਹਿੰਦੀ, ਬੱਚੇ ਪੰਜਾਬ ਦੇ ਨਹੀਂ ਹੈ, ਬੱਚੇ ਦਿੱਲੀ ਦੇ ਹੈ, ਬੱਚੇ ਅਸੀਂ ਅਗਰ ਪੰਜਾਬੀ 'ਚ ਗੱਲ ਕਰਾਂਗੇ ਬੱਚਿਆਂ ਨੂੰ ਸਮਝ ਆਏਗੀ? ਉਹਨਾਂ ਨੂੰ ਸਾਨੂੰ ਮੈਨੇਜ ਕਰਨਾ ਪੈਂਦਾ ਹਿੰਦੀ ਔਰ ਪੰਜਾਬੀ ਦਾ। ਯੈਸ, ਔਰ ਅਸੀਂ ਟ੍ਰੇਨਡ ਹਾਂ ਔਰ ਨਾਲ ਸਾਡੇ ਕੋਲ ਹਿੰਦੀ ਸਬਜੈਕਟ ਮੇਰੇ ਕੋਲ ਰਿਹਾ, ਪ੍ਰਵਾਕਰ ਕੀਤੀ ਹੋਈ ਹੈ ਤੇ ਅਸੀਂ ਮੈਨੇਜ ਕਰ। ਮੈਂ ਤੇ ਹਿੰਦੀ ਦੂਜੀ ਕਲਾਸਾਂ ਦੇ ਮੈਡਮਾਂ ਦੀ, ਚਲੋ ਠੀਕ ਹੈ। ਬਿਲਕੁਲ ਸੰਗਤ ਜੀ, ਨਾਰਾਜ਼ਗੀ ਜਾਇਜ਼ ਹੈਗੀ ਹੈ। ਲਗਾਤਾਰ ਤੁਸੀਂ ਦੇਖੋ ਕਿ ਸਾਰੀਆਂ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਨੇ, ਜਿਹੜੀ ਟੀਚਰਸ ਨੇ, ਜੀ ਤੁਸੀਂ ਇੱਧਰ ਆਓ, ਤੁਸੀਂ ਗੱਲ ਕਰਨਾ ਚਾਹੁੰਦੇ ਹੈਗੇ ਹੋ, ਕਿਉਂਕਿ ਅਸੀਂ ਚਾਹੁੰਦੇ ਹੈਗੇ ਕਿ ਤੁਹਾਡੀ ਆਵਾਜ਼ ਉੱਪਰ ਤੱਕ ਪਹੁੰਚੇ, ਕੇਜਰੀਵਾਲ ਸਰਕਾਰ ਦੇ ਨੁਮਾਇੰਦਿਆਂ ਤੱਕ ਵੀ ਪਹੁੰਚੇ, ਕਿਉਂਕਿ ਮੀਡੀਆ ਦਾ ਕੰਮ ਹੁੰਦਾ ਹੈਗਾ ਦੋਨੋਂ ਪੱਖਾਂ ਦੀ ਗੱਲ। ਆਪਾਂ ਬੱਲੀ ਸਾਹਿਬ ਦਾ ਇੰਟਰਵਿਊ ਵੀ ਕੀਤਾ ਹੁਣ ਟੀਚਰਾਂ ਦੀ, ਉਸ ਇੰਟਰਵਿਊ ਦੇ ਬਾਅਦ ਹੋਰ ਜਿਹੜੀ ਨਾਰਾਜ਼ਗੀ ਹੈ ਜੀ ਭੈਣ ਜੀ। ਵੀਰ ਜੀ, ਜਦੋਂ ਇਹਨਾਂ ਨੇ ਰੱਖਿਆ ਸੀ ਸਾਡੇ ਤੋਂ ਐਗਜ਼ਾਮ ਵੀ ਲਏ ਸੀਗੇ, ਇੰਟਰਵਿਊ ਵੀ ਹੋਈ ਸੀ, ਕੋਈ ਇੱਥੋਂ ਇਹਨਾਂ ਨੇ ਐਵੇਂ ਥੋੜਾ ਰੱਖ ਲਿਆ ਸੀ ਸਾਨੂੰ, ਜਿਹੜਾ ਵਿਊਜ਼ ਵਾਰ-ਵਾਰ ਦੇ ਰਹੇ ਸੀ ਵੀ ਇਹ ਅਨਟ੍ਰੇਨਡ ਟੀਚਰਾਂ ਨੇ, ਇਹਨਾਂ ਨੂੰ ਪੜ੍ਹਾਉਣਾ ਨਹੀਂ ਆਉਂਦਾ। ਪਰ ਜੇ ਉਹਨਾਂ ਨੇ ਸਾਨੂੰ ਕਾਬਿਲ ਸਮਝਿਆ ਸੀ, ਇੰਟਰਵਿਊ ਲੈ ਕੇ ਮੈਂ ਰਿਟਨ ਟੈਸਟ ਹੋਇਆ ਸੀ ਸਾਡਾ ਬਕਾਇਦਾ, ਰਿਟਨ ਟੈਸਟ ਤੋਂ ਬਾਅਦ ਉਹਨਾਂ ਨੇ ਇੰਟਰਵਿਊ ਲਈ ਸੀ, ਉਸ ਤੋਂ ਬਾਅਦ ਸਾਨੂੰ ਰੱਖਿਆ ਗਿਆ ਸੀ, ਐਵੇਂ ਨਹੀਂ ਰੱਖਿਆ ਗਿਆ। ਔਰ ਬੱਚਿਆਂ ਨੇ ਜਦੋਂ ਪੜ੍ਹਾਈਦਾ ਹੈ ਉਸ ਟਾਈਮ ਸਾਨੂੰ ਪੰਜਾਬੀ ਤੇ ਹਿੰਦੀ ਦੋਵੇਂ ਲੈਂਗੁਏਜ ਬੋਲਣੀਆਂ ਪੈਂਦੀਆਂ ਨੇ, ਕਿਉਂਕਿ ਉਹਨਾਂ ਨੂੰ ਸਮਝਾਉਣ ਵਾਸਤੇ ਕਿ ਵੀ ਹਾਂ ਇਹ ਸ਼ਬਦ ਕਾ ਤੁਸੀਂ ਬੋਲਦੇ ਹੋ, ਅਸੀਂ ਕੱਕਾ ਬੋਲਦੇ ਹਾਂ, ਤੁਸੀਂ ਖਾ ਬੋਲਦੇ ਹੋ, ਅਸੀਂ ਖੱਖਾ ਬੋਲਦੇ ਹਾਂ। ਜੇ ਅਸੀਂ ਉਹਨਾਂ ਨੂੰ ਨਾ ਸਮਝਾਈਏ ਤਾਂ ਬੱਚੇ ਪੜ੍ਹ ਨਹੀਂ ਸਕਦੇ। ਅਸੀਂ ਤਾਂ ਆਪਣੀ ਤਰਫ ਬੱਚਿਆਂ ਨੂੰ ਬੱਚਿਆਂ ਦੇ ਉਠਾਉਣ ਵਾਸਤੇ ਕੁਝ ਨਾ ਕੁਝ ਤਾਂ ਕਰਾਂਗੇ ਹੀ ਨਾ, ਕਿ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਕਿ ਵੀ ਹਾਂ ਸਾਡਾ ਬੱਚਾ ਅੱਗੇ ਨਿਕਲੇ। ਅਸੀਂ ਸਕੂਲ ਜਾਂਦੇ ਹਾਂ, ਬੱਚੇ ਉੱਥੇ ਖੜੇ ਹੋ ਜਾਂਦੇ ਨੇ, ਪੰਜਾਬੀ ਵਾਲੇ ਮੈਡਮ ਆ ਗਏ, ਪੰਜਾਬੀ ਵਾਲੇ। ਜੇ ਅਸੀਂ ਕੁਝ ਉਹਨਾਂ ਨੂੰ ਰਿਸਪੌਂਸ ਦਿੰਦੇ ਆ, ਉਹ ਸਾਨੂੰ ਦਿੰਦੇ ਨੇ, ਤਦ ਹੀ ਬੱਚੇ ਸਾਡਾ ਇੰਤਜ਼ਾਰ ਕਰਦੇ ਨੇ, ਨਹੀਂ ਤੇ ਕੌਣ ਕਿਸੇ ਦਾ ਇੰਤਜ਼ਾਰ ਕਰਦਾ। ਬੱਚੇ ਇੰਨਾ ਪਿਆਰ ਕਰਦੇ ਨੇ। ਹੁਣੇ ਵੀ ਫੋਨ ਆਏ ਪਏ ਨੇ, मैडम काम नहीं भेज रहे आप, मैडम आपने ये चीज़ नहीं कराई, हुण की जवाब दईए सानू? बच्चे पढ़ना चाहते ने, तुसी पढ़ा के राजी हो, अकैडमी नहीं पढ़ा के। ਅਸੀਂ ਕੀ ਕਹੀਏ, ਸਾਨੂੰ ਅਪਾਇੰਟਮੈਂਟ ਨਹੀਂ ਮਿਲਿਆ? ਅਸੀਂ ਇਹੀ ਕਹੀਏ ਕਿ ਸਾਨੂੰ ਅਪਾਇੰਟਮੈਂਟ ਨਹੀਂ ਮਿਲਿਆ? ਕਈਆਂ ਦੇ ਪੇਰੈਂਟਸ ਦੇ ਮੈਸੇਜ ਆ ਰਹੇ ਨੇ ਕਿ ਵੀ ਸਾਨੂੰ ਲਿੰਕ ਤੇ ਲਓ ਜੀ, ਬੱਚਿਆਂ ਨੂੰ ਕੰਮ ਦਿਓ ਜੀ। ਕਈ ਸਕੂਲ ਵਿੱਚ ਵੀ ਆ ਜਾਂਦੇ ਸੀ ਮਿਲਣ ਵਾਸਤੇ ਜਦੋਂ ਸਕੂਲ ਜਾ ਰਹੇ ਸੀ। ਉਹਨਾਂ ਨਾਲ ਮੂੰਹ ਤੇ ਗੱਲ ਕਰਾਓ। ਦੇਖੋ ਮੈਂ ਮਾਫੀ ਚਾਹਨਾ ਜੀ, ਮੈਂ ਮੀਡੀਆ ਇੱਕ ਮਾਧਿਅਮ ਹੈਗਾ ਤੁਹਾਡੀ ਆਵਾਜ਼ ਪਹੁੰਚਾਉਣ ਦੀ, ਲੇਕਿਨ ਆਪਾਂ ਮੀਡੀਏਟਰ ਦਾ ਕੰਮ ਤੇ ਨਹੀਂ ਕਰ ਸਕਦੇ ਨਾ ਕਿ ਆਪਾਂ ਤੁਹਾਡੀ ਗੱਲ ਪਹੁੰਚਾਈਏ। ਅਸੀਂ ਨਹੀਂ ਮੈਂ ਆਪ ਜੀ ਨੂੰ ਇਹ ਕਹਿ ਰਿਹਾ, ਦੇਖੋ ਤੁਹਾਡੀ ਆਵਾਜ਼ ਮੀਡੀਆ ਤੇ ਹੋਰ ਕਿਸੇ ਚੈਨਲ ਨੇ ਨਹੀਂ ਚੁੱਕੀ, ਆਪਾਂ ਰੈਗੂਲਰ ਤੁਹਾਡੇ ਵਿਚਕਾਰ ਰਹਿ ਗਏ, ਕਿਉਂਕਿ ਤੁਹਾਡੀ ਆਵਾਜ਼ ਸੱਚ ਦੀ ਆਵਾਜ਼ ਹੈ। ਆਪਾਂ ਆਪਣੀ ਹਾਜ਼ਰੀ ਲਾ ਰਹੇ ਹਾਂ। ਬੱਲੀ ਸਾਹਿਬ ਦਾ ਪੱਖ ਸਾਡਾ ਫਰਜ਼ ਸੀ ਕਿ ਆਪਾਂ ਔਨ ਰਿਕਾਰਡ ਉਹਨਾਂ ਨਾਲ ਗੱਲ ਕਰੀਏ ਕਿ ਪੰਜਾਬੀ ਅਕੈਡਮੀ ਦੀ ਜਿਹੜੀ ਸੀਨੀਅਰ ਟੀਮ ਹੈ ਉਹ ਕੀ ਸੋਚਦੀ ਹੈ। ਉਹਨਾਂ ਨੇ ਆਪਣਾ ਇੰਟਰਵਿਊ ਦਿੱਤਾ, ਉਹਨਾਂ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਹੁਣ ਉਸ ਇੰਟਰਵਿਊ ਦੇ ਉੱਤੇ ਤੁਹਾਡੀ ਨਾਰਾਜ਼ਗੀ ਤੇ ਮੇਰੇ ਸਾਹਮਣੇ ਤੇ ਤੁਹਾਡੇ ਸਾਰਿਆਂ ਨੂੰ ਉਹਨਾਂ ਕੋਲੋਂ ਪੁੱਛਣਾ ਚਾਹੀਦਾ ਹੈ। ਹਾਂਜੀ ਬਿਲਕੁਲ, ਅਸੀਂ ਉਹਨਾਂ ਤੋਂ ਇਹੀ ਤਾਂ ਪੁੱਛਣ ਵਾਸਤੇ ਅੱਜ ਆਏ ਹੋਏ ਹਾਂ। ਉਹਨਾਂ ਨਾਲ ਇਹੀ ਗੱਲ ਅਸੀਂ ਕਰਨਾ ਚਾਹੁੰਦੇ ਹਾਂ ਵੀ ਜੋ ਔਨ ਕੈਮਰਾ ਉਹਨਾਂ ਨੇ ਗੱਲਾਂ ਕੀਤੀਆਂ ਨੇ ਅੱਜ ਸੱਚ ਕਰਕੇ ਦਿਖਾ ਦੇਣ। ਉਹਨਾਂ ਨੇ ਕਿਹਾ ਗ੍ਰਾਂਟ ਵੀ ਮਿਲੀ ਹੋਈ ਹੈ, ਪੈਸਿਆਂ ਦੀ ਕੋਈ ਕਮੀ ਨਹੀਂ।
ਉਹਨਾਂ ਨੇ ਕਿਹਾ ਵੀ 15 ਬੱਚੇ ਚਾਹੀਦੇ ਨੇ, ਸਾਡੇ ਕੋਲ ਆਨਲਾਈਨ ਬੱਚੇ 20 ਤੋਂ ਵੀ ਉੱਤੇ ਪੜ ਰਹੇ ਨੇ। ਫਿਰ ਉਹਨਾਂ ਦੇ ਨਾਲ ਵਿਤਕਰਾ ਨਾ ਕਰੋ ਪਲੀਜ਼। ਹਾਂ, ਗੁੱਸੇ ਔਰ ਨਾਰਾਜ਼ਗੀ ਦੇ ਵਿਚਕਾਰ ਟੀਚਰਾਂ ਆਪਣਾ ਪੱਖ ਰੱਖ ਰਹੀਆਂ ਨੇ। ਅਸੀਂ ਕੋਸ਼ਿਸ਼ ਕਰਦੇ ਹੈਗੇ ਆ ਕਿ ਜੋ ਪੰਜਾਬੀ ਅਕੈਡਮੀ ਦੀ ਸੀਨੀਅਰ ਟੀਮ ਜਿਹੜੀ ਉੱਪਰ ਮੈਨੇਜਮੈਂਟ ਬੈਠੀ ਹੈਗੀ ਹੈ ਉਹਨਾਂ ਤੱਕ ਇਹਨਾਂ ਦੀ ਆਵਾਜ਼ ਪਹੁੰਚਾਉਂਦੇ ਹੈਗੇ ਤੇ ਉਹਨਾਂ ਦਾ ਕੀ ਕਹਿਣਾ ਹੈਗਾ ਤੇ ਗੱਲਬਾਤ ਕਰਕੇ ਫਿਰ ਦੁਬਾਰਾ ਆਪਾਂ ਇਸੀ ਜਗ੍ਹਾ ਦੇ ਉੱਤੇ ਟੀਚਰਾਂ ਦੇ ਵਿਚਕਾਰ ਪਹੁੰਚਦੇ ਹੈਗੇ ਆ। ਸਾਰੀ ਗੱਲ ਸੁਣਾਂਗੇ ਤੁਹਾਡੇ ਫੇਵਰਿਟ ਕੀ ਕਰਨਾ ਹਾਂਜੀ ਸਰ ਮੈਂਬਰਸ ਨੇ ਤੁਹਾਡੇ ਫੇਵਰਿਟ ਨਹੀਂ ਸਭ ਮੈਂ ਉਹ ਕਹਿ ਰਿਹਾ 5 ਬੰਦੇ ਆਰਾਮ ਨਾਲ ਆਪ ਜੀ ਉਹਨਾਂ ਨੇ ਇਸ ਤੋਂ ਬਾਅਦ ਹੀ ਆਰਾਮ ਨਾਲ ਤੁਹਾਡੇ ਨਾਲ ਸਾਰੀ ਗੱਲ ਤੁਹਾਡੀ ਮੰਨੀ ਕਮੇਟੀ ਜੋ ਗੱਲ ਹੋਈ ਇਹੀ ਹੋਈ ਕਿ ਆਪ ਜੀ ਦੇ ਹੱਕ ਵਿੱਚ ਹੀ ਠੀਕ ਹੈ ਕੋਈ ਚੀਜ਼ ਸਾਰੇ ਲਾਰੇ ਨਹੀਂ ਤੁਸੀਂ ਕਹਿੰਦੇ ਸਾਡੇ ਕਿਸੇ ਚੀਜ਼ ਦਾ ਨਹੀਂ ਹੋ ਰਿਹਾ। ਜਦੋਂ ਬੰਦੀ ਸਾਹਿਬ ਆਏ ਹੈ ਤਾਂ ਤੋਂ ਸਾਡਾ ਹੋਇਆ। ਅਸੀਂ ਇਹਦੇ 35 ਸਾਲ ਤੋਂ 30 ਸਾਲ ਤੋਂ ਨੌਕਰੀ ਕਰ ਰਹੇ, ਸਾਨੂੰ ਕੋਈ ਐਸਆਈ ਤੋਂ ਨਹੀਂ ਲਿਖਿਆ ਜਾ ਰਿਹਾ ਹੈ। ਸਿਰਫ ਉਹ ਸਾਨੂੰ ਗੁੰਮਰਾਹ ਕਰ ਰਿਹਾ। ਗੁੰਮਰਾਹ ਉਹਨਾਂ ਨੇ 4 ਮਹੀਨੇ ਸਾਨੂੰ ਪਹਿਲੇ ਕੀਤਾ ਕਿ ਤੁਹਾਨੂੰ 65 ਸਾਲ ਪਹਿਲੇ ਦਿਨ ਜਦੋਂ ਸੋਨਾ ਕੋਲ ਗਏ ਸਾਨੂੰ ਕਹਿੰਦੇ ਤੁਹਾਡੀ 65 ਸਾਲ ਉਮਰ ਹੈ, ਤੁਸੀਂ ਬੇਫਿਕਰ ਹੋ ਕੇ ਘਰ ਜਾਈਏ। ਅਸੀਂ ਉਹਨਾਂ ਦੇ ਘਰ ਮਠਿਆਈ ਦਾ ਡੱਬਾ ਲੈ ਕੇ ਗਏ, ਫੁੱਲਾਂ ਨਾਲ ਕੀਤਾ, ਬੜੇ ਆਰਾਮ ਨਾਲ ਉਹਨੇ ਕਿਹਾ ਤੁਹਾਨੂੰ ਕੋਈ ਬੇਫਿਕਰ ਹੋ, ਤੁਹਾਨੂੰ ਕੋਈ ਨਹੀਂ ਸੀ ਕੱਢ ਸਕਦਾ। ਅੱਜ ਜਦੋਂ 4 ਮਹੀਨੇ ਬੀਤ ਗਏ ਉਹਨਾਂ ਨੇ ਸਾਨੂੰ ਸਿਰਫ ਗੁੰਮਰਾਹ ਕਰਦੇ ਰਹੇ ਕਿ ਗੁੰਮਰਾਹ ਕਰਦੇ ਰਹੇ। ਜਿਹੜੇ 60 ਪਲੱਸ ਨੀਚੇ ਹੈਗੇ ਆ, ਜਿਹੜੇ 60 ਪਲੱਸ ਤੋਂ ਨੀਚੇ ਹੈਗੇ ਉਹਨਾਂ ਨੇ ਕੋਈ ਸੈਂਡ ਕਰਵਾਏ ਹੈਗੇ। ਜਿਹੜੇ 60 ਪਲੱਸ ਤੋਂ ਉੱਤੇ ਵਾਲਿਆਂ ਨੂੰ ਕਹਿ ਰਹੇ ਜੀ ਸੈਂਡ ਕਰਵਾਓ, ਸੈਂਡ ਕਰਵਾਓ, ਸੈਂਡ ਕਰਵਾਓ। ਕਿਸ ਗੱਲ ਦੇ ਅਸੀਂ ਸੈਂਡ ਕਰਵਾਣੇ, ਉਹਨਾਂ ਨੂੰ ਵੀ ਕੋਈ ਸੈਂਡ ਕਰਵਾਇਆ। ਐਮਸੀਡੀ ਸਾਨੂੰ ਇੱਕ ਸਾਨੂੰ ਕਹਿੰਦੇ ਟੀਚਰ ਨਹੀਂ ਹੈ। ਸਾਡੇ ਬੱਚੇ ਹਰ ਸਾਲ ਇਨਾਮ ਵੀ ਚਾਹੁੰਦੇ। ਮੈਂ 10 ਸਾਲਾਂ ਦਾ ਰਿਕਾਰਡ ਹੁਣ ਦੇ ਸਕਦੀ ਹਾਂ। ਮੇਰੇ ਬੱਚੇ ਸੁਲੇਖ ਵਿੱਚ, ਕਵਿਤਾ ਵਿੱਚ ਮੇਰੇ ਬੱਚੇ 10 ਸਾਲਾਂ ਤੋਂ ਆ ਰਹੇ ਆ। ਫਿਰ ਅਸੀਂ ਟੀਚਰ ਕਿੱਥੋਂ ਨਹੀਂ ਰਹੇ ਹੈ। ਸਾਡੀ ਇਹ ਸਾਨੂੰ ਜਿੰਨੀ ਹੈਗੀ 65 ਸਾਲ ਬਾਕੀ ਸਾਰੇ ਦੇ ਐਨੇ ਆਏ ਆ। ਜਿਹੜੇ ਹੈਗੇ ਤਿਲਕ ਨਗਰ ਦੇ ਵਿਧਾਇਕ ਜਿਹੜੇ ਸੀ, ਤਿਲਕ ਨਗਰ ਵਿਧਾਇਕ ਜਰਨੈਲ ਸਿੰਘ ਤਿਲਕ ਨਗਰ ਦੇ ਵਿਧਾਇਕ ਸੀ, ਉਹਨਾਂ ਨੂੰ ਸਾਡਾ ਇੰਨਾ ਮਾਨ ਸਨਮਾਨ ਕੀਤਾ। ਉਹਨਾਂ ਨੇ ਤਾਂ ਸਾਨੂੰ ਅੱਜ ਤੱਕ ਕਦੀ ਨਹੀਂ ਕਿਹਾ ਕਿ ਇਸ ਤਰ੍ਹਾਂ ਨਾ ਕਰੋ, ਇਸ ਤਰ੍ਹਾਂ ਨਾ ਕਰੋ ਹੈ। ਤਿਲਕ ਨਗਰ ਦੇ ਜਿਹੜੇ ਵਿਧਾਇਕ ਸੀ ਉਹਨਾਂ ਨੇ ਸਾਨੂੰ ਅਸੀਂ ਕਿਹਾ ਕਿ ਸਾਡੀ ਸਰਕਾਰ ਐਨੀ ਹੈਗੀ, ਉਹਨਾਂ ਨੇ ਸਾਡੀ ਤਨਖਾਹ ਵਧਾ ਕੇ ਦਿੱਤੀ, ਸਾਰਾ ਕੰਮ ਉਹਨਾਂ ਨੇ ਕਰਵਾ ਕੇ ਦਿੱਤਾ। ਤਿਲਕ ਨਗਰ ਛੋਟੇ ਜਰਨੈਲ ਸਿੰਘ ਹੈ ਹੁਣ ਆਏ ਬੱਲੀ ਸਾਹਿਬ ਆਏ, ਸਾਡਾ ਕੋਈ ਕੰਮ ਨਹੀਂ ਹੋਇਆ ਜਦੋਂ ਤੋਂ ਬੱਲੀ ਸਾਹਿਬ ਨੇ ਸਾਡਾ ਕੋਈ ਕੰਮ ਨਹੀਂ ਕਰਵਾਇਆ, ਸਿਰਫ ਸਾਨੂੰ ਗੁੰਮਰਾਹ ਕੀਤਾ ਗਿਆ। ਬਾਕੀ ਸਾਡਾ ਉਹਨਾਂ ਨੇ ਕੋਈ ਕੰਮ ਨਹੀਂ ਕਰਵਾਇਆ, ਸਿਰਫ ਸਾਨੂੰ ਝੂਠੇ ਲਾਰਾ ਦਿੱਤਾ ਗਿਆ। ਅੱਜ ਵੀ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਬੱਲੀ ਸਾਹਿਬ ਨੇ ਕੋਈ ਕੰਮ ਨਹੀਂ ਸਾਡਾ ਕਰਵਾਇਆ ਅੱਜ ਤੱਕ। ਬੱਲੀ ਸਾਹਿਬ ਨੇ ਕੋਈ ਕੰਮ ਨਹੀਂ ਕਰਵਾਇਆ। ਬੱਲੀ ਸਾਹਿਬ ਨੇ ਜਦ ਛੋਟਾ ਜਰਨੈਲ ਸਿੰਘ ਸੀ ਉਹਨਾਂ ਨੇ ਸਾਡੇ ਸਾਰੇ ਕੰਮ ਕਰਵਾਇਆ। ਬੱਲੀ ਸਾਹਿਬ ਨੇ ਸਿਰਫ 4 ਮਹੀਨੇ ਸਾਨੂੰ ਗੁੰਮਰਾਹ ਕਰਨੇ ਗਏ ਆ। ਬਾਕੀ ਕੋਈ ਝੂਠੇ ਲਾਰੇ ਲਗਾਇਆ। ਬੱਲੀ ਸਾਹਿਬ ਬਾਕੀ ਨਹੀਂ ਡਿਮਾਂਡ ਕਹਿੰਦੇ ਗੁਰਦੁਆਰੇ 'ਚ 15 ਬੱਚੇ ਅਸੀਂ ਪੜਾਵਾਂਗੇ। ਗੁਰਦੁਆਰੇ 'ਚ ਸਾਡੇ ਕੋਲ 70 ਬੱਚੇ ਹੈਗੇ। 15 ਬੱਚਿਆਂ ਦਾ ਅਸੀਂ ਕੀ ਕਰਨਾ? ਅੱਜ ਤੱਕ ਅਸੀਂ ਕਿਸੇ ਵੀ ਐਸਆਈ ਤੋਂ ਲਿਖਾ ਕੇ ਨਹੀਂ ਲੈ ਕੇ ਆਏ। 30 ਸਾਲਾਂ ਤੋਂ ਅਸੀਂ ਨੌਕਰੀ ਕੀਤੀ ਹੈ। 30 ਸਾਲਾਂ ਤੋਂ ਅਸੀਂ ਕਿਸੇ ਵੀ ਐਸਆਈ ਤੋਂ ਨਹੀਂ ਲਿਖਵਾਇਆ। ਅਸੀਂ ਸਕੂਲ ਜਾਂਦੇ ਆ, ਸਾਨੂੰ ਆਰਡਰ ਮਿਲਦੇ ਆ, ਅਸੀਂ ਜਾਣ ਕੇ ਸਾਡੀ ਕੋਲ ਸਾਡੀ ਕੋਲ ਜੋਬ ਥੋੜੀ ਰਹੀ ਹੈ। ਬੱਲੀ ਸਾਹਿਬ ਨੇ ਸਾਨੂੰ ਜਿਹੜਾ ਅਸੀਂ ਮੇਲ ਕੋਲ ਲਿਖਾਇਆ ਵੈਸੇ ਬੱਲੀ ਸਾਹਿਬ ਨੇ ਸਾਨੂੰ ਗੁੰਮਰਾਹ ਕੀਤਾ ਹੈ। 4 ਮਹੀਨੇ ਤੋਂ ਕੰਮ ਬਣਾਇਆ ਜਾ। ਬੱਲੀ ਸਾਹਿਬ ਦੇ ਆਫਿਸ ਕੋਈ ਆਂਦਾ ਉਹਨਾਂ ਨੂੰ ਰੱਖ ਲਿੱਤਾ ਜਾਂਦਾ। ਬਾਕੀ ਉਹਨਾਂ ਸਾਡਾ ਕਾਰਨ ਕੀ ਹੈਗਾ? ਜੇ ਸਾਨੂੰ ਨਹੀਂ ਰੱਖਣਾ ਸਾਨੂੰ ਸਿੱਧੇ ਤਰੀਕੇ ਤੋਂ ਕਿਹਾ ਜਾ ਕਿ ਸਾਨੂੰ ਨਹੀਂ ਰੱਖਿਆ ਜਾ ਰਿਹਾ। ਜੇ ਸਾਨੂੰ ਨਹੀਂ ਰੱਖਣਾ ਸਾਨੂੰ ਸਿੱਧੇ ਤਰੀਕੇ ਤੋਂ ਕਿਹਾ ਜਾ ਕਿ ਸਾਨੂੰ ਨਹੀਂ ਰੱਖਣਾ ਜੀ ਹੈ। ਸਾਨੂੰ ਗੁੰਮਰਾਹ ਕਰਨ ਦੀ ਕੋਈ ਜ਼ਰੂਰਤ ਨਹੀਂ। ਅਸੀਂ 93 ਟੀਚਰਾਂ 93 ਨੂੰ ਸਾਨੂੰ ਨੌਕਰੀ ਦੇਣੀ ਦਿਓ। ਜੋ ਸਾਡਾ ਏਰੀਆ ਜਿੰਨਾ ਮਤਲਬ 65 ਸਾਨੂੰ 65 ਤਨਖਾਹ ਦੇ ਰਹੇ। ਅਸੀਂ ਸਭ ਦੀ ਘਰ ਦੀ ਸੇਵਾ ਕਰ ਰਹੇ ਹਾਂ। ਉਹ ਤਨਖਾਹ ਸਾਡੀ ਤਨਖਾਹ ਨਹੀਂ ਗਿਣੀ ਜਾਂਦੀ। ਅਸੀਂ ਤਾਂ ਗੁਰੂ ਘਰ ਵਿੱਚ ਪੜ੍ਹਾ ਰਹੇ ਹੈਗੇ, ਉਹਦਾ ਮਾਨ ਸਨਮਾਨ ਕਰਦੇ ਹਾਂ। ਬੱਲੀ ਸਾਹਿਬ ਦੇ ਸਿੱਖ ਹੈਗੇ ਤੇ ਸਿੱਖ ਸੰਗਤ ਜੀ ਲਗਾਤਾਰ ਤੁਸੀਂ ਦੇਖਿਆ ਹੈਗਾ ਕਿ ਬੜੀ ਗਰਮਾ ਗਰਮ ਤੋਂ ਨੋਕ ਝੋਂਕ ਹੋਈ ਹੈਗੀ ਹੈ ਬੱਲੀ ਸਾਹਿਬ ਔਰ ਟੀਚਰ ਦੇ ਅੰਦਰ। ਆਪਾਂ ਪੂਰੀ ਦੀ ਪੂਰੀ ਉਸ ਮੀਟਿੰਗ ਨੂੰ ਵੀ ਕਵਰ ਕੀਤਾ ਤੇ ਹੁਣ ਉਸ ਤੋਂ ਬਾਅਦ ਸਾਰੀ ਟੀਚਰਸ ਜਿਹੜੀਆਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਆਪਾਂ ਉਹਨਾਂ ਤੋਂ ਇੱਕ ਵਾਰ ਫਾਈਨਲ ਗੱਲ ਜ਼ਰੂਰ ਕਰਨੇ ਕਿਉਂਕਿ ਅਸੀਂ ਮੈਂਸ਼ਨ ਕੀਤਾ ਸੀ ਕਿ ਜੋ ਵੀ ਗੱਲਬਾਤ ਹੈ ਆਪਣੀ ਨਿਊਜ਼ ਦਾ ਕਨਕਲੂਡਨ ਐਂਡ ਆਪਾਂ ਕਰਨਾ ਹੀ ਹੈਗਾ। ਭੈਣ ਜੀ ਹੁਣ ਤੁਸੀਂ ਗੱਲ ਕਰਕੇ ਆਏ ਹੋ ਬੱਲੀ ਸਾਹਿਬ ਦੇ ਨਾਲ, ਉਹਨਾਂ ਨੇ ਜੋ ਆਸ਼ਵਾਸਨ ਦਿੱਤੇ ਨੇ ਤੁਹਾਨੂੰ ਕੀ ਲੱਗਦਾ ਹੈਗਾ? ਜਿਹੜੇ ਆਸ਼ਵਾਸਨ ਦਿੱਤੇ ਹੈਗੇ ਉਹਨਾਂ ਤੋਂ ਤਾਂ ਇਹੀ ਲੱਗਦਾ ਹੈਗਾ ਕਿ ਬਸ ਹਜੇ ਵੀ ਗੱਲਾਂ ਹੀ ਆ। ਸਾਨੂੰ ਪਹਿਲਾਂ ਵੀ ਇਹੀ ਆਸ਼ਵਾਸਨ ਦਿੱਤਾ ਜਾਂਦਾ ਸੀ ਕਿ ਅਸੀਂ ਅਗਸਤ ਦੀ ਫਾਈਲ ਲਗਾਈ ਹੋਈ ਹੈ, ਸਤੰਬਰ ਖਤਮ ਹੋ ਗਿਆ ਤੇ ਹਜੇ ਵੀ ਸਾਨੂੰ ਕੁਝ ਲੱਗਦਾ ਨਹੀਂ ਕਿ ਕੰਡੇ ਬੰਨੇ ਹੋਏਗਾ। ਇਹ ਸਿਰਫ ਗੱਲਾਂ ਹੀ ਹੈ, ਜਦੋਂ ਹੋਏਗਾ ਦੇਖਿਆ ਜਾਏਗਾ। ਸਾਨੂੰ ਤਾਂ ਇਹ ਸਿਰਫ ਗੱਲਾਂ ਹੀ ਲੱਗ ਰਹੀਆਂ ਹੈ।
ਜੋ ਸਾਨੂੰ ਪਿਛਲੇ 4 ਮਹੀਨੇ ਤੋਂ ਸੁਣਾਈ ਦਿੱਤੀ ਹੈ। ਉਹਨਾਂ ਨੇ ਫਾਈਲ ਦਿਖਾ ਦਿੱਤੀ ਮੀਡੀਆ ਵਜੋਂ, ਚਲੋ ਮੈਨੂੰ ਵੀ ਉਹਨਾਂ ਨੇ ਦਿਖਾ ਦਿੱਤੀ ਕਿ ਉਹਨਾਂ ਨੇ ਮੇਅਰਸ ਨੂੰ ਲੈਟਰ ਲਿਖੇ ਹੈਗੇ ਨੇ, ਤੇ ਹੁਣ ਗੱਲ ਸਾਰੀ ਘੁੰਮ ਫਿਰ ਕੇ ਉਹਨਾਂ ਨੇ ਔਨ ਰਿਕਾਰਡ ਹੈ ਕਿ ਸਾਰੀ ਰਿਕਾਰਡਿੰਗ ਸਾਡੇ ਕੋਲ ਮੌਜੂਦ ਹੈ, ਪਹਿਲੇ ਵੀ ਦੇਖ ਚੁੱਕੇ ਹੋ ਕਿ ਮੇਅਰ ਵੱਲੋਂ ਜਦੋਂ ਰਿਵਰਟ ਆਏਗਾ, ਜਵਾਬ ਆਏਗਾ, ਉਸ ਤੋਂ ਬਾਅਦ ਹੀ ਤੁਹਾਡੀ ਅਪਾਇੰਟਮੈਂਟ ਆਏਗੀ। ਉਹਨਾਂ ਨੇ ਤੁਹਾਨੂੰ ਭਰੋਸਾ ਜ਼ਰੂਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਹੈਗਾ ਕਿ ਇੰਨਾ ਟਾਈਮ ਇੰਤਜ਼ਾਰ ਕਰੋਗੇ ਤੁਸੀਂ ਸਾਰੇ? ਸਾਨੂੰ ਤੇ ਸਿਰਫ ਇਹ ਵਿੱਚ ਦਾ ਪੇਜ ਲੱਗ ਰਿਹਾ ਕਿ ਵਿੱਚ ਇੱਕ ਪੇਜ ਫਸਾਤਾ ਉਹਨਾਂ ਨੇ, ਕਿਉਂਕਿ ਟੀਚਰਸ ਨੂੰ MC ਟੀਚਰ ਜੋ SI ਹੈ ਜਾਂ ਸੁਪਰਵਾਈਜ਼ਰ ਹੈ, ਉਸ ਟੀਚਰ ਪੰਜਾਬੀ ਟੀਚਰ ਨੂੰ ਜਾਣਦਾ ਹੀ ਨਹੀਂ ਹੈ। ਇਹ ਕੋਈ ਇਹ ਤੇ ਸਿਰਫ ਇੱਕ ਪੇਜ ਫਸਾਇਆ ਉਹਨਾਂ ਨੇ ਕਿ ਮਤਲਬ ਵਿਚਾਰੀਆਂ ਟੀਚਰਾਂ 60 ਸਾਲ ਦੀ ਉਮਰ ਦੇ ਵਿੱਚ 58 ਸਾਲ ਦੀ ਉਮਰ ਦੇ ਵਿੱਚ ਕਦੀ ਉਹ MCD ਆਫਿਸ ਜਾਣ ਤੇ ਕਦੀ ਉਹ ਪੰਜਾਬੀ ਅਕੈਡਮੀ ਆਣ। ਇਹ ਪੰਜਾਬੀ ਅਕੈਡਮੀ ਦਾ ਕੰਮ ਹੈ, ਇਹ ਟੀਚਰਸ ਦਾ ਕੰਮ ਨਹੀਂ ਹੈ ਕਿ ਫਾਈਲ ਵਰਕ ਕਰੇ। ਪੰਜਾਬੀ ਅਕੈਡਮੀ ਲਿਖ ਕੇ ਦੇਵੇ MCD ਨੂੰ ਕਿ ਭਈ ਹਾਂ ਸਾਡੀਆਂ ਟੀਚਰਾਂ ਰੱਖੋ। ਇਹ ਟੀਚਰ ਨੂੰ ਕੋਈ ਨਹੀਂ ਜਾਣਦਾ MCD ਦੇ ਵਿੱਚ, ਕਿਉਂਕਿ ਸਾਨੂੰ ਸੈਲਰੀ ਪੰਜਾਬੀ ਟੀਚਰ ਦੇ ਰਹੀ ਹੈ, ਪੰਜਾਬੀ ਅਕੈਡਮੀ ਦੇ ਰਹੀ ਹੈ, ਨਾ ਕਿ MCD। ਇਹ ਵਿਹਲੀ ਗੱਲ ਹੈ ਬੱਲੀ ਜੀ ਦੀ ਕਿ ਭਈ ਹਾਂ ਮੇਅਰ ਲਿਖ ਕੇ ਦੇਵੇ ਜਾਂ SI ਤੋਂ ਲਿਖਵਾ ਕੇ ਲਿਆਓ। ਕੋਈ SI ਨਹੀਂ ਲਿਖ ਕੇ ਦੇਗਾ, ਇੱਕ ਤਾਂ ਲਿਖ ਦੇਗਾ, ਬਾਕੀ ਗੱਲ ਸਾਰਾ ਸਭ ਦਾ ਹੈ, ਸਵਾਲ ਸਾਰਿਆਂ ਦਾ ਹੈ। ਸਾਨੂੰ ਇਹ ਸਿਵਾਏ ਇੱਕ ਆਸ਼ਵਾਸਨ ਤੋਂ ਕੁਝ ਨਹੀਂ ਲੱਗਦਾ। ਸਾਨੂੰ ਅੱਗੇ ਹੋਰ ਮੈਂ ਆਪਣੀਆਂ ਭੈਣਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੈਂ ਹਮੇਸ਼ਾ ਹੀ ਇਹ ਗੱਲ ਕਹਿੰਦੀ ਹਾਂ ਕਿ ਬਸ ਇਸ ਵਾਰੀ ਲਾਸਟ ਵਾਰ ਤੁਸੀਂ ਇਕੱਠੀਆਂ ਹੋ ਜਾਓ, ਲਾਸਟ ਵਾਰ ਇਕੱਠੀਆਂ ਹੋ ਜਾਓ। ਪਰ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਹਜੇ ਇੱਕ ਵਾਰੀ ਫਿਰ ਹੱਲਾਸ਼ੇਰੀ ਲੈ ਕੇ ਕਿਤੇ ਨਾ ਕਿਤੇ ਬੈਠਣਾ ਪਏਗਾ ਜਾਂ ਧਰਨਾ ਦੇਣਾ ਪਏਗਾ ਜਾਂ ਆਪਣੀ ਗੱਲ ਰੱਖਣ ਲਈ ਜਾਣਾ ਪਏਗਾ। ਸਾਨੂੰ ਬੱਲੀ ਜੀ ਦੀ ਗੱਲ ਤੇ ਕੋਈ ਟਾਈਮ ਲਿਮਿਟ ਦੇ ਤੌਰ ਦੇ ਉੱਤੇ ਤੁਸੀਂ ਕਿਵੇਂ ਕਰਕੇ ਚੱਲੋਗੇ? ਅਸੀਂ ਹੁਣ ਇਹਨਾਂ ਨੇ ਕਿਹਾ 10 ਦਿਨ ਦਾ ਅਸੀਂ ਦੇਖਦੇ ਹਾਂ ਕਿ 10 ਦਿਨ ਦੇ ਵਿੱਚ ਸਾਨੂੰ ਬੁਲਾਉਂਦੇ ਆ ਕਿ ਨਹੀਂ ਬੁਲਾਉਂਦੇ। ਉਹਨਾਂ ਨੇ ਤੇ ਬਕਾਇਦਾ ਕੈਮਰੇ ਦੇ ਉੱਤੇ ਇਹ ਵੀ ਕਿਹਾ ਹੈਗਾ ਕਿ ਆਉਣ ਨੂੰ ਹੁਣੇ ਆਰਡਰ ਆ ਜਾਏਗਾ, ਮੈਂ ਸਾਈਨ ਕਰ ਦਾਂਗਾ, ਨਹੀਂ ਆਏਗਾ ਤੇ ਜਦੋਂ ਆਏਗਾ ਤਦ ਹੀ ਹੋਏਗਾ। ਕੋਈ ਟਾਈਮ ਲਿਮਿਟ ਨਹੀਂ ਬੰਨੀ ਉਹਨਾਂ ਵੀਰ ਜੀ ਤੇ 4 ਮਹੀਨਿਆਂ ਤੋਂ ਚੱਲ ਰਹੀ ਹੈ। ਨਹੀਂ ਇਹ ਤੇ 4 ਮਹੀਨੇ ਤੋਂ ਚੱਲ ਰਹੀ ਹੈ, ਸਾਨੂੰ ਕੋਈ ਉਮੀਦ ਨਹੀਂ। ਮੈਂ ਨਹੀਂ ਇਹ ਵਰਡ ਇਸਤੇਮਾਲ ਕਰਾਂਗੀ ਉਮੀਦ ਵਾਲਾ, ਕਿਉਂਕਿ 4 ਮਹੀਨੇ ਤੋਂ ਸਾਨੂੰ ਇਹੀ ਨਹੀਂ ਤੇ ਮੇਰੇ ਭੈਣਾਂ ਤੋਂ ਪੁੱਛ ਲਓ, ਸਾਨੂੰ 4 ਮਹੀਨਿਆਂ ਤੋਂ ਇਹੀ ਇੱਕ ਲੋਲੀਪੌਪ ਦੇ ਸਾਹਮਣੇ ਦਿੱਤਾ ਜਾਂਦਾ ਹੈ ਕਿ ਜਾਓ। ਜੀ ਤੁਹਾਨੂੰ ਕੀ ਲੱਗਦਾ? ਹਾਂਜੀ ਉਹ ਕਹਿੰਦੇ ਨੇ 8 ਅਗਸਤ ਤੋਂ ਅਸੀਂ ਕੰਮ ਕਰਵਾਤਾ। 2 ਅਗਸਤ ਦੀ ਲੈਟਰ ਮੈਂ ਪੜ੍ਹ ਚੁੱਕਾ। ਹਾਂਜੀ 2 ਅਗਸਤ ਦਾ। ਫਿਰ ਅਸੀਂ 4 ਮਹੀਨੇ ਐਵੇਂ ਕਿਉਂ ਬੈਠੇ ਹੋਏ ਅਸੀਂ ਘਰ ਕਿਉਂ ਬੈਠੇ ਹਾਂ ਅਸੀਂ 4 ਮਹੀਨੇ ਤੋਂ? ਜਦ ਕੰਮ ਤੁਸੀਂ ਸਾਡਾ ਕਰਵਾ ਚੁੱਕੇ ਹੋ ਤੇ ਸਾਨੂੰ ਕੁਛ ਨਾ ਕੁਛ ਥੋੜੀ ਸੈਲਰੀ ਦਿਓ, ਕੁਛ ਦਿਓ, ਥੋੜਾ ਬਹੁਤ ਦਿਓ ਨਾ। ਸਾਡਾ ਵੀ ਰਾਸ਼ਨ ਪਾਣੀ ਚੱਲੇ, ਘਰ ਦਾ ਰਾਸ਼ਨ ਪਾਣੀ ਚੱਲਣਾ ਚਾਹੀਦਾ। ਸਾਢੇ 4 ਮਹੀਨੇ ਹੋ ਗਏ ਨੇ ਅਸੀਂ ਰੋਟੀ ਪਤਾ ਨਹੀਂ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਹਾਂ। ਤੇ ਹੁਣ ਤੁਸੀਂ ਇੰਤਜ਼ਾਰ ਕਰੋਗੇ? ਜਿਵੇਂ ਉਹ ਕਹਿ ਰਹੇ ਨੇ ਕਿ ਜਿਸ ਵੇਲੇ ਲੈਟਰ ਆਏਗੀ ਮੈਂ ਤੁਹਾਨੂੰ ਨੌਕਰੀ ਤੋਂ ਨਹੀਂ ਕਰਦਾ, ਉਹਨਾਂ ਨੇ ਕਿਹਾ ਹੈਗਾ, ਬਟ ਮੈਂ ਲੈਟਰ ਤਦ ਹੀ ਤੁਹਾਨੂੰ ਦਿਆਂਗਾ ਜਦੋਂ ਕੋਈ ਹਾਲ ਆਏ। ਕਹਿਣ ਦੀ ਗੱਲਾਂ ਨੇ ਹਾਲੀ ਸਾਹਿਬ ਜੀ ਤੁਹਾਨੂੰ ਹਾਂਜੀ ਮੈਂ ਕਹਿ ਰਹੀ ਹਾਂ ਕਿ ਅਸੀਂ ਲਗਭਗ ਪਿਛਲੇ 35 ਸਾਲਾਂ ਤੋਂ ਜੌਬ ਕਰ ਰਹੇ ਹਾਂ ਪੰਜਾਬੀ ਅਕੈਡਮੀ ਦੀ। ਅੱਜ ਤੱਕ ਕਦੀ ਸਾਨੂੰ ਕਿਸੇ ਮੇਅਰ ਦੇ ਸਾਈਨ ਦੀ ਲੋੜ ਨਹੀਂ ਸੀ, ਕਿਸੇ MCD ਦੇ SI ਦੀ ਲੋੜ ਨਹੀਂ ਸੀ। ਹੁਣ ਇਹਨਾਂ ਨੇ ਸਾਡੇ ਵਾਸਤੇ ਨਵੀਆਂ ਹੀ ਆਰਡਰ ਦੇ ਦਿੱਤੇ ਨੇ ਜੀ। ਪਹਿਲੇ ਸਾਨੂੰ ਜਾਣਦਾ ਹੀ ਨਹੀਂ। ਅਗਰ ਸਕੂਲ ਦੇ ਵਿੱਚ MCD ਦਾ ਰੈਗੂਲਰ ਜੋ SI ਆਂਦਾ ਹੈ ਉਹ ਇਤਨਾ ਜੋ ਪੁੱਛਦਾ ਵੀ ਇਹ ਟੀਚਰ ਕੌਣ ਹੈ, ਡੈਟਸ ਆਲ। ਪੰਜਾਬੀ ਦੀ ਟੀਚਰ ਹੈ ਜੀ। ਬਸ ਸਾਡਾ ਪੰਜਾਬੀ ਵਾਲਾ ਐਸਾ ਹੀ ਆਉਂਦਾ, ਉਹ ਸਾਡੀ ਪੂਰੀ ਰਿਪੋਰਟ ਲੈਂਦਾ ਹੈ, ਪੂਰਾ ਪੁੱਛਦਾ ਹੈ ਕਿਹੜਾ ਲੈਸਨ ਕਰਵਾ ਚੁੱਕੇ ਹੋ। ਉਹ ਸਾਡੇ ਕਾਗਜ਼ਾਂ ਦੇ ਉੱਤੇ ਸਾਈਨ ਕਿਉਂ ਕਰਨਗੇ? ਅਸੀਂ ਉਲਟਾ ਜਲੀਲ ਹੋਵਾਂਗੇ ਕਿਉਂਕਿ ਇਹ ਕੰਮ ਪੰਜਾਬੀ ਅਕੈਡਮੀ ਦਾ ਹੈ। ਪੰਜਾਬੀ ਅਕੈਡਮੀ ਹੀ ਇਹ ਕੰਮ ਕਰਵਾ ਕੇ ਦੇਵੇ ਸਾਨੂੰ। ਜਿੰਨੀ ਤੋਂ ਜਲਦੀ ਸਾਨੂੰ ਹਲੇ ਲੱਗਦਾ ਨਹੀਂ ਹੈ ਕਿ ਸਾਡਾ ਕੰਮ ਹਲੇ ਹੋਏਗਾ। ਔਰ ਅਸੀਂ ਬਹੁਤ ਜ਼ਿਆਦਾ ਸਭ ਜੋ ਟੀਚਰ ਨੇ ਨਰਵਸ ਹੋ ਚੁੱਕੀਆਂ ਨੇ, ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੀਆਂ ਨੇ। ਕਈ ਟੀਚਰ ਤੇ ਇੰਨੀਆਂ ਪਰੇਸ਼ਾਨ ਨੇ, ਵਿਚਾਰੀਆਂ ਰੋ ਪੈਂਦੀਆਂ ਨੇ ਕਿ ਮੈਡਮ ਅੱਜ ਸਾਡੇ ਘਰ ਵਿੱਚ ਰਾਸ਼ਨ ਵੀ ਨਹੀਂ ਹੈਗਾ, ਸਾਡੇ ਕੋਲ ਸਬਜ਼ੀ ਵਾਸਤੇ ਵੀ ਪੈਸੇ ਨਹੀਂ ਹੈਗੇ, ਕੀ ਕਰ ਸਕਦੇ ਹੋ? ਸਾਰੇ ਹੀ ਪਰੇਸ਼ਾਨ ਹੈਗੇ ਨੇ। ਤੇ ਇਹਨਾਂ ਨੂੰ ਇੰਨਾ ਸੋਚਣਾ ਚਾਹੀਦਾ ਹੈ। 4 ਮਹੀਨੇ ਤੋਂ ਅਸੀਂ ਟੀਚਰਾਂ ਨੂੰ ਬੋਲ ਰਹੇ ਹਾਂ ਕੰਮ ਹੋ ਜਾਏਗਾ। ਕਮ ਸੇ ਕਮ ਕੋਈ ਤੇ ਮਤਲਬ ਸਾਨੂੰ ਕਹਿਣ, ਸਾਨੂੰ ਇੱਕ ਪ੍ਰੋਪਰ ਡੇਟ ਤੇ ਦੇਣ। ਹਲੇ ਵੀ ਕਹਿੰਦੇ ਨੇ ਜੀ ਫਾਈਲ ਗਈ ਹੋਈ ਹੈ, ਜਦੋਂ ਸਾਈਨ ਹੋ ਕੇ ਆ ਗਏ ਉਦੋਂ ਅਸੀਂ ਤੁਹਾਨੂੰ ਬੁਲਾ ਲਾਂਗੇ। ਐਸਾ ਤਾਂ ਕੋਈ ਸਾਨੂੰ ਕੁਝ ਆਸਾਨ ਨਹੀਂ ਲੱਗ ਰਿਹਾ ਕੁਝ ਵੀ ਕੰਮ ਦੇ। ਜਦੋਂ ਹੋਏਗਾ ਤਾਂ ਦੇਖਿਆ ਜਾਏ। ਬਿਲਕੁਲ ਭੈਣ ਜੀ, ਮੈਂ ਤੁਹਾਨੂੰ ਕਹਾਂਗਾ ਤੁਸੀਂ ਇਸ ਮਾਮਲੇ ਜ਼ਰੂਰ ਬੋਲੋ ਕਿਉਂਕਿ ਇਹ ਸਾਰੇ ਕੈਂਪੇਨ ਦੀ ਮੈਂ ਕਹਿੰਦਾ ਲੀਡ ਤੁਸੀਂ ਕਰ ਰਹੇ ਹੈਗੇ ਹੋ ਤੇ ਬੱਲੀ ਸਾਹਿਬ ਨਾਲ ਤੁਸੀਂ ਗੱਲਾਂ ਵੀ ਕਰਦੇ ਰਹੇ ਹੋ। ਤੁਹਾਨੂੰ ਹੁਣ ਕੀ ਲੱਗਦਾ ਹੈਗਾ ਕਿ ਜੋ ਬੱਲੀ ਸਾਹਿਬ ਕਹਿ ਰਹੇ ਨੇ ਉਹਦੇ ਉੱਤੇ ਸਾਰੀ ਟੀਚਰਾਂ ਤੁਹਾਡੇ ਸਾਹਮਣੇ ਕਹਿ ਰਹੀਆਂ ਨੇ ਕਿ ਉਹਨਾਂ ਨੂੰ ਭਰੋਸਾ ਨਹੀਂ ਹੈ? ਤੁਹਾਨੂੰ ਭਰੋਸਾ ਹੈ ਜਾਂ ਤੁਹਾਨੂੰ ਵੀ ਭਰੋਸਾ ਨਹੀਂ ਹੈ? ਤੁਹਾਡਾ ਪਰਸਨਲ ਕੀ ਰਾਏ? ਦੇਖੋ ਜੀ ਮੈਂ ਅੱਜ ਬੜੇ ਵਿਸ਼ਵਾਸ ਨਾਲ ਆਈ ਸੀ, ਪਰ ਉਹਨਾਂ ਦੇ ਉਹ ਗੱਲਾਂ ਸੁਣ ਕੇ ਤਾਂ ਮੇਰੀ ਆਤਮਾ ਹੀ ਟੁੱਟ ਗਈ। ਮੇਰੇ ਤਾਂ ਉਸ ਟਾਈਮ ਦੇ ਸਿਰ 'ਚ ਦਰਦ ਹੋ ਰਹੀ ਹੈ ਕਿ ਇਹ ਕਹਾਣੀਆਂ ਕੀ ਪਾਉਂਦੇ ਨੇ, ਕਦੇ ਮੇਅਰ, ਕਦੇ ਇੰਸਪੈਕਟਰ, ਕਦੇ ਕੀ। ਮਤਲਬ ਕਿ ਅਗਰ ਉਹਨਾਂ ਨੇ ਆਪਣਾ ਕੰਮ ਕਰਨਾ ਹੋਇਆ ਨਾ
ਤੇ ਬੀਜੇਪੀ ਦੇ ਇੰਨੇ ਵੱਡੇ ਨੇਤਾ ਰਹਿ ਚੁੱਕੇ ਨੇ, ਇਹ ਛੋਟਾ ਜਿਹਾ ਕੰਮ ਤੇ ਬੜੇ ਆਰਾਮ ਨਾਲ ਕਰਾ ਸਕਦੇ ਨੇ। ਹੁਣ ਤਾਂ ਤੇ ਆਮ ਆਦਮੀ ਪਾਰਟੀ ਨਾ ਚਲੋ ਉਹ ਤੇ ਦਲ ਤੇਜ ਹੁੰਦਾ ਰਿਹਾ, ਹੁਣ ਵੀ ਸਿਸੋਦੀਆ ਜੀ ਕਹਿੰਦੇ ਮੇਰੀ ਇੱਜ਼ਤ ਕਰਦੇ ਨੇ, ਕੇਜਰੀਵਾਲ ਸਾਹਿਬ ਮੇਰੀ ਇੱਜ਼ਤ ਕਰਦੇ ਨੇ, ਇਹ ਤਾਂ ਇੱਕ ਚੁਟਕੀ ਦਾ ਕੰਮ ਹੈ। ਫਿਰ ਗੱਲ ਸੁਣੋ, ਉਹ ਕਹਿੰਦੇ ਕਿ ਮੈਂ ਪ੍ਰਿੰਸੀਪਲ ਦੀ ਕੋਈ ਬੁੱਕਤ ਹੀ ਨਹੀਂ ਸਮਝਦਾ, ਸੈਕਟਰੀ ਸਾਹਿਬ ਦੀ ਵੀ ਉਹਨਾਂ ਦੀ ਵੀ ਕੋਈ ਬੁੱਕਤ ਨਹੀਂ, ਚੇਅਰਮੈਨ ਸਾਹਿਬ ਦੀ ਜ਼ਰਾ ਬੁੱਕਤ ਹੈ। ਗੱਲ ਸੁਣੋ, ਮੇਨ ਜਿਹੜਾ ਹੈ ਸਕੂਲ ਦੇ ਵਿੱਚ ਪ੍ਰਿੰਸੀਪਲ ਬਹੁਤ ਹੈ ਸਾਡੀ ਸਭ ਤੋਂ ਵੱਡੀ ਸਾਡੀ ਉਹੀ ਹੈ ਜਿਹਦੇ ਅੰਦਰ ਅਸੀਂ ਨੌਕਰੀ ਕਰਦੇ ਹਾਂ। ਜਦੋਂ ਅਸੀਂ ਸਕੂਲ 'ਚ ਜਾਂਦੇ ਹਾਂ ਤੇ ਸਾਡੇ ਜਿਹੜੇ ਇੰਸਪੈਕਟਰ ਨੇ ਉਹਨਾਂ ਕੋਲੋਂ ਸਾਡੀ ਰਿਪੋਰਟ ਲੈਂਦੇ ਨੇ ਕਿ ਅਸੀਂ ਗਲਤ ਕੰਮ ਕਰ ਰਹੇ ਹਾਂ, ਠੀਕ ਕਰ ਰਹੇ ਹਾਂ, ਕਿਸ ਤਰ੍ਹਾਂ ਕਰ ਰਹੇ ਹਾਂ। ਸਾਨੂੰ ਸੈਲਰੀ ਦਾ ਵੀ ਉਹੀ ਸਾਈਨ ਕਰਦੇ ਨੇ, ਸਾਡੇ ਸਕੂਲ ਵਿੱਚ ਰਿਕਾਰਡ ਵੀ ਅੱਛੇ ਉਹੀ ਬਣਾਉਂਦੇ ਨੇ। ਤੇ ਪ੍ਰਿੰਸੀਪਲ ਦੀ ਤਾਂ ਸਭ ਤੋਂ ਜ਼ਿਆਦਾ ਵੈਲਿਊ ਹੈ। ਅਗਰ ਪ੍ਰਿੰਸੀਪਲ ਨੂੰ ਮੇਅਰ ਦੇ ਪਿੱਛੋਂ ਸਾਈਨ ਆਈ ਹੋਈ ਹੈ, ਆਰਡਰ ਆਏ ਹੋਏ ਨੇ, ਤੇ ਤਾਂ ਹੀ ਉਹ ਸਕੂਲਾਂ ਵਿੱਚ ਪੜ੍ਹਾਉਂਦੇ ਰਹੇ ਨੇ ਨਾ। ਅਗਰ ਉਹਨਾਂ ਨੂੰ ਪਰਮਿਸ਼ਨ ਨਾ ਹੁੰਦੀ ਉਹ ਸਾਨੂੰ ਕਿੱਥੋਂ ਪੜ੍ਹਾਉਣ ਦਿੰਦੇ। ਇਸ ਕਰਕੇ ਦੇਖੋ ਇਹ ਬੇਫਾਲਤੂ ਗੱਲਾਂ ਨੇ ਨਾ, ਗੱਲਾਂ ਦਾ ਕੋਈ ਬੁੱਕਤ ਨਹੀਂ ਹੈ। ਘੁਮਾ ਕੇ ਗੱਲ ਕਰਨੀ, ਕਦੇ ਸੈਕਟਰੀ ਕਦੇ ਡਿਮਾਂਡ, ਇਹ ਬੇਤੁਕੀਆਂ ਗੱਲਾਂ ਨੇ। ਅਗਰ ਤੁਸੀਂ ਇਹ ਜੁਆਇਨਿੰਗ ਦੇਣੀ ਹੈ, ਤੁਹਾਨੂੰ ਕੋਈ ਮਤਲਬ ਨਹੀਂ, ਅਸੀਂ ਤੁਹਾਨੂੰ ਜੁਆਇਨਿੰਗ ਲੈਟਰ ਦੇ ਰਹੇ ਹਾਂ ਭਰਾ ਕੇ, ਸਾਈਨ ਪ੍ਰਿੰਸੀਪਲ ਦੇ ਕਰਾ ਕੇ ਦੇ ਰਹੇ ਹਾਂ ਨਾ ਸਕੂਲ ਤੋਂ, ਤੇ ਫਿਰ ਇਸ ਤੋਂ ਵੱਡਾ ਪ੍ਰੂਫ ਕੀ ਹੋਏਗਾ। ਮੈਂ ਬਾਤ ਕਹਿੰਦੇ ਪ੍ਰਿੰਸੀਪਲ ਦਾ ਸਾਈਨ ਨਹੀਂ ਚੱਲੇਗਾ, ਐਸਆਈ ਦੇ ਸਾਈਨ ਦੇ ਬਿਨਾਂ ਅਸੀਂ ਤੇ ਗੱਲ ਹੀ ਨਹੀਂ ਕਰਨੀ। ਤੇ ਮਤਲਬ ਪ੍ਰਿੰਸੀਪਲ ਦੀ ਕੋਈ ਸਕੂਲ 'ਚ ਬੁੱਕਤ ਨਹੀਂ ਹੈ। ਹਰ ਮਹੀਨੇ ਤੁਸੀਂ ਅਟੈਂਡੈਂਸ ਫਾਰਮ ਤੇ ਸਾਈਨ ਕਿੱਥੇ ਲੈਂਦੇ ਹੋ, ਮੈਨੂੰ ਇਹ ਦੱਸੋ ਨਾ, ਸਾਈਨ ਕਿੱਥੇ ਲੈਂਦੇ ਹੋ? ਸਾਈਨ ਤੇ ਪ੍ਰਿੰਸੀਪਲ ਕਰਕੇ ਦਿੰਦੀ ਹੈ ਨਾ, ਉਹਨਾਂ ਹੀ ਮੰਨਦੇ ਹਨ। ਫਿਰ ਉਹਨਾਂ ਦਾ ਕਿਉਂ ਮੰਨਦੇ ਆ? ਫਿਰ ਅਸੀਂ ਆਪਣੇ ਸਾਈਨ ਆਪੇ ਕਰਕੇ ਦੇ ਦਾਂਗੇ। ਹਰ ਮਹੀਨੇ ਜਿਹੜੇ ਅਟੈਂਡੈਂਸ ਫਾਰਮ ਤੇ ਸਾਈਨ ਹੁੰਦੇ ਨਾ, ਪ੍ਰਿੰਸੀਪਲ ਹੀ ਦਿੰਦੀ ਹੈ। ਸਾਡੀ ਪੂਰੀ ਜਿਹੜੀ ਰਿਪੋਰਟ ਮਿਲਦੀ ਹੈ ਪ੍ਰਿੰਸੀਪਲ ਹੀ ਦਿੰਦੀ ਹੈ। ਪ੍ਰਿੰਸੀਪਲ ਸਾਡੇ ਵਾਸਤੇ ਦੇਵਤਾ ਹੈ, ਕਿਉਂਕਿ ਅਸੀਂ ਉਹਦੇ ਸਕੂਲ 'ਚ ਨੌਕਰੀ ਕਰਦੇ ਹਾਂ, ਉਹਦੇ ਅੰਡਰ ਨੌਕਰੀ ਕਰਦੇ ਹਾਂ। ਅਸੀਂ ਉਹਦਾ ਬੁਰਾ ਕਿਵੇਂ ਕਰਾਂਗੇ? ਜੇ ਅਸੀਂ ਕਿਵੇਂ ਕਹਾਂਗੇ ਕਿ ਇਸ ਦਾ ਪਿੱਛੋਂ ਆਰਡਰ ਲੈ ਕੇ ਆਵਾਂਗੇ? ਇਹਦਾ ਮਤਲਬ ਪ੍ਰਿੰਸੀਪਲ ਦੀ ਬੁੱਕਤ ਖਤਮ। ਦੇਖੋ ਹਮੇਸ਼ਾ ਹੀ ਅਸੀਂ ਆਪਣਾ ਇੱਥੋਂ ਸਾਨੂੰ ਇੱਕ ਜੁਆਇਨਿੰਗ ਲੈਟਰ ਦਿੱਤਾ ਜਾਂਦਾ ਹੈ, ਅਸੀਂ ਉਹ ਭਰਾ ਕੇ ਤੇ ਜਮ੍ਹਾਂ ਕਰਾਉਂਦੇ ਹਾਂ, ਸਾਡੀ ਨੌਕਰੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਉਹਨਾਂ ਕੋਲ ਅਗਰ ਉਹਨਾਂ ਕੋਲ ਪਰਮਿਸ਼ਨ ਨਾ ਹੋਵੇ ਮੇਅਰ ਦੀ, ਉਹ ਸਾਨੂੰ ਸਕੂਲ 'ਚ ਐਂਟਰੀ ਨਾ ਕਰਨ ਦੇਣ, ਜਾਂ ਕੋਈ ਪ੍ਰੋਬਲਮ ਹੋਏ ਸਾਨੂੰ ਦੱਸਣ ਹੀ ਨਾ। ਜਦੋਂ ਪ੍ਰਿੰਸੀਪਲ ਕੋਲ ਪੂਰੀ ਆਪਣੀ ਨੌਕਰੀ ਬਚਾਉਣ ਵਾਸਤੇ ਇੱਕ ਆਰਡਰ ਹੁੰਦੇ ਨੇ, ਉਹ ਬੰਦਾ ਹੀ ਐਂਟਰੀ ਕਰ ਸਕਦਾ ਹੈ ਜਿਹਦੇ ਕੋਲ ਉਹਨਾਂ ਦੇ ਆਰਡਰ ਹੁੰਦੇ ਨੇ ਕਿ ਫਲਾਣੇ ਬੰਦੇ ਨੂੰ ਤੁਸੀਂ ਅੰਦਰ ਉਹਦੀ ਐਂਟਰੀ ਕਰਾ ਸਕਦੇ ਹੋ ਜਿਨ੍ਹਾਂ ਦੀ ਪਿੱਛੋਂ ਪਰਮਿਸ਼ਨ ਹੁੰਦੀ ਹੈ। ਸਾਡੀ ਤਾਂ 30 ਸਾਲ ਤੋਂ ਪਰਮਿਸ਼ਨ ਹੈਗੀ ਹੈ। ਇਹ ਤਾਂ ਨਵੀਂ ਚੀਜ਼ ਬਣ ਗਈ ਕਿ ਮੇਅਰ ਕੋਲ ਜਾਓ ਜੀ, ਅਸੀਂ ਕਿਉਂ ਜਾਵਾਂਗੇ? ਅਸੀਂ ਸਕੂਲਾਂ 'ਚ ਜਾ ਰਹੇ ਹਾਂ, ਸਾਡੀ ਬੋਸ ਸਾਡੇ ਸਾਈਨ ਕਰਕੇ ਦੇ ਰਹੀ ਹੈ, ਅਸੀਂ ਤੁਹਾਨੂੰ ਸਾਈਨ ਕਰਕੇ ਉਹ ਕਾਗਜ਼ਾਂ ਨੂੰ ਦੇ ਦਿੰਦੇ ਹਾਂ, ਤੇ ਤੁਸੀਂ ਉਸ ਤੋਂ ਬਾਅਦ ਸਾਨੂੰ ਜੁਆਇਨਿੰਗ ਦੇ ਦਿਓ। ਜੋ ਦੂਸਰਿਆਂ ਨੇ ਕੀਤਾ ਉਹ ਸਾਡੇ ਨਾਲ ਹੀ ਹਿਸਾਬ ਹੋਣਾ ਚਾਹੀਦਾ। ਬਾਕੀ ਤੁਸੀਂ ਕਹਿੰਦੇ ਹੋ ਕਿ ਮੈਂ ਬੀਜੇਪੀ ਦਾ ਬੜਾ ਵੱਡਾ ਨੇਤਾ ਰਹਿ ਚੁੱਕਿਆ, ਸਾਰੇ ਜਿਹੜੇ ਨੇ ਮੇਰੇ ਬੜੇ ਉਹ ਹੈਗੇ ਨੇ ਨਜ਼ਦੀਕੀ ਨੇ, ਤੇ ਤੁਸੀਂ ਤਾਂ ਇੱਕ ਚੁਟਕੀ ਦੀ ਖੇੜਾ ਸਾਈਨ ਕਰਾ ਸਕਦੇ ਹੋ, ਸਿਸੋਦੀਆ ਤੋਂ ਵੀ ਕਰਾ ਸਕਦੇ ਹੋ, ਕਿਹੜੇ ਸਭ ਕੋਲੋਂ ਕਰਾ ਸਕਦੇ ਹੋ। ਇਹ ਉਹਨਾਂ ਵਾਸਤੇ ਵੱਡੀ ਚੀਜ਼ ਨਹੀਂ ਹੈ ਸਾਈਨ ਕਰਾਉਣੀ। ਅਗਰ ਮੈਂ ਇੰਨੀ ਵੱਡੀ ਲੀਡਰ ਹੁੰਦੀ ਮੈਂ ਤਾਂ ਮਿੰਟ ਕਰਾ ਲੈਂਦੀ। ਮੇਰੇ ਅੱਜ ਤੱਕ ਕੋਈ ਅਥਾਰਟੀ ਨਹੀਂ ਹੈ। ਮੈਂ ਤਾਂ ਟੀਚਰਾਂ ਨੂੰ ਸਮਝਾ ਸਕਦੀ ਹਾਂ ਬਈ ਆਪਾਂ ਕੋਸ਼ਿਸ਼ ਕਰ ਸਕਦੇ ਹਾਂ, ਪਰ ਕੋਸ਼ਿਸ਼ ਕਰਨ ਤੋਂ ਬਾਅਦ ਅਸੀਂ ਨਿਰਾਸ਼ ਹੀ ਜਾਂਦੇ ਹਾਂ। ਸਾਡੇ ਅੱਜ ਦੇਖੋ ਸਾਡਾ ਜੋ ਹਾਲ ਹੈ ਨਾ, ਅਸੀਂ ਕਰੋ ਨਹੀਂ ਰਹੇ, 2 ਦਿਨ ਮੰਜੀ ਤੋਂ ਨਹੀਂ ਉੱਠਾਂਗੇ। ਮੈਂ ਤਾਂ ਕਹਿੰਦੀ ਕੇਜਰੀਵਾਲ ਸਰਕਾਰ ਨੂੰ ਥੋੜੀ ਜਿਹੀ ਰਿਅਲਾਈਜ਼ ਕਰਨਾ ਚਾਹੀਦਾ। ਮੈਂ ਤਾਂ ਕਹਿੰਦੀ ਆਓ ਸਾਨੂੰ ਟਾਈਮ ਅਸੀਂ ਹੁਣ ਮਿਲਿਆ, ਆਪਣੇ ਦੁੱਖ ਦੱਸੀਏ ਕਿ ਅਸੀਂ ਕਿੰਨੇ ਪਰੇਸ਼ਾਨ ਹਾਂ, ਅਸੀਂ ਕਿੰਨੇ ਉਮੀਦਾਂ ਨਾਲ ਲਾ ਕੇ ਖੜਦੇ, ਸਾਨੂੰ ਕੀ ਉਮੀਦ ਮਿਲਦੀ ਹੈ? ਕੁਝ ਵੀ ਨਹੀਂ। ਆਖਿਰ ਤੇ ਫਿਰ ਉਹੀ ਹਾਲ। ਅਸੀਂ ਹੁਣ ਵੀ ਇਹ ਕਹਾਂਗੇ ਕਿ ਇਹਨਾਂ ਛੋਟੇ ਮੋਟੇ ਲਟਕੇ ਵਟਕੇ ਨੂੰ ਛੱਡੋ। ਜੋ ਪ੍ਰਿੰਸੀਪਲ ਹੈ ਉਹ ਡਿਮਾਂਡ ਲੈਟਰ ਭਰ ਕੇ ਦੇ ਰਹੇ ਨੇ, ਤੁਸੀਂ ਉਹ ਡਿਮਾਂਡ ਲੈਟਰ ਆਪਣੇ ਕੋਲ ਜਮ੍ਹਾਂ ਕਰਾਓ, ਸਾਨੂੰ ਜੁਆਇਨਿੰਗ ਦਿਓ। ਬਿਲਕੁਲ ਸੰਗਤ ਜੀ, ਮਸਲਾ ਜਿੱਥੋਂ ਸ਼ੁਰੂ ਹੋਇਆ ਸੀ ਕਿਤੇ ਨਾ ਕਿਤੇ ਉੱਥੇ ਦਾ ਉੱਥੇ ਹੀ ਖਲੋਤਾ ਦਿਖ ਰਿਹਾ ਹੈਗਾ। ਪੰਜਾਬੀ ਮਾਂ ਬੋਲੀ ਦਾ ਮਸਲਾ, ਪੰਜਾਬੀ ਮਾਂ ਬੋਲੀ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਦਾ ਇਹ ਜਿਹੜਾ ਮਸਲਾ ਤੁਸੀਂ ਦੇਖ ਰਹੇ ਹੈਗੇ ਹੋ, ਫਾਈਲਾਂ ਦੇ ਅੰਦਰ ਕਿਤੇ ਨਾ ਕਿਤੇ ਦਫਨ ਕਰ ਦਿੱਤਾ ਗਿਆ ਹੈਗਾ। ਬੀਜੇਪੀ ਵਰਸਸ ਆਮ ਆਦਮੀ ਪਾਰਟੀ ਦੀ ਅਗਰ ਅਸੀਂ ਗੱਲ ਕਰੀਏ ਤੇ ਇੱਕ ਗੇਮ ਕਹਿ ਲਈਏ ਜਾਂ ਪੇਪਰ ਵਰਕ ਕਹਿ ਲਈਏ, ਦਖਲਅੰਦਾਜ਼ੀ ਦੇ ਤੌਰ ਦੇ ਉੱਤੇ ਕਿ ਜਿਸ ਵੇਲੇ ਆਰਡਰ ਆਏਗਾ ਤਦ ਹੀ ਕੁਝ ਕਰ ਸਕਦੇ ਨੇ। ਬੱਲੀ ਸਾਹਿਬ ਨੇ ਔਨ ਰਿਕਾਰਡ ਕਹਿਤਾ ਜੀ ਮੈਂ ਤੁਹਾਨੂੰ ਗਰੰਟੀ ਦੇਣਾ ਮਗਰ ਨੌਕਰੀ ਤੋਂ ਨਹੀਂ ਕੱਢਾਂਗਾ, ਲੇਕਿਨ ਇਹ ਗੱਲ ਤਦ ਲਾਗੂ ਹੋਏਗੀ ਜਿਸ ਵੇਲੇ ਉਹਨਾਂ ਕੋਲ ਫਾਈਲ ਆਏਗੀ। ਲੇਕਿਨ ਉਹ ਫਾਈਲ ਕਦੋਂ ਆਏਗੀ ਇਹਦਾ ਜਵਾਬ ਕਿਸੇ ਦੇ ਕੋਲ ਨਹੀਂ ਹੈ ਜੀ। ਫਾਈਲ ਵਾਪਿਸ ਕਦੀ ਨਹੀਂ ਆਉਂਦੀ, ਫਾਈਲਾਂ ਜਾਂਦੀਆਂ ਜ਼ਰੂਰ ਹੈ ਪਰ ਵਾਪਿਸ ਨਹੀਂ ਆਉਂਦੀਆਂ, ਇਸ ਲਈ ਅਸੀਂ ਇਹਨਾਂ ਦੇ ਫੈਸਲੇ ਤੋਂ ਨਿਰਾਸ਼ ਹਾਂ। ਬਾਕੀ ਸਾਡਾ ਤੁਸੀਂ ਉਹਨਾਂ ਨੂੰ ਕਹੋ ਡਿਮਾਂਡ ਲੈਟਰ ਨੇ ਜਿਹੜੇ ਸਕੂਲਾਂ ਸਾਡੀ ਪ੍ਰਿੰਸੀਪਲ ਸਾਡੀ ਬੋਸ ਹੈਗੀ ਹੈ, ਅਸੀਂ ਉਹਦੇ ਅੰਡਰ ਨੌਕਰੀ ਕਰਦੇ ਹਾਂ, ਉਹਨਾਂ ਕੋਲ ਸਾਡਾ ਡਿਮਾਂਡ ਲੈਟਰ ਜਿਹੜਾ ਦਿੰਦੇ ਨੇ ਅਸੀਂ ਕੱਲ੍ਹ ਹੀ ਭਰਾ ਕੇ ਨਾ ਦਿੰਦੇ, ਸਾਨੂੰ ਜੁਆਇਨਿੰਗ ਦੇ ਦੇਣ, ਕਹਾਣੀ ਖਤਮ। ਅਸੀਂ ਪ੍ਰਿੰਸੀਪਲ ਐਡਾ ਵੱਡਾ ਮੇਅਰ ਅਸੀਂ ਕੀ ਹੁੰਦੇ ਹਾਂ ਅੱਗੇ? ਅਸੀਂ ਉਹਦੇ ਕੋਲ ਨਿੱਕੇ ਜਿਹੇ ਸਾਈਨ ਕਰਾਉਣ ਜਾਵਾਂਗੇ 6000 ਦੀ ਨੌਕਰੀ ਦੇ? ਸ਼ਰਮ ਕਰਨੀ ਚਾਹੀਦੀ ਸਾਨੂੰ ਲੋਕਾਂ ਨੂੰ। ਅਸੀਂ ਮੇਅਰ ਦੇ ਕੋਲ 6000 ਦੇ ਸਾਈਨ ਕਰਾਉਣ ਜਾਵਾਂਗੇ, ਭਈਆ 6000 ਦੀ ਭਿੱਖਿਆ ਹੈ, ਸਾਡੇ ਸਾਈਨ ਕਰ ਦਿਓ। ਕਮਾਲ ਹੈ ਬਈ, ਕੀ ਬਾਤ ਹੈ। ਪੰਜਾਬੀ ਤੁਸੀਂ ਉਹ ਕਰੋ ਨਾ, ਆਪਣਾ ਸਿੱਧਾ ਜੁਆਇਨਿੰਗ ਦਿਓ, ਆਨਲਾਈਨ ਕਲਾਸਾਂ ਸ਼ੁਰੂ ਕਰੋ, ਕਹਾਣੀ ਖਤਮ। ਜੇ ਤੁਸੀਂ ਨਹੀਂ ਕਰਾਣੀ
ਤੇ ਉਹ ਤੁਹਾਡੀ ਮਰਜ਼ੀ ਹੈ। ਅਸੀਂ ਆਪਣੇ ਰੁਤਬੇ ਨੂੰ ਕਦੀ ਘੱਟ ਨਹੀਂ ਹੋਣ ਦਿੱਤਾ। ਪੰਜਾਬੀ ਹੈਗੇ, ਪੰਜਾਬੀ ਦੇ ਰੁਤਬੇ ਨੂੰ ਕਦੀ ਘੱਟ ਨਹੀਂ ਹੋਣ ਦਿੱਤਾ। ਬੱਲੀ ਸਾਹਿਬ ਦਾ ਇਹ ਕਹਿਣਾ ਕਿ ਤੁਸੀਂ ਮੇਅਰ ਦੇ ਕੋਲ ਅੱਗੇ ਹੱਥ ਜੋੜੋ ਜਾਂ ਐਸਆਈ ਦੇ ਅੱਗੇ ਹੱਥ ਜੋੜੋ, ਅਸੀਂ ਐਨੇ ਗਿਰ ਕੇ ਅਸੀਂ ਕਦੀ ਨਹੀਂ ਕਿਸੇ ਕੋਲ ਜਾਵਾਂਗੇ। ਨਹੀਂ ਨੌਕਰੀ ਦੇਣੀ ਸਭ ਜਵਾਬ ਦਿਓ ਕਿ ਨਹੀਂ ਦੇਣੀ, ਬਟ ਇਹ ਬਹਾਨੇਬਾਜ਼ੀ ਲਗਾਉਣਾ ਛੱਡ ਦਿਓ। ਇਹ ਛੱਡ ਦਿਓ। ਲਿੰਕ ਸਾਡਾ ਪੰਜਾਬੀ ਅਕੈਡਮੀ ਨਾਲ ਬਿਲਕੁਲ ਨਹੀਂ ਹੈ, ਨਾ ਐਮਸੀਡੀ ਨਾਲ ਹੈ। ਤੁਸੀਂ ਸਾਨੂੰ ਐਮਪਲੋਇਮੈਂਟ ਲੈਟਰ ਦਿੰਦੇ ਹੋ ਔਰ ਅਸੀਂ ਜੁਆਇਨ ਕਰਨੇ ਆ ਸਕੂਲਾਂ ਦੇ ਅੰਦਰ, ਸਾਡਾ ਮਤਲਬ ਹੀ ਨਹੀਂ ਹੈ ਕਿ ਐਮਸੀਡੀ ਨਾਲ, ਸਾਡਾ ਲਿੰਕ ਤੁਹਾਡੇ ਨਾਲ ਹੈ। ਦੂਸਰੀ ਗੱਲ ਸਰ, ਦੂਸਰੀ ਗੱਲ ਇਹ ਹੈ, ਇਹਨਾਂ ਨੇ ਸਾਨੂੰ ਇਹ ਬੋਲਿਆ ਕਿ ਤੁਹਾਡੇ ਕੋਲੇ ਡਿਮਾਂਡ ਲੈਟਰ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਜਿਸ ਦਿਨ ਸਾਡੀ ਅਪਾਇੰਟਮੈਂਟ ਹੋਈ ਹੈ, ਡਿਮਾਂਡ ਲੈਟਰ ਲੈ ਕੇ ਹੀ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਸਾਰਾ ਕੁਝ ਕੀਤਾ ਹੈ। ਔਰ ਜੇ ਇਹ ਕਹਿੰਦੇ ਨੇ 15 ਬੱਚੇ, ਸਾਡੇ ਕੋਲੇ 100 ਬੱਚਾ ਪੜ ਰਿਹਾ ਪੰਜਾਬੀ ਦਾ। ਔਰ ਹਰ ਵਾਰ ਐਸਆਈ ਆਉਂਦੇ ਆ, सब कुछ लिख के लेके जाते हैं, संख्या लिख के लेके जाते हैं, क्लासा चैक करते हैं, लेकिन उसके बाद विच फिर उस गल ते आ जाते हैं कि तुसी लिखवाओ। लेकिन यह गल सानू भी समझ नहीं आती। ये दसो भी मेयर क्यों लिख के देगा ਜਾਂ सानू वो क्यों लिख के देणगे? ये काम तो इन्हां दा ही है ना। ये एक ਅਸੀਂ विश्वास नहीं कर सकते। हले तक तो साडी उम्मीद टुटी हुई है। अगर वो कह रहे हैं ਅਸੀਂ इन्ना भला करते हैं, ਇੰਨਾ ਭਲਾ ਕਰਦੇ ਆ ਤਾਂ ਠੀਕ ਹੈ, ਫਿਰ ਨੌਕਰੀ ਬਹਾਲ ਕਰ ਦੋ ਨਾ। ਤੁਹਾਡੇ ਆਪਣੇ ਹੱਥ ਦੇ ਵਿੱਚ ਜਦੋਂ ਤੁਸੀਂ ਕਹਿੰਦੇ ਹੋ ਮੈਂ ਇੰਨੇ ਸਾਲਾਂ ਤੋਂ ਜਿੰਦਾਬਾਦ ਕਰਵਾ ਰਹੇ ਹਾਂ, ਇੰਨੇ ਕੰਮ ਕੀਤੇ ਨੇ ਸਮਾਜ ਸੇਵਾ ਦੇ, ਤੇ ਫਿਰ ਇਹ ਤਾਂ ਤੁਹਾਡੇ ਆਪਣੇ ਹੱਥ ਦੇ ਵਿੱਚ ਕਿਉਂ ਨਹੀਂ ਕਰਦੇ ਹੋ? ਪੂਰੇ ਵਰਲਡ ਦੇ ਅੰਦਰ ਸਿੱਖਾਂ ਨੇ ਆਪਣੀ ਪੰਜਾਬੀਅਤ ਦੇ ਝੰਡੇ ਗੱਡੇ ਨੇ। ਕੈਨੇਡਾ ਦੀ ਗੱਲ ਕਰ ਲਈਏ, ਨਿਊਜ਼ੀਲੈਂਡ ਦੀ ਗੱਲ ਕਰ ਲਈਏ, 에ਅਰਪੋਰਟ ਦੇ ਉੱਤੇ ਵੱਡੀ ਵੱਡੀ ਮਾਰਕੀਟ ਹੈ, ਈਵਨ ਤੱਕ ਕਿ ਉਹਨਾਂ ਦੇ ਬੈਂਕਸ ਤੱਕ ਦੇ ਅੰਦਰ ਪੰਜਾਬੀ ਦੇ ਫਾਰਮ ਅਵੇਲੇਬਲ ਨੇ। ਮਗਰ ਦਿੱਲੀ ਦੀ ਗੱਲ ਕਰ ਲਈਏ, ਕੈਪੀਟਲ ਆਫ ਇੰਡੀਆ, ਅੱਜ ਪੰਜਾਬੀ ਅਕੈਡਮੀ ਦੀ ਬਾਉਂਡਰੀ ਦੇ ਅੰਦਰ ਪੰਜਾਬੀ ਅਕੈਡਮੀ ਦੀਆਂ 93 ਟੀਚਰਾਂ, ਅਸੀਂ ਪਹਿਲੇ 95 ਕਹਿੰਦੇ ਸੀ, ਅੱਜ ਬੱਲੀ ਸਾਹਿਬ ਨੇ ਔਨ ਪੇਪਰ ਕਰੈਕਟ ਕੀਤਾ 93 93 ਟੀਚਰਾਂ ਦੀ ਗੱਲ ਹੈ। ਅੱਜ ਦਰ ਦੀਆਂ ਠੋਕਰਾਂ ਖਾ ਰਹੀਆਂ ਨੇ। ਪੰਜਾਬੀ ਮਾਂ ਬੋਲੀ ਦੇ ਲਈ ਨਾ ਅੱਜ ਇੱਥੇ ਕੋਈ ਸਿੱਖ ਲੀਡਰ ਮੌਜੂਦ ਹੈ, ਨਾ ਕੋਈ ਪੋਲੀਟੀਕਲ ਲੀਡਰ ਮੌਜੂਦ ਹੈ, ਕਿਉਂਕਿ ਸਾਰਿਆਂ ਨੂੰ ਜਾਂ ਤੇ ਕਮੇਟੀਆਂ ਬਣਾਉਣ ਦੀ ਚਿੰਤਾ ਹੈ ਜਾਂ ਸਰਕਾਰ ਬਣਾਉਣ ਦੀ ਚਿੰਤਾ ਹੈ। ਮਾਂ ਬੋਲੀ ਦੀ ਚਿੰਤਾ ਸ਼ਾਇਦ ਕਿਸੇ ਨੂੰ ਨਹੀਂ ਹੈ, ਕਿਉਂਕਿ ਅਗਰ ਅੱਜ ਇਹ 93 ਪਰਿਵਾਰਾਂ ਦੀ ਗੱਲ ਕਰ ਲਈਏ, ਕਿਉਂਕਿ 93 ਟੀਚਰਾਂ ਦੇ ਨਾਲ 93 ਪਰਿਵਾਰ ਵੀ ਜੁੜੇ ਹੋਏ ਨੇ। ਇਹਨਾਂ ਦੀ ਰਾਖੀ ਦੇ ਲਈ, ਇਹਨਾਂ ਦੇ ਹੱਕ ਦੇ ਲਈ ਪੰਜਾਬੀ ਅਕੈਡਮੀ ਵਾਲਿਆਂ ਨੇ ਵੀ ਅੱਜ ਹੱਥ ਖੜੇ ਕਰ ਦਿੱਤੇ ਨੇ ਕਿ ਜਦੋਂ ਮੇਅਰ ਦਾ ਲੈਟਰ ਆਏਗਾ ਤਦ ਹੀ ਆਪਾਂ ਕੁਝ ਕਰ ਪਾਵਾਂਗੇ। ਸੋਚਣਾ ਚਾਹੀਦਾ, ਪੂਰੇ ਵਰਲਡ 'ਚ ਬੈਠੇ ਕੇਜਰੀਵਾਲ ਸਰਕਾਰ ਕੋਲੋਂ ਸਵਾਲ ਪੁੱਛਣਾ ਚਾਹੀਦਾ। ਤੇ ਸਾਡੇ ਸੋ ਕਾਲ ਜਿਹੜੇ ਸਿੱਖ ਲੀਡਰ ਹੈਗੇ ਨੇ, ਜਿਹੜਾ ਵੱਡੇ ਵੱਡੇ ਲੈਕਚਰ ਦਿੰਦੇ ਨੇ, ਦਮਜੀਏ ਮਾਰਦੇ ਹੈਗੇ ਨੇ ਕਿ ਅਸੀਂ ਆਪਣੀ ਮਾਂ ਬੋਲੀ ਦੀ ਰਾਖੀ ਲਈ ਇਹ ਕਰ ਦਾਂਗੇ, ਉਹ ਕਰ ਦਾਂਗੇ। ਇਹ ਜਿਹੜੇ 95 ਪਰਿਵਾਰ, 93 ਮੈਂ ਫਿਰ ਕਹਾਂ 95, ਕਿਉਂਕਿ ਲਗਾਤਾਰ ਸਾਨੂੰ ਇਹ ਸੁਣਨ ਨੂੰ ਮਿਲ ਰਿਹਾ ਸੀ, 93 ਟੀਚਰਾਂ ਅੱਜ ਦਰ ਦੀਆਂ ਠੋਕਰਾਂ ਖਾ ਰਹੀਆਂ ਨੇ। ਇਹਨਾਂ ਨੂੰ ਕੋਈ ਆਸ਼ਵਾਸਨ ਦੇ ਇਲਾਵਾ ਇੱਕ ਲੋਲੀਪੌਪ ਦੇ ਤੌਰ ਦੇ ਉੱਤੇ ਤਸੱਲੀ ਕਰਾ ਦਿੱਤੀ ਗਈ ਹੈ ਕਿ ਹਾਂ ਜਦੋਂ ਸਾਡੇ ਕੋਲ ਫਾਈਲ ਆਏਗੀ ਤਦ ਹੀ ਕੰਮ ਹੋਏਗਾ। ਮਾਂ ਬੋਲੀ ਕਿੱਥੇ ਖਲੋਤੀ ਹੈ, ਸਾਡੀ ਸਿੱਖ ਕੌਮ ਕਿੱਥੇ ਖਲੋਤੀ ਹੈਗੀ ਹੈ? ਇਹ ਹੁਣ ਬਾਹਰ ਬੈਠੇ ਸਾਰੇ ਵਰਲਡ ਦੇ ਜਿਹੜੇ ਸਾਡੇ ਪੰਜਾਬੀ ਵੀਰ ਹੈਗੇ ਨੇ, ਸਾਡੇ ਸਿੱਖ ਵੀਰ ਹੈਗੇ ਨੇ, ਸੋਚਣਾ ਚਾਹੀਦਾ, ਜਵਾਬ ਲੈਣਾ ਚਾਹੀਦਾ ਸਾਡੇ ਅਖੌਤੀ ਲੀਡਰਾਂ ਦੇ ਕੋਲੋਂ ਕਿ ਇਸ ਪੰਜਾਬੀਅਤ ਨੂੰ ਬਚਾਉਣ ਦੇ ਲਈ, ਇਨ 93 ਪਰਿਵਾਰਾਂ ਨੂੰ ਬਚਾਉਣ ਦੇ ਲਈ ਕੀ ਕਰ ਰਿਹਾ। ਸਾਡੀ ਕੋਸ਼ਿਸ਼ ਸੀ ਇਕਲੌਤੇ ਮੀਡੀਆ ਵਜੋਂ, ਆਪਾਂ ਫਿਰ ਕਹਿ ਦਈਏ TV 84 ਦੇ ਇਲਾਵਾ ਕਿਸੇ ਹੋਰ ਮੀਡੀਆ ਨੇ ਇਸ ਪ੍ਰੋਗਰਾਮ ਨੂੰ ਹਾਲੇ ਤੱਕ ਔਨ ਰਿਕਾਰਡ ਕਵਰ ਨਹੀਂ ਕੀਤਾ। 3 ਜਾਂ 4 ਵਾਰ ਅਸੀਂ ਆ ਚੁੱਕੇ ਹੈਗੇ ਹਾਂ, ਮਗਰ ਮੀਡੀਆ ਵੀ ਆਪਣਾ ਫਰਜ਼ ਨਹੀਂ ਨਿਭਾ ਰਿਹਾ, ਲੀਡਰ ਵੀ ਫਰਜ਼ ਨਹੀਂ ਨਿਭਾ ਰਹੇ, ਤੇ ਫਿਰ ਕੌਮ ਤੇ ਪੰਜਾਬੀਅਤ ਸਾਡੀ ਮਾਂ ਬੋਲੀ ਦੀ ਰਾਖੀ ਕੌਣ ਕਰੇਗਾ? ਇਹ ਸਵਾਲ ਆਪਾਂ ਵਿਊਵਰਸ ਦੇ ਲਈ ਛੱਡ ਕੇ ਜਾ ਰਹੇ ਹੈਗੇ ਹਾਂ। ਸਾਡੀ ਕੋਸ਼ਿਸ਼ ਹੋਏਗੀ ਅਗਲਾ ਜਿਹੜਾ ਵੀ ਪ੍ਰੋਗਰਾਮ ਟੀਚਰਸ ਦੇ ਵੱਲੋਂ ਉਲੀਕਿਆ ਜਾਏਗਾ, ਕੋਈ ਧਰਨਾ, ਕੋਈ ਪ੍ਰੋਟੈਸਟ ਦੁਬਾਰਾ ਮੀਟਿੰਗ ਹੋਏਗੀ, ਅਸੀਂ ਆਪਣਾ ਮੀਡੀਆ ਦਾ ਨਿਰਪੱਖ ਤੌਰ ਦੇ ਉੱਤੇ ਆਪਣਾ ਪੱਖ ਜ਼ਰੂਰ ਰੱਖਾਂਗੇ। ਲੈਣੇ ਸਾਰੀ ਟੀਚਰਾਂ ਤੋਂ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਾਰੀਆਂ ਟੀਚਰਾਂ ਵੱਲੋਂ ਤੁਹਾਡਾ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਦਿਲੋਂ ਧੰਨਵਾਦ ਹੈ। ਕਿਸੇ ਕੋਲੇ ਇੰਨਾ ਟਾਈਮ ਨਹੀਂ ਹੁੰਦਾ, ਸਾਡੇ ਕੋਲੇ ਵੀ ਨਹੀਂ ਇੰਨਾ ਹੁੰਦਾ, ਬੜੀ ਮੁਸ਼ਕਲ ਤੇ ਸਾਰੇ ਘਰ ਛੱਡ ਕੇ ਆਉਂਦੇ ਨੇ। ਅਸੀਂ ਬਹੁਤ ਤਾਰੀਫ ਕਰਦੇ ਹਾਂ ਕਿ ਚਲੋ ਕੋਈ ਨਹੀਂ, ਸਾਡੇ ਨਾਲ ਕੋਈ ਤੇ ਖੜਾ ਹੈ ਨਾ। ਪਹਿਲਾ ਮੀਡੀਆ ਹੈ, ਪਹਿਲਾ ਮੀਡੀਆ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਹੈ, ਅੱਜ ਤੱਕ ਕਿਸੇ ਵੀ ਮੀਡੀਆ ਨੇ ਸਾਡਾ ਇੰਨਾ ਸਾਥ ਨਹੀਂ ਦਿੱਤਾ। ਔਰ ਤੁਸੀਂ ਸਾਡੀ ਹਰ ਆਵਾਜ਼ ਨੂੰ ਬੁਲੰਦ ਉਠਾਇਆ, ਬਹੁਤ ਤੱਕ ਪਹੁੰਚਾਇਆ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚੇ, ਸਾਡੇ ਕੰਮ ਹੋ ਜਾਣ। ਔਰ ਹੋਰ ਕੋਈ ਦੇਖੇ ਨਾ ਦੇਖੇ, ਇਹ ਸਾਰੇ ਮੇਰਾ ਪ੍ਰੋਗਰਾਮ ਤੇ ਜ਼ਰੂਰ ਦੇਖਦੇ ਨੇ, ਸਭ ਤੋਂ ਪਹਿਲਾਂ ਹੀ ਦੇਖਦੇ। ਔਰ ਟੀਚਰਾਂ ਦੀਆਂ ਦੁਆਵਾਂ ਤੁਹਾਨੂੰ ਸਭ ਨੂੰ ਲੱਗਣ, ਤੁਹਾਨੂੰ ਸਾਰਿਆਂ ਨੂੰ। ਧਰਨਾ ਦਿੱਤਾ ਹੈ, ਪਰ ਇੰਨਾ ਲੰਬਾ ਸਾਥ, ਇੰਨਾ ਸਾਡੇ ਨਾਲ ਕੋਈ ਮਤਲਬ ਨਹੀਂ ਖੜਾ ਰਿਹਾ ਜੀ। ਮੀਡੀਆ ਦਾ ਕੰਮ ਇਹੋ ਹੀ ਹੁੰਦਾ ਜੋ ਮੈਂ ਨਿਭਾ ਰਿਹਾ, ਬਟ ਹੈਗਾ ਕਿ ਜਿਹੜੇ ਨਹੀਂ ਨਿਭਾ ਰਹੇ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦਾ। ਮਗਰ ਇੱਕ ਨਿਰਪੱਖ ਮੀਡੀਆ ਦੇ ਤੌਰ ਦੇ ਉੱਤੇ, ਇੱਕ ਪੰਥਕ ਮੀਡੀਆ ਦੇ ਤੌਰ ਦੇ ਉੱਤੇ ਅਸੀਂ ਆਪਣੀ ਸਿੱਖੀ ਦੇ ਲਈ, ਆਪਣੀ ਪੰਜਾਬੀਅਤ ਦੇ ਲਈ ਤੁਹਾਡੇ ਨਾਲ ਖਲੋਤੇ। ਔਰ ਅੱਗੇ ਵੀ ਤੁਹਾਨੂੰ ਕਿਸੇ ਵੀ ਪੰਥਕ ਔਰ ਪੰਜਾਬੀ ਮਸਲੇ ਦੇ ਉੱਤੇ ਹੋਰ ਕੋਈ ਆਏ ਨਾ ਆਏ, ਸਾਡਾ ਚੈਨਲ ਮੈਂ ਜ਼ਰੂਰ ਇੱਕ ਭਰਾ ਬਣ ਕੇ ਤੁਹਾਡੇ ਨਾਲ ਖਲੋਤਾ ਜ਼ਰੂਰ ਮਿਲਣਾ। ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਬਹੁਤ ਸ਼ੁਕਰੀਆ। ਸਾਡੇ ਕੋਲ ਸ਼ਬਦ ਨਹੀਂ ਹੈ ਤੁਹਾਡੇ ਵਾਸਤੇ ਧੰਨਵਾਦ ਕਰਨ ਵਾਸਤੇ। ਸੱਚੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।